ਤਾਂ ਪਾਣੀਆਂ ਦੀ ਲਿਸ਼ਕ ਘਟੀ, ਨਾ ਪਹਾੜੀਆਂ ਦਾ ਰੰਗ ਉਤਰਿਆ, ਨਾ ਹੀ ਧਰਤੀ ਦੇ ਪਿੰਡੇ ਤੋਂ ਉਹਦੀਆਂ ਬੇਪਰਵਾਹ ਪੈੜਾਂ ਮਿਟ ਸਕੀਆਂ। ਉਹਦੇ ਤੀਰਾਂ ਦੀਆਂ ਚੁੰਝਾਂ ਅੱਜ ਵੀ ਖਾਕ ਬਣ ਕੇ ਹਵਾ 'ਚ ਉੱਡਦੀਆਂ ਨੇ, ਕਲੰਗੀਆਂ ਲਹਿਰਾਉਂਦੀਆਂ ਨੇ। ਬਾਜ਼ ਧਰਤੀ ਤੇ ਉਤਰਦੇ ਨੇ, ਹੁਣ ਵੀ ਡੂੰਘੇ ਜੰਗਲਾਂ 'ਚੋਂ ਅਕਾਲ ਉਸਤਤ ਦੇ ਆਵਾਜ਼ੇ ਉੱਠਦੇ ਨੇ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਸਾਹਿਬ ਆਲਮ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਵਧਾਈਆਂ। ਵਧਾਈਆਂ ਦੇ ਨਾਲ ਹੀ ਇਹ ਅਰਦਾਸ ਕਿ ਸੱਚ ਦੀ ਸਦਾ ਜਿੱਤ ਹੋਵੇ, ਨਿਸ਼ਚੈ ਕਰ ਆਪਣੀ ਜੀਤ ਕਰੋ। ਬਾਜਾਂ ਦੇ ਨਾਲ ਤਿੱਤਰਾਂ ਨੇ ਕੀ ਉਡਾਨਾਂ ਭਰਨੀਆਂ ਨੇ। ਸ਼ੇਰੇ ਪੰਜਾਬ 1550 ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਅੱਜ ਦੇ ਸ਼ੋਅ ਦੇ ਵਿੱਚ ਸਾਹਿਬ ਆਲਮ ਦੀ ਗੱਲਬਾਤ, ਉਹਨਾਂ ਦੀ ਉਸਤ 'ਚ ਗੱਲਬਾਤ ਹੋਏਗੀ। 9:17 ਹੋਏ ਨੇ। 20 ਜਨਵਰੀ ਹੈ ਵਰਾ 2021 ਦਾ, ਤੇ 8 ਹੋ ਗਿਆ ਮਾਘ, ਨਾਨਕਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। 1550 ਤੇ ਸ਼ੇਰੇ ਪੰਜਾਬ ਦਾ ਉਹ ਨਾਤਾ ਹੈ ਜਿਹੜਾ ਟੁੱਟ ਨਹੀਂ ਸਕਦਾ। ਪਹਿਲੇ ਹਿੱਸੇ 'ਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਗੱਲਬਾਤ ਹੋਏਗੀ ਨਵਕਿਰਨ ਸਿੰਘ ਪੱਤੀ ਦੇ ਨਾਲ, ਤੇ ਉਸ ਤੋਂ ਬਾਅਦ ਹਰਮਨ ਸਿੰਘ ਕੰਦੋਲਾ ਇੱਕ ਵਕੀਲ ਨੇ ਜਿਹੜੇ ਐਡਮਿੰਟਨ ਦੇ ਵਿੱਚ ਨੇ, ਉਹਨਾਂ ਨਾਲ ਗੱਲਬਾਤ ਹੋਏਗੀ 10-15 ਮਿੰਟ। ਉਹ ਗੱਲਬਾਤ ਦਾ ਵਿਸ਼ਾ ਰਹੇਗਾ ਭਾਰਤ ਦੇ ਗੋਦੀ ਮੀਡੀਆ, ਇੱਥੇ ਵੀ ਗੋਦੀ ਮੀਡੀਆ ਹੈ, ਉਹਨਾਂ ਵੱਲੋਂ ਸਿੱਧੇ ਕੰਮਾਂ ਦੀ, ਸੱਚ ਦੇ ਕੰਮਾਂ ਦਾ ਜਿਹੜਾ ਵਿਰੋਧ ਹੋਣਾ, ਉਹਦੀ ਗੱਲਬਾਤ ਹੋਏਗੀ। ਪਿਛਲੇ ਦਿਨੀ ਨਵਦੀਪ ਸਿੰਘ ਬੈਂਸ ਹੋਣਾ ਦੇ ਬਾਰੇ ਉੱਥੇ ਦੇ ਖਬਰਾਂ ਉੱਥੇ ਦੀਆਂ ਬੜੀਆਂ ਲੱਗ ਆਈਆਂ। ਕੰਦੋਲਾ ਉਹਨਾਂ ਨੇ ਆਪਣੀ, ਉਹਨਾਂ ਦੀ ਇੱਕ ਵੈਬਸਾਈਟ ਹੈ ਬਾਜ਼, ਉਹਦੇ 'ਤੇ ਲਿਖਿਆ, ਵਕੀਲ ਨੇ ਰਾਜਨੀਤੀ ਤੇ ਹੋਰ ਸੋਸ਼ਲ ਭਾਈਚਾਰੇ ਦੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਉਹਨਾਂ ਨਾਲ 10 ਮਿੰਟ ਗੱਲ ਹੋਏਗੀ ਤੀ, ਤੇ ਫਿਰ ਸਾਹਿਬ ਆਲਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ, ਰਲ ਕੇ ਉਹਨਾਂ ਦੀ ਉਸਤਤ ਦੇ ਵਿੱਚ, ਕਿ ਉਹਨਾਂ ਦਾ ਸੁਨੇਹਾ ਕੀ ਹੈ, ਕੀ ਇਕੱਲੀਆਂ ਵਧਾਈਆਂ ਤੇ WhatsApp ਤੇ Facebook ਤੇ ਸੁਨੇਹੇ ਭੇਜ ਕੇ ਆਪਾਂ ਸੁਰਖਰੂ ਹੋ ਜਾਂਦੇ ਹਾਂ, ਤੇ ਜਾਂ ਫਿਰ ਉਹਨਾਂ ਦੀ ਸੋਚ ਹੈ ਜਿਹੜੀ ਬਦੀ ਦੇ ਨਾਲ ਲੜਾਈ ਹੈ, ਝੂਠ ਦੇ ਨਾਲ ਲੜਾਈ ਹੈ, ਸੱਚ ਦਾ ਪਹਿਰਾ, ਜਿਹੜਾ ਚਿੜੀਆਂ ਦੇ ਨਾਲੋਂ ਬਾਜ਼ ਨੂੰ ਤੜਾਉਣ ਦੀ ਗੱਲ ਹੈ, ਰਣਜੀਤ ਨਗਾਰੇ ਦੀ ਗੱਲ ਹੈ। ਤੇ ਔਰੰਗੇ ਨੂੰ ਜਦ ਜ਼ਫਰਨਾਮਾ ਲਿਖਿਆ, ਜ਼ਫਰਨਾਮੇ ਦੇ ਵਿੱਚ ਜਦ ਲਿਖਿਆ ਕਿ 4 ਪੁੱਤ ਤਾਂ ਤੂੰ ਮੇਰੇ ਸ਼ਹੀਦ ਕਰ ਦਿੱਤੇ, ਕੁੰਡਲੀਆ ਸੱਪ ਮੇਰਾ ਖਾਲਸਾ ਹਲੇ ਬਚਿਆ, ਕੀ ਉਸ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਅਸੀਂ ਲਿਆ ਸਕਦੇ ਹਾਂ, ਜਾਂ ਨਿੱਜ ਦੇ ਡਰ ਦੇ ਥੱਲੇ ਰਹਿ ਕੇ ਅਸੀਂ ਇਹ ਜ਼ਿੰਦਗੀ ਗੁਲਾਮੀ 'ਚ ਬਤੀਤ ਕਰਦੇ ਹਾਂ। ਇਸ 'ਤੇ ਗੱਲਬਾਤ ਹੋਏਗੀ। ਉੱਡਦੀਆਂ 5 ਕੱਕਿਆਂ ਦੀ ਓਟ ਹੇਠਾਂ ਛਿੱਦ ਤਾਂ ਉੱਠੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ, ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਧਾਰ ਦਾ, ਬਦੀਆਂ ਦੇ ਖੇਮੇ ਪੁੱਟ ਕੇ ਅਣਖਾਂ ਦੇ ਚਿੱਲੇ ਚਾੜ ਕੇ, ਬਾਜਾਂ ਦੇ ਭੂਸਲ ਖੰਭ ਤੋਂ ਝੜਦੇ ਨੇ ਉੱਥੇ ਫਲਸਫੇ, ਤੇ ਬਹਿੰਦੀਆਂ ਨੇ ਕੋਰੀਆਂ ਰੁੱਤਾਂ ਪਲਾਥੀ ਮਾਰ ਕੇ, ਤਰਦੀਆਂ ਨੇ ਜਾਮਣੀ ਚੁੱਪਾਂ ਹਵਾ ਦੀ ਕਾਂਗ ਤੇ, ਰੋਹੀ ਦੇ ਰਾਗੀ ਬਾਬਰੇ ਝੂਮਣ ਸੁਰਾਂ ਦੀ ਤਾਰ ਤੇ, ਜਦ ਵੀ ਹੈ ਆਉਣਾ ਬੱਕੀਆਂ ਨੇ ਸੀਸ ਲੈ ਕੇ ਬਾਪ ਦਾ, ਕਾਲੇ ਸਿਆ ਪੈਂਡਿਆਂ ਨੂੰ ਚਾਨਣਾ ਚ ਰੰਗਣਾ, ਰੇਤਾ ਵੀ ਭਰ ਕੇ ਚੁੰਗੀਆਂ ਪਾਉਣਾ ਦੇ ਉੱਤੇ ਬਹਿ ਗਿਆ, ਕਿ ਆਖਦਾ ਹੈ ਕਿ ਸਤਿਗੁਰਾਂ ਨੇ ਅੱਜ ਵਣਾ ਚੋਂ ਲੰਘਣਾ, ਜਦ ਪੀਂਦੀਆਂ ਤਾਂ ਅੱਕ ਦੇ ਡੋਡੇ ਦਾ ਰਸ ਹੀ ਪੀਂਦੀਆਂ, ਜਦ ਲਾਉਂਦੀਆਂ ਸਰਾਣਾ ਇਹ ਟਿੰਡ ਦਾ ਹੀ ਲਾਉਂਦੀਆਂ, ਰਾਤਾਂ ਨੇ ਹੱਦੋਂ ਠੰਡੀਆਂ ਪੈਰਾਂ 'ਚ ਸੂਲਾਂ ਪੁੱਟਦੀਆਂ, ਮਾਛੀਵਾੜੇ ਦੇ ਜੰਗਲਾਂ 'ਚ ਖਾਲਸਾਈ ਮਸਤੀਆਂ, ਨਿਰਵੈਰ ਹੈ ਸ਼ਾਹਕਾਰ ਹੈ ਤੀਰਾਂ ਦਾ ਔਕਾਰ, ਜੋ ਕੇਵਲ ਵਿਨਾਸ਼ਕੀ ਨਹੀਂ ਨਵਰੁੱਤ ਦੀ ਟਕਸਾਲ ਹੈ, ਕਲਮੇ ਦਸਮ ਦੀ ਨੋਕ 'ਚੋਂ ਸੁਰਖੀ ਜੋ ਖਿੰਡਗੀ ਬੇਲੀਓ, ਇਹ ਵਗ ਰਹੇ ਪਾਣੀ ਉਹਨਾਂ ਦੇ ਕਿਣਕਿਆਂ ਦੀ ਝਾਲ ਹੈ, ਡੂੰਗੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ, ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦੁਆਰ ਹੈ, ਪਾਣੀ ਦੇ ਕੱਚ ਤੇ ਉਸਰੇ ਧੁੱਪਾਂ ਦੇ ਬੁੱਤ ਹੀ ਤਖਤ ਨੇ, ਚੰਨ ਸੂਰਜ ਦਾ ਚਾਨਣ ਹੱਦ ਹੈ, ਕੁੱਲ ਜਗਤ ਹੀ ਪਰਿਵਾਰ ਹੈ, ਇਹ ਕਿਸ ਦਾ ਜੁੱਸਾ ਲੁਸ਼ਕਦਾ ਹੈ ਸਾਡੇ ਵਿਹੜਿਆਂ ਦੀ ਧੁੱਪ 'ਚੋਂ, ਇਹ ਕਿਸ ਦਾ ਚੋਲਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ ਬਈ, ਉਹ ਕੌਣ ਸੀ ਜਿਸ ਦੇ ਮਗਰ ਤੁਰ ਪੈ ਸੀ ਪੈੜਾਂ ਪੂਜਦੇ, ਕਲਗੀ ਨਗਾਰਾ ਚਾਨਣੀ ਝੰਡੇ ਤਖਤ ਕਿਰਪਾਨ ਬਈ, ਗੋਬਿੰਦ ਹੀ ਹੈ ਸਾਡੇ ਆਜ਼ਾਦ ਸਾਹਾਂ ਦੀ ਲੜੀ, ਗੋਬਿੰਦ ਹੀ ਹੈ ਸਾਡੀ ਜ਼ੁਬਾਨ ਦਾ ਸਭ ਤੋਂ ਉੱਚਾ ਵਾਕ ਹੈ, ਗੋਬਿੰਦ ਹੀ ਸੁੱਕਾ ਸਖਤ, ਗੋਬਿੰਦ ਹੀ ਤਰਮਖਮਲੀ, ਗੋਬਿੰਦ ਅੱਕ ਸੰਦਲ
ਹਵਾ ਠੂਠਾ ਸਿੰਘਾਸਣ ਖਾਕ ਹੈ, ਹਵਾ ਠੂਠਾ ਸਿੰਘਾਸਣ ਖਾਕ ਹੈ। ਉੱਡਦੀਆਂ ਪੰਜ ਕੱਕਿਆਂ ਦੀ ਓਟ ਹੇਠਾਂ ਸ਼ਿੱਦਤਾਂ ਉੱਠੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ। ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਧਾਰ ਦਾ, ਬਦੀਆਂ ਦੇ ਖੇਮੇ ਪੁੱਟ ਕੇ, ਅਣਖਾਂ ਦੇ ਚਿੱਲੇ ਚਾੜ ਕੇ, ਅਣਖਾਂ ਦੇ ਚਿੱਲੇ ਚਾੜ ਕੇ। ਹਰਮਨਜੀਤ ਲਿਖਦਾ ਨਵਰੁੱਤ ਦੀ ਟਕਸਾਲ ਤੇ। ਸਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਧੰਨਵਾਦ ਜੀ। ਸਭ ਤੋਂ ਪਹਿਲਾਂ ਸਾਹਿਬ ਆਲਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ, ਤੇ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡੇ ਰਾਹੀਂ ਵਧਾਈਆਂ ਭੇਜਦੇ ਹਾਂ। ਸ਼ੁਕਰੀਆ ਜੀ ਗਿੱਲ ਸਾਹਿਬ। ਵਾਕਈ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਪੁਰਬ ਆ ਜਿਹੜਾ ਉਹ ਪੂਰੇ ਦੇਸ਼ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਪੂਰਵਕ ਸਤਿਕਾਰ ਆ ਜਿਹੜਾ ਉਹ ਚੌਂ ਪਾਸਿਓਂ ਭੇਂਟ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਔਰ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਨਗਰ ਕੀਰਤਨ ਵੀ ਸਜਾਏ ਗਏ ਔਰ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਸ਼ਰਧਾਂਜਲੀਆਂ ਜਿਹੜੀਆਂ ਉਹ ਭੇਂਟ ਕੀਤੀਆਂ ਗਈਆਂ। ਗਿੱਲ ਸਾਹਿਬ ਇਸ ਮੌਕੇ ਸੰਤ ਰਾਮ ਉਦਾਸੀ ਜੀ ਦੀ ਇੱਕ ਰਚਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ, ਬੜੀ ਕਮਾਲ ਦੀ ਰਚਨਾ ਹੈ ਜੀ, ਆਪਾਂ ਵੀ ਸ਼ੇਅਰ ਕਰਦੇ ਹਾਂ ਅੱਜ। ਕਰੋ ਜੀ। ਸੰਤ ਰਾਮ ਉਦਾਸੀ ਲਿਖਦੇ ਨੇ ਰੈਸਰ ਪਿੰਡ ਦੀ ਧਰਤੀ ਤੋਂ, ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿੱਲਾ ਦਿਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਮਾਛੀ ਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਬਾਰ ਬਣ ਕੇ, ਜਿੰਨਾ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ, ਵੀਰ ਉੱਚ ਦਾ ਵੀ ਬਣਨਾ ਪੈ ਸਕਦਾ, ਖੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ, ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ। ਪਰ ਜਿੰਨਾ ਕੰਧ ਸਰਹੰਦ ਦੀ ਤੋੜਨੀ ਏ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਗੂਠਾ ਲਾਇਆ ਨਹੀਂ ਜਿੰਨਾ ਵੇਦ ਆਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਵਾਕਈ ਗਿੱਲ ਸਾਹਿਬ ਅੱਜ ਜਿਉਂਦੇ ਨੇ ਉੱਥੇ ਦਿੱਲੀ ਦੀਆਂ ਸੜਕਾਂ ਤੇ। ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ, ਜੇਕਰ ਅੱਗ ਤੇ ਚੜੇ ਤਾਂ ਚੜਨ ਦੇਈ, ਸਾਡੀ ਮੜੀ ਤੇ ਉੱਗੇ ਹੋਏ ਘਾਹ ਅੰਦਰ, ਠਾਰ ਸਿੰਘਾਂ ਦੀ ਬਣੇ ਤਾਂ ਵੰਨ ਦੇਈ। ਐਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ, ਐਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜਿਹੀ ਜ਼ਹਿਰ ਨਾ ਪੀ ਸਕਦੇ, ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਨ ਜਹੀ ਨਾ ਜੀਉ ਸਕਦੇ। ਜੀ ਗਿੱਲ ਸਾਹਿਬ ਧੰਨਵਾਦ ਬਹੁਤ ਬਹੁਤ। ਤੁਹਾਡੀ ਧਰਤੀ ਨੂੰ ਇਹ ਮਾਣ ਹੈ ਕਿ ਬਾਬਾ ਬੂਝਾ ਸਿੰਘ ਤੇ ਸੰਤ ਰਾਮ ਉਦਾਸੀ ਜੀ ਉਸ ਧਰਤ ਤੋਂ ਬਰਨਾਲੇ ਦੀਆਂ ਜੂਹਾਂ ਦੇ ਵਿੱਚ ਸਾਈਕਲਾਂ ਤੇ ਨੰਗੇ ਪੈਰੀ ਤੁਰਦੇ ਰਹੇ। ਉਹਨਾਂ ਯੋਧਿਆਂ ਨੂੰ, ਉਸ ਸਮੇਂ ਦੇ ਸੰਘਰਸ਼ ਦੇ ਯੋਧਿਆਂ ਨੂੰ, ਮਾਲਵੇ ਦੇ ਵਿੱਚੋਂ ਯੋਧੇ ਬਹੁਤ ਪੈਦਾ ਹੋਏ ਨੇ, ਸਾਰਿਆਂ ਨੂੰ ਸਤਿਕਾਰ। ਚੱਲੀਏ ਉਹਨਾਂ ਦੀ ਯੋਧਿਆਂ ਦੀ ਧਰਤ ਤੇ। ਬਾਰਡਰ ਦੀਆਂ ਜੀ ਕੀ ਖਬਰਾਂ ਹੈ ਤੇ ਮੀਟਿੰਗਾਂ ਦੇ ਵਿੱਚ ਕੀ ਹੋ ਰਿਹਾ, ਤੇ ਟਰੈਕਟਾਂ ਦੇ ਮੜਗਿਆੜਾਂ ਤੇ ਕੀ ਗੱਲ ਬਣ ਰਹੀ ਹੈ? ਜੀ ਗਿੱਲ ਸਾਹਿਬ ਅੱਜ 20 ਜਨਵਰੀ ਦਾ ਦਿਨ, ਮੀਟਿੰਗਾਂ ਦਾ ਪੂਰਾ ਦਿਨ ਜਿਹੜਾ ਉਹ ਜਾਰੀ ਰਿਹਾ। ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦਿੱਲੀ, ਉੱਤਰ ਪ੍ਰਦੇਸ਼ ਤੇ ਹਰਿਆਣਾ। ਹੁਣ 3 ਰਾਜਾਂ ਦੀ ਪੁਲਿਸ ਇਕੱਠੀ ਹੋ ਗਈ ਗਿੱਲ ਸਾਹਿਬ। ਜਿਹੜਾ ਉਹ ਰਿੰਗ ਰੋਡ ਕਿਸਾਨਾਂ ਨੇ ਕਹਿਤਾ ਨਾ ਦਿੱਲੀ ਦਾ ਦਿਲ ਆ ਉਹ, ਔਰ ਉਹ ਰਿੰਗ ਰੋਡ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦਿੱਲੀ ਦੇ ਵਿੱਚ ਵੜਦਾ, ਖਾਸ ਕਰਕੇ ਪੰਜਾਬੀ ਬਾਗ ਵਰਗੇ ਬਹੁਤ ਸਾਰੇ ਪੰਜਾਬੀ ਜਿਹੜੇ ਆਪਣੀ ਸਿੱਖ ਕਮਿਊਨਿਟੀ ਵੱਸਦੀ ਆ ਦਿੱਲੀ 'ਚ, ਉੱਥੋਂ ਦੀ ਲੰਘਦਾ ਉਹ, ਔਰ 3 ਸੂਬਿਆਂ ਦੀ ਹੱਦ ਲੱਗਦੀ ਆ ਉਹਦੇ ਨਾਲ। ਤੋ ਅੱਜ 3 ਸੂਬਿਆਂ ਦੀ ਪੁਲਿਸ ਦੇ ਨਾਲ ਮੀਟਿੰਗ ਹੋਈ ਕਿਸਾਨ ਆਗੂਆਂ ਦੀ, ਔਰ ਉਹਦੇ 'ਚ ਦਿੱਲੀ ਪੁਲਿਸ ਇਹ ਕਹਿੰਦੀ ਰਹੀ ਕਿ ਤੁਸੀਂ ਦਿੱਲੀ ਤੋਂ ਬਾਹਰ ਕਰ ਲਓ, ਲੇਕਿਨ ਕਿਸਾਨ ਆਗੂ ਨਹੀਂ ਮੰਨੇ। ਦਿੱਲੀ ਪੁਲਿਸ ਨੇ ਕਿਹਾ ਤੁਸੀਂ KMP ਰੋਡ ਦੇ ਉੱਤੇ, ਜਿਹੜਾ ਕੁੰਡਲੀ ਮਾਨੇਸਰ ਪਲਵਲ ਰੋਡ ਆ, ਜਿੱਥੇ ਪਹਿਲਾਂ ਟ੍ਰੇਲਰ ਦਿਖਾਇਆ ਸੀ, ਕਿ ਤੁਸੀਂ ਉੱਥੇ ਕਰ ਲਓ। ਕਿਸਾਨ ਆਗੂਆਂ ਨੇ ਕਿਹਾ ਵੀ ਨਹੀਂ, ਅਸੀਂ ਉੱਥੇ ਨਹੀਂ ਕਰ ਸਕਦੇ, ਅਸੀਂ ਇਸੇ ਰਿੰਗ ਰੋਡ ਦੇ ਉੱਤੇ ਹੀ ਪ੍ਰੋਟੈਸਟ ਆ ਜਿਹੜਾ ਉਹ ਕਰਨਾ, ਅਸੀਂ ਇੱਥੇ ਹੀ ਕਿਸਾਨ ਮਾਰਚ ਆ ਜਿਹੜਾ ਉਹ ਕਰਨਾ, ਅਸੀਂ ਇੱਥੇ ਪਰੇਡ ਕਰਨੀ ਹੈ ਔਰ ਪੂਰੀ ਦੁਨੀਆ ਨੂੰ ਦਿਖਾਉਣਾ ਕਿ ਡਿਸਪਲਿਨ ਦੇ ਵਿੱਚ ਇਹ ਕੌਮ ਕਿਵੇਂ ਚੱਲਦੀ ਆ। ਤਾਂ ਉਸ ਤੋਂ ਬਾਅਦ ਗਿੱਲ ਸਾਹਿਬ ਜਿਹੜੀਆਂ 3 ਰਾਜਾਂ ਦੀ ਪੁਲਿਸ ਆ
ਉਹਨਾਂ ਨੇ ਕਿਸਾਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਸੁਪਰੀਮ ਕੋਰਟ 'ਚ ਮਸਲਾ ਗਿਆ ਸੀ, ਸੁਪਰੀਮ ਕੋਰਟ ਨੇ ਮਸਲਾ ਗਾ ਜਿਹੜਾ ਉਹ ਦੁਬਾਰੇ ਫੇਰ ਪੁਲਿਸ ਨੂੰ ਦੇ ਦਿੱਤਾ ਹੈ ਕਿ ਪੁਲਿਸ ਇਸ ਵਿਸ਼ੇ ਦੇ ਉੱਤੇ ਦੇਖੇ। ਸੁਪਰੀਮ ਕੋਰਟ ਇਸ ਵਿਸ਼ੇ 'ਚ ਦਖਲ ਨਹੀਂ ਦੇਵੇਗੀ, ਪੁਲਿਸ ਦੇਖੇ। ਤਾਂ ਹੁਣ ਫੇਰ ਦੁਬਾਰੇ ਮੀਟਿੰਗ ਆ ਜਿਹੜੀ ਆਉਣ ਵਾਲੇ ਦਿਨਾਂ 'ਚ ਹੋ ਸਕਦੀ ਆ। ਇੱਧਰ ਪੰਜਾਬ 'ਚੋਂ ਪੂਰੀ ਤਿਆਰੀ ਹੈ। 100 ਟਰੈਕਟਰਾਂ ਦਾ ਜਥਾ ਅੱਜ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਇਆ। ਗਿੱਲ ਸਾਹਿਬ, ਜਿਸ ਤਰੀਕੇ ਦੀ ਤਿਆਰੀ ਆ, 100 ਦੇ ਟਰੈਕਟਰ ਰਵਾਨਾ ਹੋ ਰਹੇ ਨੇ ਔਰ ਹਰ ਰੋਜ਼ ਜਿੱਥੇ ਦੇਖੋ ਪਿੰਡਾਂ 'ਚ ਰੈਲੀਆਂ ਹੋ ਰਹੀਆਂ, ਬਹੁਤ ਸਾਰੇ ਕਿਸਾਨ ਆਗੂ ਪਿੰਡਾਂ 'ਚ ਰੈਲੀਆਂ ਕਰਾਉਣ ਆਏ ਹੋਏ ਆ। ਮੈਂ ਦੇਖਿਆ ਜੋ ਰੈਲੀ ਕਰਦੇ ਨੇ ਵੈਸੇ ਹੀ 100 ਟਰੈਕਟਰ ਨਿਕਲਿਆ ਹੁੰਦਾ। ਲੱਖੇ ਸਿਧਾਣੇ ਨੇ, ਸਿੱਧੂ ਮੂਸੇਵਾਲੇ ਨੇ ਪਿਛਲੇ ਦਿਨਾਂ 'ਚ ਮਾਨਸਾ ਏਰੀਏ 'ਚ ਰੈਲੀਆਂ ਕੀਤੀਆਂ, 10,000 ਦੇ ਇਕੱਠ ਹੋ ਰਹੇ ਸੀ। ਔਰ ਮੈਂ ਅੱਜ ਕਈ ਪਿੰਡਾਂ ਦੇ ਵਿੱਚ ਦੇਖਿਆ ਵੀ ਪਿੰਡਾਂ 'ਚੋਂ ਆਪ ਮੁਹਾਰੇ ਲੋਕ ਕਹਿ ਰਹੇ ਵੀ ਟਰੈਕਟਰ ਨਿਕਲਣਗੇ। ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਿੱਲ ਸਾਹਿਬ NIA ਦੇ ਨੋਟਿਸਾਂ ਦੀ ਪਰਵਾਹ ਨਹੀਂ ਕੀਤੀ। ਔਰ ਮੈਂ ਦੱਸਣਾ ਚਾਹੂੰਗਾ ਕਿ ਸਹਿਜਣਾ ਪਿੰਡ ਪੈਂਦਾ ਸਾਡੇ ਕੋਲੇ, ਉੱਥੇ ਪ੍ਰਵਾਸੀ ਭਾਰਤੀਆਂ ਨੇ ਐਲਾਨ ਕਰਿਆ ਹੋਇਆਗਾ ਵੀ ਜਿਹੜਾ ਵੀ ਟਰੈਕਟਰ ਜਾਊ ਪਿੰਡ ਦੇ ਵਿੱਚੋਂ ਤੇਲ ਸਾਡਾ ਹੋਊਗਾ। ਮਹਿਲ ਕਲਾਂ ਸਾਡੇ ਏਰੀਏ ਦਾ ਸਭ ਤੋਂ ਵੱਡਾ ਪਿੰਡ ਹੈ ਮਹਿਲ ਕਲਾਂ। ਮਹਿਲ ਕਲਾਂ ਪਿੰਡ ਦੇ ਜਿੰਨੇ NRI ਨੇ ਉਹਨਾਂ ਨੇ ਸਾਰਿਆਂ ਨੇ ਉੱਥੇ ਇੱਕ ਕਲੱਬ ਬਣਿਆ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਦੇ ਉੱਤੇ। ਉਹਨਾਂ ਨੇ ਉਸ ਕਲੱਬ ਨੂੰ ਕਿਹਾ ਹੋਇਆ ਵੀ ਤੇਲ ਤੁਸੀਂ ਪਾਉਣਾ, ਤੁਹਾਨੂੰ ਖਰਚਾ ਅਸੀਂ ਭੇਜਾਂਗੇ। ਔਰ ਇਹ ਜਿਹੜਾ ਮਤਲਬ ਹੌਸਲਾ ਜਿਹੜਾ ਇਹ ਜਾਹੋ ਜਲਾਓ, ਜਿਸ ਤਰੀਕੇ ਦੇ ਨਾਲ ਤੇਲ ਪਾਉਣ ਦੇ ਲਈ ਲੋਕ ਅੱਗੇ ਆ ਰਹੇ ਨੇ ਵੀ ਤੇਲ ਮੈਂ ਪਾਊਂਗਾ ਜੀ, ਜਿਹੜਾ ਵੀ ਵਿਅਕਤੀ ਆ ਉਹ ਜਾਊਗਾ। ਸਾਡੇ ਪਿੰਡ ਵੀ ਇੱਕ NRI ਨੇ ਐਲਾਨ ਕਰਤਾ, ਉਹ ਕਹਿੰਦਾ ਵੀ ਜਿੰਨੇ ਟਰੈਕਟਰ ਜਾਣਗੇ ਤੇਲ ਮੇਰਾ। ਸੋ ਗਿੱਲ ਸਾਹਿਬ, ਇਹ ਜਿਹੜਾ ਮਤਲਬ ਇੱਕ ਹਾਂ ਦਾ ਨਾਅਰਾ ਹੈਗਾ, ਇੱਕ ਵਿਦੇਸ਼ ਦੀ ਧਰਤੀ ਦੇ ਉੱਤੇ ਬੈਠ ਕੇ, ਮੈਨੂੰ ਪਤਾ ਤੁਹਾਨੂੰ ਪਤਾ ਹੈ ਕਿ ਡਾਲਰ ਕਿਸ ਤਰੀਕੇ ਦੇ ਨਾਲ ਕਮਾਉਂਦੇ ਨੇ ਔਰ ਉਹਦੇ ਚੋਂ 10ਵਾਂ ਦਸੌਂਦ ਕੱਢ ਕੇ ਜਦੋਂ ਭੇਜਦੇ ਨੇ ਤਾਂ ਉਹ ਦਿੱਲੀ ਦੀ ਹਿੱਕ 'ਚ ਵੱਜਦੇ ਆ ਸਿੱਧੇ। ਤਾਂ ਇਸ ਕਰਕੇ ਇਹ 26 ਦੀ ਤਿਆਰੀ ਪੂਰੀ ਫੁੱਲ ਹੈ ਔਰ ਮੀਟਿੰਗ ਕਿਸਾਨਾਂ ਨਾਲ ਬੇਸਿੱਟਾ ਜਿਹੜੀ ਉਹ ਰਹੀ ਹੈ ਦਿੱਲੀ ਪੁਲਿਸ ਦੀ, ਤੇ ਪੂਰੀਆਂ ਤਿਆਰੀਆਂ ਦੇ ਨਾਲ 26 ਦਾ ਜਾਹੋ ਜਲਾਵਾ ਜਿਹੜਾ ਚੱਲ ਰਿਹਾ। ਦੂਜੇ ਬੰਨੇ ਜਿਹੜੀ ਅੱਜ ਮੀਟਿੰਗ ਕੇਂਦਰ ਸਰਕਾਰ ਨਾਲ ਹੋਈ, ਪਹਿਲਾਂ ਦੀ ਤਰ੍ਹਾਂ ਤਿੰਨੇ ਮੰਤਰੀ ਸੀ, ਨਰਿੰਦਰ ਤੋਮਰ, ਪਿਊਸ਼ ਗੋਇਲ, ਇੱਕ ਆਪਣੇ ਪੰਜਾਬ ਵਾਲੇ ਸੋਮ ਪ੍ਰਕਾਸ਼ ਜੀ, ਔਰ ਤਿੰਨਾਂ ਮੰਤਰੀਆਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ। ਪਹਿਲਾਂ ਤਾਂ ਮੀਟਿੰਗ ਇਸੇ ਰੂਪ ਦੇ ਵਿੱਚ ਹੀ ਚੱਲਦੀ ਰਹੀ ਵੀ ਉਹਨਾਂ ਨੇ ਕਿਹਾ ਵੀ ਖੇਤੀ ਕਾਨੂੰਨ ਅਸੀਂ ਵਾਪਸ ਨਹੀਂ ਲੈ ਸਕਦੇ, ਅਸੀਂ ਸੋਧਾਂ ਕਰ ਸਕਦੇ ਹਾਂ। ਸੋਧਾਂ ਕਿਸਾਨਾਂ ਨੇ ਨਾ ਮਨਜ਼ੂਰ ਕੀਤੀਆਂ। ਉਸ ਤੋਂ ਬਾਅਦ ਚਾਹ ਪਾਣੀ ਦਾ ਦੌਰ ਚੱਲਦਾ ਰਿਹਾ। ਫਿਰ ਦੁਬਾਰੇ ਜਿਹੜੀ ਸਰਕਾਰ ਤਜਵੀਜ਼ ਲੈ ਕੇ ਆਈ ਗਿੱਲ ਸਾਹਿਬ, ਉਹ ਤਜਵੀਜ਼ ਦੇ ਵਿੱਚ ਉਹ ਕਹਿੰਦੇ ਵੀ ਅਸੀਂ 1.5 ਸਾਲ ਦੇ ਲਈ ਇਹ ਬਿੱਲ ਨੇ ਜਿਹੜੇ ਉਹਨੂੰ ਪੋਸਟਪੋਨ ਕਰ ਸਕਦੇ ਹਾਂ, 1.5 ਸਾਲ ਲਈ ਇਹਨਾਂ ਨੂੰ ਰੱਦ ਕਰ ਸਕਦੇ ਹਾਂ। ਉਸ ਤੋਂ ਬਾਅਦ ਫੇਰ ਅੱਗੇ ਕਰ ਦੇਂਗੇ, ਕੋਈ ਗੱਲ ਨਹੀਂ, ਫਿਰ ਦੇਖ ਲਾਂਗੇ। ਜਾਣੀ ਕਿ ਉਹਨਾਂ ਨੇ ਗਿੱਲ ਸਾਹਿਬ ਬੜੀ ਹੀ ਮਲਮੀ ਮਤਲਬ ਗੱਲ ਆ ਜਿਹੜੀ ਕੀਤੀ। ਜਿਵੇਂ ਸੁਪਰੀਮ ਕੋਰਟ ਨੇ ਸਟੇ ਕਰਤਾ, 2 ਮਹੀਨੇ ਦੇ ਲਈ ਕੀਤਾ, 2 ਮਹੀਨੇ ਲਈ ਕਮੇਟੀ ਬਣਾਤੀ, ਕਮੇਟੀ ਰਿਪੋਰਟ ਦੇ ਉਦੋਂ ਤੱਕ ਸਟੇ। ਤਾਂ ਉਹ ਕਹਿੰਦੇ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਹੀ ਐਫੀਡੈਵਿਟ ਦੇ ਦਿਆਂਗੇ। ਮੰਤਰੀ ਕਹਿੰਦੇ ਵੀ ਇਹ ਜਿਹੜੇ ਕੇਸ ਨੇ ਉਹਨਾਂ ਨੂੰ ਅਸੀਂ 1.5 ਸਾਲ ਲਈ, ਔਰ ਕਹਿੰਦੇ ਕਿਸਾਨ ਆਗੂਆਂ ਦਾ ਕਹਿਣਾ ਵੀ ਚਲਦੀ ਗੱਲ ਦੇ ਵਿੱਚ ਉਹ 2 ਸਾਲ ਵੀ ਕਹਿ ਗਏ ਵੀ 2 ਸਾਲ ਦੇ ਲਈ ਪੋਸਟਪੋਨ ਕਰ ਦਿੰਦੇ ਆ, 2 ਸਾਲ ਲਈ ਸਟੇ ਕਰ ਦਿੰਦੇ ਆ। ਔਰ ਇਸ ਵਿਸ਼ੇ ਦੇ ਉੱਤੇ ਉਹ ਕਹਿੰਦੇ ਵੀ ਤੁਸੀਂ ਵਿਚਾਰ ਲਓ, ਤੁਸੀਂ ਬਹਿ ਕੇ ਮੀਟਿੰਗ ਕਰ ਲਓ। ਹੁਣ ਗਿੱਲ ਸਾਹਿਬ, ਗੱਲ ਇਹ ਹੈ ਵੀ ਕਿਸਾਨ ਜਥੇਬੰਦੀਆਂ ਇਸ ਵਿਸ਼ੇ ਦੇ ਉੱਤੇ ਕੱਲ ਨੂੰ ਬੈਠ ਕੇ ਮੀਟਿੰਗ ਕਰਨੀਆਂ। ਕੱਲ ਨੂੰ 3 ਮੀਟਿੰਗਾਂ ਹੋਣਗੀਆਂ। ਪਹਿਲਾਂ ਜਿਹੜੀ ਅਕਾਲ ਇੰਡੀਆ ਕਿਸਾਨ ਸੰਗਠਨ ਬਣਿਆ ਹੋਇਆ ਉਹਦੀ ਮੀਟਿੰਗ ਹੋਊ, ਉਸ ਤੋਂ ਬਾਅਦ 32 ਜਥੇਬੰਦੀਆਂ ਦੀ 11 ਵਜੇ ਮੀਟਿੰਗ ਹੋਊ, ਫਿਰ 2 ਵਜੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਆ, ਉਹਦੇ 'ਚ ਡਿਸਾਈਡ ਹੋਊਗਾ। ਤਾਂ ਇਹਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਮੈਂ ਜਾਣਦਾ, ਉਹਨਾਂ ਦਾ ਮਤਲਬ ਨਾਲ ਦੀ ਨਾਲ ਸਟੇਟਮੈਂਟ ਆ ਗਈ ਵੀ ਨਹੀਂ, ਸੋਧਾਂ ਨਹੀਂ ਮਨਜ਼ੂਰ, ਕਾਨੂੰਨ ਕਰਾਉਣੇ ਚਕਨਾਚੂਰ, ਔਰ ਅਸੀਂ ਤਾਂ ਵਾਪਸ ਕਰਾਉਣੇ ਆ। ਪਰ ਕੁਝ ਜਥੇਬੰਦੀਆਂ ਮੈਂ ਮਤਲਬ ਨੋਟ ਕਰ ਰਿਹਾ ਸੀਗਾ, ਉਹ ਕਹਿੰਦੇ ਸੀ ਵੀ ਅਸੀਂ ਵਿਚਾਰ ਕਰਾਂਗੇ। ਤਾਂ ਇਹ ਜਿਹੜਾ ਮਤਲਬ ਕੇਂਦਰ ਸਰਕਾਰ ਨਵੀਂ ਤਜਵੀਜ਼ ਲੈ ਕੇ ਆਈ ਆ, ਉਂਝ ਤਾਂ ਕੱਲ ਨੂੰ ਕਮੈਂਟ ਆਪਾਂ ਉਦੋਂ ਬਾਅਦ ਹੀ ਕਰਦੇ ਚੰਗੇ ਲੱਗਦੇ ਆ ਜਦੋਂ ਉਹ ਲੈ ਕੇ ਆਉਂਦੇ ਨੇ। ਪਰ ਇੱਕ ਗੱਲ ਠੋਕਵੀਂ ਆ ਵੀ ਪੰਜਾਬ ਦੇ ਲੋਕਾਂ ਦੀ ਇੱਕੋ ਇੱਕ ਆਵਾਜ਼ ਆ ਵੀ ਅਸੀਂ ਨਹੀਂ 1.5 ਸਾਲ ਦੇਖਣਾ, ਅਸੀਂ ਤਾਂ ਰੱਦ ਕਰਾਉਣੇ ਨੇ। ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਔਰ ਇਹ ਆਵਾਜ਼ ਕਿਸਾਨ ਜਥੇਬੰਦੀਆਂ ਨੂੰ ਸੁਣਨੀ ਚਾਹੀਦੀ ਆ। ਤੇ ਮੈਨੂੰ ਆਸ ਉਮੀਦ ਆ ਵੀ ਇਹਨੂੰ ਸੁਣ ਕੇ ਫੈਸਲਾ ਲੈਣਗੇ ਉਹ ਵੀ ਜਿਹੜਾ ਫੈਸਲਾ ਲੈਣਾ ਉਹਨਾਂ ਨੇ, ਕਿਉਂਕਿ ਉਹ ਜਿਹੜਾ ਇੱਕ ਦਿਨ ਉਹਨਾਂ ਨੇ ਪਾਇਆ ਹੈਗਾ ਉਹਦੇ ਵਿੱਚ ਪਬਲਿਕ ਓਪੀਨੀਅਨ ਵੀ ਜਾਊਗਾ ਹਰ ਤਰੀਕੇ ਦੇ ਨਾਲ, ਔਰ ਪਬਲਿਕ ਓਪੀਨੀਅਨ ਉਹ ਧਿਆਨ ਦੇ ਵਿੱਚ ਜਿਹੜਾ ਉਹ ਰੱਖਣਗੇ, ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਉਹ ਧਿਆਨ ਦੇ ਵਿੱਚ ਰੱਖਣਗੇ। ਸਰਕਾਰ ਅੰਡਰ ਪ੍ਰੈਸ਼ਰ ਹੈ। 26 ਦੀ ਜਿਸ ਤਰੀਕੇ ਦੀ ਤਿਆਰੀ ਹੋ ਰਹੀ ਹੈ, ਜਿਵੇਂ ਟਰੈਕਟਰ ਨਿਕਲ ਰਹੇ ਨੇ, ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ 26 ਦੀ ਪਰੇਡ ਦੇ ਉੱਤੇ। ਦੁਨੀਆ 'ਚੋਂ ਕੋਈ ਮਹਿਮਾਨ ਨਹੀਂ ਆਇਆ ਇਹਨਾਂ ਦੀ ਕੇਂਦਰ ਸਰਕਾਰ ਦੀ ਪਰੇਡ ਦੇਖਣ, ਔਰ ਕਿਸਾਨਾਂ ਦੀ ਪਰੇਡ ਦੇਖਣ ਦੇ ਲਈ ਦੁਨੀਆ ਦਾ ਮੀਡੀਆ ਆ ਰਿਹਾ ਹੈ। ਦੁਨੀਆ ਦੇ ਵੱਡੇ ਵੱਡੇ ਚੈਨਲ 26 ਨੂੰ ਗਿੱਲ ਸਾਹਿਬ ਦਿੱਲੀ ਦੀ ਰਿੰਗ ਰੋਡ ਦੇ ਉੱਤੇ ਹੋਣਗੇ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈਗਾ ਕਿ ਜਿਹੜੇ ਵਰਲਡ ਦੇ ਕੁਝ
ਰਿਕਾਰਡ ਬਣਾਉਣ ਵਾਲੀਆਂ ਸੰਸਥਾਵਾਂ ਨੇ, ਚਾਹੇ ਗਿਨੀਜ਼ ਬੁੱਕ ਹੈ ਚਾਹੇ ਲਿਮਕਾ ਬੁੱਕ ਆ, ਉਹ ਵੀ 26 ਤੇ ਨਿਗਾਹ ਟਿਕਾਈ ਬੈਠੀਆਂ ਨੇ। ਇਹ ਰਿਕਾਰਡ ਵੀ ਬਣ ਸਕਦਾ ਗਾ ਇੱਕ ਟਰੈਕਟਰਾਂ ਦਾ ਇੰਨਾ ਡਿਸਪਲਿਨਰੀ ਕਾਫਲਾ, ਔਰ ਇਹ ਸਰਕਾਰ ਦੀ ਨੀਂਦ ਹਰਾਮ ਕਰੀ ਬੈਠਾ। ਇਸ ਤੋਂ ਇਲਾਵਾ ਜਿਹੜੀ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋਈ ਆ, ਉਹਦੇ 'ਚ NIA ਦੇ ਨੋਟਸਾਂ ਦੀ ਵੀ ਗੱਲ ਹੋਈ ਆ। ਇਹਨਾਂ ਨੇ ਕਿਹਾ ਵੀ NIA ਦੇ ਨੋਟਸ ਜਿਹੜੇ ਭੇਜ ਰਹੇ ਨੇ ਫਰਲੇ, ਇਹ ਵਾਪਸ ਕਰਾਓ। ਔਰ ਇਹਦੇ ਤੇ ਉਹਨਾਂ ਨੇ ਕੇਂਦਰ ਸਰਕਾਰ ਨੇ ਇਹਨਾਂ ਨੂੰ ਕਿਹਾ ਗਾ ਵੀ ਤੁਸੀਂ ਸਾਨੂੰ ਲਿਸਟ ਦੇ ਦਿਓ ਜਿਹੜੇ ਬੰਦੇ ਤੁਹਾਡੇ ਨਾਲ ਜੁੜੇ ਹੋਏ ਆ, ਜੇ ਉਹਨਾਂ ਨੂੰ ਨੋਟਿਸ ਆ ਗਏ ਕੋਈ ਗੱਲ ਨਹੀਂ, ਅਸੀਂ ਉਹ ਵਾਪਸ ਕਰਾ ਦਿਆਂਗੇ। ਉਂਝ ਕਿਸੇ ਬੇਕਸੂਰ ਨੂੰ ਜਿਹੜਾ ਤੰਗ ਨਹੀਂ ਕੀਤਾ ਜਾਊ। ਜਿਵੇਂ ਸਰਕਾਰਾਂ ਦੀ ਆਮ ਤੌਰ ਦੇ ਉੱਤੇ ਗੱਲਬਾਤ ਆ ਜਿਹੜੀ ਉਹ ਹੁੰਦੀ ਆ, ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਜਿੰਨਿਆਂ ਨੂੰ ਵੀ ਨੋਟਿਸ ਆਏ ਆ ਪਿਛਲੇ ਦਿਨਾਂ 'ਚ, ਉਹ ਸਾਰਿਆਂ ਦੀ ਅਸੀਂ ਲਿਸਟ ਦੇਵਾਂਗੇ ਔਰ ਉਹ ਵਾਪਸ ਕਰਵਾਵਾਂਗੇ। ਇਸ ਤੋਂ ਇਲਾਵਾ ਜਿਹੜੀ ਗੱਲਬਾਤ ਆ ਗਈ ਉਹ MSP ਦੇ ਉੱਤੇ ਵੀ ਹੋਈ ਆ, ਜਿਹੜੀ ਮਿਨੀਮਮ ਸਪੋਰਟਿੰਗ ਪ੍ਰਾਈਸ ਆ, ਕਿਉਂਕਿ ਜਿਹੜੀ ਪੰਜਾਬ ਹਰਿਆਣੇ ਤੋਂ ਬਾਹਰਲੇ ਸੂਬਿਆਂ ਦੀ ਗੱਲ ਆ, ਉਹਨਾਂ ਦੀ ਮੇਨ ਗੱਲ ਖੇਤੀ ਕਾਨੂੰਨਾਂ ਤੋਂ ਵੀ ਅੱਗੇ ਜਾ ਕੇ MSP ਦੀ ਗੱਲ ਆ ਗਈ। ਇਸ ਕਰਕੇ ਉਹਦੇ ਤੇ ਵੀ ਡਿਸਕਸ਼ਨ ਅੱਜ ਸ਼ੁਰੂ ਹੋਈ ਆ। ਉਹ ਤਜਵੀਜ਼ ਆ ਜਿਹੜੀ ਉਹ ਵੀ ਪਰਸੋਂ ਨੂੰ ਅਗਲੀ ਮੀਟਿੰਗ ਦੇ ਵਿੱਚ ਜਿਹੜਾ ਉਹ ਨਜਿੱਠਿਆ ਜਾਊ। ਹੁਣ ਅਗਲੀ ਮੀਟਿੰਗ ਹੈ ਜਿਹੜੀ 22 ਜਨਵਰੀ ਨੂੰ 12 ਵਜੇ ਰੱਖੀ ਹੋਈ ਆ, ਲੇਕਿਨ ਕੱਲ ਨੂੰ 21 ਜਨਵਰੀ ਨੂੰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਦੱਸਣਗੀਆਂ ਕਿ ਸਰਕਾਰ ਦੀ ਤਜਵੀਜ਼ ਜਿਹੜੀ ਉਹਨਾਂ ਨੇ ਲਿਆਂਦੀ ਹੈ 1.5 ਸਾਲ ਵਾਲੀ, ਉਹਦੇ ਤੇ ਕੀ ਸੋਚਦੀਆਂ ਨੇ। ਜੀ ਗਿੱਲ ਸਾਹਿਬ। ਅੱਛਾ, ਹੋਰ ਦੂਸਰੇ ਬੰਨਿਓ ਇਹਦਾ ਸਿੱਟਾ ਕੋਈ ਨਿਕਲਣ ਦੇ ਲਈ ਉਧਰ ਕੀ ਗੱਲ ਚੱਲ ਰਹੀ ਹੈ? ਸਰਕਾਰ ਵੱਲੋਂ ਕੀ ਕਹਾਣੀ ਚੱਲ ਰਹੀ ਹੈ? ਕੀ ਆਉਣ ਵਾਲੀਆਂ ਮੀਟਿੰਗਾਂ ਜਿਹੜੀਆਂ ਇਹ ਬੇਸਿੱਟਾ ਨਿਕਲਦੀਆਂ ਜਾ ਰਹੀਆਂ ਨੇ? ਲੋਕ ਆਪਣੇ ਸਾਰਿਆਂ ਦੇ ਮਨ 'ਚ ਸੀ ਵੀ 26 ਤੋਂ ਪਹਿਲਾਂ ਇਹ ਗੱਲ ਹੋ ਸਕਦੀ ਹੈ, ਪਰ 26 ਤੋਂ ਪਹਿਲਾਂ ਹੁੰਦੀ ਨਹੀਂ ਲੱਗਦੀ। ਫਿਰ ਕੀ ਝਾਕਦੇ ਹੋ ਤੁਸੀਂ, ਕੀ ਵੇਖਦੇ ਹੋ ਲਾਈਨਾਂ ਦੇ ਵਿੱਚ ਕੀ ਲਿਖਿਆ, ਕਿੱਧਰ ਨੂੰ ਜਾਏਗੀ ਗੱਲ? ਫਿਰ ਇਹਦਾ ਮਤਲਬ ਹੋਰ 2 ਮਹੀਨੇ ਤਾਂ ਹੋ ਜਾਣੇ ਨੇ, ਫਿਰ ਲੰਬਾ ਜਾਏਗਾ ਜੀ ਇਹ। ਗਿੱਲ ਸਾਹਿਬ ਦੇਖੋ, ਗੱਲ ਐਂ ਲੱਗਦੀ ਹੈ ਕਿ 26 ਤੋਂ ਪਹਿਲਾਂ ਜਿਹੜੀ ਸਰਕਾਰ ਹੈਗੀ ਉਹ ਜਿਵੇਂ ਹੁਣ 1.5 ਸਾਲ ਦੇ ਉੱਤੇ ਤਾਂ ਚਲੀ ਗਈ ਆ। ਹੁਣ ਜੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਵੀ ਤੁਸੀਂ ਇਹ ਦੇਖੋ ਵੀ ਪਹਿਲਾਂ 5-7 ਦਿਨ ਬਾਅਦ ਮੀਟਿੰਗ ਹੁੰਦੀ ਸੀ, ਹੁਣ 2 ਦਿਨ ਬਾਅਦ ਮੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਆ। ਔਰ ਇੱਕੋ ਝਟਕੇ ਦੇ ਵਿੱਚ ਜਦੋਂ ਅਜੇ ਅੰਮ੍ਰਿਤਸਰ ਸਾਹਿਬ ਤੋਂ ਫਿਰੋਜ਼ਪੁਰ ਤੋਂ ਦੂਰੋਂ ਟਰੈਕਟਰ ਤੁਰੇ ਹੀ ਨੇ ਕਿ ਸਰਕਾਰ 1.5 ਸਾਲ ਦੇ ਉੱਤੇ ਚਲੀ ਗਈ। ਮੈਨੂੰ ਇਹ ਲੱਗਦਾ ਗਾ ਕਿ ਜਿਹੜਾ 22 ਜਨਵਰੀ ਨੂੰ ਮੀਟਿੰਗ ਹੋਣੀ ਆ ਉਹਦੇ 'ਚ 1.5 ਦਾ 3 ਸਾਲ ਵੀ ਹੋ ਜਾਣਗੇ, 3 ਤੋਂ 5 ਵੀ ਹੋ ਜਾਣਗੇ। ਤਾਂ ਇਹ ਅਸਲ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਸੀ, ਜਿਹੜੇ ਕਹਿੰਦੇ ਸੀਗੇ ਵੀ ਮੋਦੀ ਜੀ ਤਾਂ ਹਿਲਦੇ ਹੀ ਨਹੀਂ, ਉਹ ਤਾਂ ਜਿਹੜੀ ਗੱਲ ਕਹਿਤੀ ਪਿੱਛੇ ਮੁੜਦੇ ਹੀ ਨਹੀਂ, ਜਿਹੜਾ ਇੱਕ ਫੋਕਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ, ਉਹ ਉਹਨਾਂ ਦਾ ਹੁਣ ਜਿਹੜੀ ਗੱਲ ਆ ਉਹ ਤੋਂ ਪਿੱਛੇ ਹਟਦੀ ਸਰਕਾਰ ਨਜ਼ਰ ਆ ਰਹੀ ਆ। ਹੁਣ ਇਹ ਅਸੀਂ ਦੇਖਣਾ ਗਾ, ਜਿਵੇਂ ਗਿੱਲ ਸਾਹਿਬ ਇੱਕ ਕਹਾਵਤ ਸੁਣਾਉਂਦੇ ਹੁੰਦੇ ਆ ਵੀ ਕੋਈ ਬੰਦਾ ਬਣ ਜਾ ਸੋਨਾ ਲੋਹੇ ਨੂੰ ਕਹੀ ਜਾਂਦਾ ਸੀ। ਅਸੀਂ ਕਿੰਨਾ ਕੁ ਦਮ ਰੱਖਦੇ ਆ, ਸਾਡੀਆਂ ਜਥੇਬੰਦੀਆਂ ਕਿੰਨੇ ਕੁ ਦਮ ਦੇ ਨਾਲ ਚੱਲਦੀਆਂ ਨੇ, ਔਰ ਸਾਡੇ ਟਰੈਕਟਰ ਕਿੰਨੀ ਗਿਣਤੀ ਦੇ ਵਿੱਚ ਨਿਕਲਦੇ ਨੇ। ਇਹ ਗੱਲ ਆ ਜਿਹੜੀ ਉਹਦੀ ਕਾਫੀ ਅਹਿਮੀਅਤ ਹੋਊਗੀ। ਸਰਕਾਰ ਡਰੀ ਹੋਈ ਆ, ਜੇ 1.5 ਸਾਲ ਦੀ ਗੱਲ ਸਰਕਾਰ ਲੈ ਕੇ ਆਈ ਆ, ਔਰ ਮਨਮੀ ਜੀਵਨਾ 2 ਸਾਲ ਵੀ ਕਹੇਗੀ ਤਾਂ ਇਹ ਵਾਪਸ ਲੈਣ ਵਾਲੇ ਪਾਸੇ ਨੂੰ ਵੀ ਵੱਧ ਸਕਦੀ ਆ। ਮੀਟਿੰਗ 22 ਤੋਂ ਬਾਅਦ 24-25 ਇਦਾਂ ਵੀ ਹੋ ਸਕਦੀਆਂ ਨੇ। ਤੇ ਅਗਲੀ ਗੱਲ ਗਿੱਲ ਸਾਹਿਬ ਇਹ ਹੈਗੀ ਕਿ ਜੇ ਇਹ 26 ਤੱਕ ਵਾਪਸੀ ਵਾਲੀ ਗੱਲ ਨਹੀਂ ਹੁੰਦੀ, ਫਿਰ ਉਸ ਤੋਂ ਬਾਅਦ ਇਹ ਲੰਬਾ ਚੱਲੂ, ਫਿਰ ਤਾਂ ਵਿਸਾਖੀ ਵੀ ਉੱਥੇ ਲੰਘ ਸਕਦੀ ਆ। ਜੀ ਅੱਛਾ, ਪੰਜਾਬ ਦੇ ਵਿੱਚ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਦਾ ਵੀ ਸੰਘਰਸ਼ ਬੜਾ ਬਹੁਤ ਤੇਜ਼ੀ ਫੜ ਰਿਹਾ, ਉੱਥੇ ਕੀ ਹੋ ਰਿਹਾ ਜੀ? ਜੀ ਗਿੱਲ ਸਾਹਿਬ, ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਵੀ ਜਿਹੜਾ ਉਹ ਬਹੁਤ ਤੇਜ਼ੀ ਦੇ ਨਾਲ ਅੱਗੇ ਚੱਲ ਰਿਹਾ। ਪਟਿਆਲੇ ਤੋਂ ਪਾਣੀ ਵਾਲੀ ਟੈਂਕੀ ਦੇ ਉੱਤੇ ਵੀ ਚੜੇ ਹੋਏ ਨੇ, ਦਿਨ ਰਾਤ ਦਾ ਮੋਰਚਾ ਪਟਿਆਲੇ ਬੇਰੁਜ਼ਗਾਰ ETT ਅਧਿਆਪਕਾਂ ਦਾ ਚੱਲ ਰਿਹਾ। ਔਰ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਦੇ ਜਮਾ ਮੂਹਰੇ ਬੈਠੇ ਨੇ ਗਿੱਲ ਸਾਹਿਬ ਬੇਰੁਜ਼ਗਾਰ B.Ed ਅਧਿਆਪਕ, ਬੇਰੁਜ਼ਗਾਰ PTI DP ਅਧਿਆਪਕ, ਔਰ ਉੱਥੇ ਸਿੱਖਿਆ ਮੰਤਰੀ ਨੂੰ ਉਹਨਾਂ ਨੇ ਵੜਨ ਦਿੱਤਾ। 25 ਦਿਨ ਹੋ ਗਏ ਸਿੱਖਿਆ ਮੰਤਰੀ ਦੀ ਕੋਠੀ 'ਚ ਨਹੀਂ ਵੜਿਆ, ਨਾ ਸਿੱਖਿਆ ਮੰਤਰੀ ਦਾ PA ਵੜਿਆ। ਪੂਰਾ ਅਮਲਾ ਕੋਠੀ ਤੋਂ ਬਾਹਰ ਹੈ ਔਰ ਕੋਠੀ ਦੇ ਬਾਹਰ 'ਚ ਬੈਠੇ ਨੇ, ਦਿਨ ਰਾਤ ਧਰਨਾ ਲਾਈ। ਔਰ ਕੁੜੀਆਂ ਸਾਡੀਆਂ 30 ਸਾਲਾਂ ਦੀਆਂ, 35 ਸਾਲਾਂ ਦੀਆਂ, ਮੁੰਡੇ ਸਾਡੇ ਨੌਜਵਾਨ ਬੇਰੁਜ਼ਗਾਰ ਉੱਥੇ ਬੈਠੇ ਨੇ ਧਰਨਾ ਲਾਈ। ਉਹਨਾਂ ਕੋਲ ਕੋਈ ਬਹੁਤੇ ਸਾਧਨ ਵੀ ਨਹੀਂ, ਕੋਈ ਬਹੁਤੀ ਸਹੂਲਤ ਵੀ ਨਹੀਂ ਹੈ, ਲੇਕਿਨ ਉਹ ਫੇਰ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਯਾਦ ਕਰਾ ਰਹੇ ਨੇ ਕਿ ਘਰ ਘਰ ਨੌਕਰੀ ਦਾ ਵਾਅਦਾ ਕਪਤਾਨ ਸਾਹਿਬ ਤੁਸੀਂ ਕੀਤਾ ਸੀ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਾ ਰਹੇ ਨੇ ਕਿ ਅਸੀਂ ਯੋਗਤਾ ਅਨੁਸਾਰ ਤੁਹਾਡੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਕੀਤੀ, ਅਸੀਂ ਤੁਹਾਡੇ ਸਕੂਲਾਂ ਕਾਲਜਾਂ ਦੇ ਵਿੱਚ B.Ed ETT M.Ed PhD ਤੱਕ ਦੀਆਂ ਡਿਗਰੀਆਂ ਹਾਸਲ ਕੀਤੀਆਂ, ਹੁਣ ਰੁਜ਼ਗਾਰ ਦੇਣ ਵੇਲੇ ਤੁਸੀਂ ਚੁੱਪ ਹੋ। ਤਾਂ ਇਹ ਮਤਲਬ ਜਿਹੜਾ ਉਹ ਸਰਕਾਰ ਨੂੰ, ਪੰਜਾਬ ਵਾਲੀ ਨੂੰ ਵੀ ਘੇਰ ਰਹੇ ਨੇ। ਅੱਜ ਵੀ ਕਾਫੀ ਵੱਡਾ ਕਾਫਲਾ ਸੀ। ਅੱਜ ਮੈਨੂੰ ਪਤਾ ਲੱਗਿਆ ਆਮ ਆਦਮੀ ਪਾਰਟੀ ਦੇ ਆਗੂ ਵੀ ਉਹਨਾਂ ਦੀ ਹਮਾਇਤ ਤੇ ਗਏ ਨੇ। ਉਹ ਨਵੀਂ ਬੀਬੀ ਭਰਤੀ ਕੀਤੀ ਹੈ, ਗਾਇਕਾ ਅਨਮੋਲ ਗਗਨ ਮਾਨ, ਇੱਕ ਇੱਥੋਂ ਸਾਡੇ ਬਰਨਾਲੋ MLA ਹੈ ਮੀਤ ਹੇਅਰ ਜੂਥ ਦਾ ਆਗੂ ਬਣਾਇਆ ਹੋਇਆ। ਹੋਰ ਵੀ ਬਹੁਤ ਸਾਰੇ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਹਮਾਇਤ ਦੇ ਕੇ ਆਏ ਨੇ। ਤਾਂ ਲਗਾਤਾਰ ਉਹਨਾਂ ਦਾ ਕਾਫਲਾ ਵੀ ਹੈ ਜਿਹੜਾ ਉਹ ਵੱਡਾ ਹੋ ਰਿਹਾ ਗਾ। ਸੋ ਸਰਕਾਰਾਂ ਚੌਂ ਪਾਸੇ ਜਿਹੜੀਆਂ ਨੇ
ਉਹ ਘਿਰਦੀਆਂ ਨਜ਼ਰ ਆ ਰਹੀਆਂ ਨੇ। ਜੀ ਗੱਲ ਸਾਹਿਬ, ਸਾਡੇ ਮਾਛੀਵਾੜੇ, ਜਿਹਨੂੰ ਆਮ ਅਸੀਂ ਮਾਛੂਵਾੜਾ ਕਹਿੰਦੇ ਆ, ਉੱਥੇ ਟਰੱਕ ਪਲਟ ਗਿਆ ਜੀ, ਜਵਾਕੜੀ ਕੋਈ ਥੱਲੇ ਆ ਗਈ। ਜੀ ਗੱਲ ਸਾਹਿਬ, ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਕੱਲ ਗੁਜਰਾਤ ਦੇ ਵਿੱਚ ਘਟਨਾ ਵਾਪਰੀ ਸੀ ਵੀ ਗੁਜਰਾਤ ਦੇ ਵਿੱਚ ਗਿੱਲ ਸਾਹਿਬ 15 ਮਜ਼ਦੂਰ ਨੇ ਜਿਹੜੇ ਉਹ ਸੂਰਤ ਦੇ ਵਿੱਚ, ਜਿਹੜਾ ਨਰਿੰਦਰ ਮੋਦੀ ਹੋਰਾਂ ਦਾ ਸੂਬਾ, ਉੱਥੇ ਸੂਰਤ ਦੇ ਵਿੱਚ ਜਿਹੜੇ ਨੇ, ਸੂਰਤ ਤੋਂ ਥੋੜੀ ਜਿਹੀ ਦੂਰ ਇੱਕ ਟਰੱਕ ਸੁੱਤੇ ਪਏ ਮਜ਼ਦੂਰਾਂ ਦੇ ਉੱਤੋਂ ਦੀ ਲੰਘ ਗਿਆ ਔਰ 15 ਮਜ਼ਦੂਰਾਂ ਦੀ ਜਿਹੜੀ ਮੌਤ ਆ ਉਹ ਮੌਕੇ ਦੇ ਉੱਤੇ ਹੋਈ। ਉਦੋਂ ਵੀ ਸਵਾਲ ਉੱਠਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹੀ ਜਾਂਦੀ ਹੈ, 26 ਜਨਵਰੀ ਨੂੰ ਬਹੁਤ ਵੱਡਾ ਪ੍ਰਦਰਸ਼ਨ ਹੋਣਾ ਹੈ ਔਰ ਲਾਲ ਕਿਲੇ ਦੀ ਫਸੀਲ ਤੇ ਖੜ ਕੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੱਡਾ ਸਾਰਾ ਭਾਸ਼ਣ ਵੀ ਕਰਨਾ ਹੈ ਔਰ ਕਹਿਣਾ ਹੈਗਾ ਕਿ ਅਸੀਂ ਡਿਜੀਟਲ ਇੰਡੀਆ ਬਣਨ ਜਾ ਰਹੇ ਹਾਂ, ਦੁਨੀਆ ਦੀ ਵੱਡੀ ਤਾਕਤ ਬਣਨ ਜਾ ਰਹੇ ਹਾਂ, ਲੇਕਿਨ ਲੋਕ ਫੁੱਟਪਾਥਾਂ ਦੇ ਉੱਤੇ ਸੌਂਦੇ ਨੇ। ਔਰ ਅੱਜ ਮਾਛੀਵਾੜਾ ਦੇ ਵਿੱਚ ਗਿੱਲ ਸਾਹਿਬ ਉਹ ਤੋਂ ਅਗਲੀ ਕੱਲ੍ਹ ਵਾਲੀ ਘਟਨਾ ਤੋਂ ਅੱਗੇ ਵਾਧਾ ਹੋਇਆ ਘਟਨਾ ਵਾਪਰੀ। ਝੁੱਗੀਆਂ ਝੋਪੜੀਆਂ ਦੇ ਵਿੱਚ ਸੜਕ ਦੇ ਨਾਲ ਹੀ ਝੁੱਗੀਆਂ ਬਣਾਈਆਂ ਹੋਈਆਂ ਸੀਗੀਆਂ ਗਰੀਬ ਮਜ਼ਦੂਰਾਂ ਨੇ, ਔਰ ਉੱਥੇ ਇੱਕ ਟਰੱਕ ਹੈਗਾ ਜਿਹੜਾ ਉਹ ਝੁੱਗੀਆਂ 'ਚ ਪਲਟ ਗਿਆ, ਜਿਹਦੇ 'ਚ ਇੱਕ 10 ਸਾਲ ਦੀ ਬਾਲੜੀ ਦੀ ਜਿਹੜੀ ਮੌਤ ਆ ਉਹ ਹੋ ਗਈ ਆ। ਉਹਦੇ ਨਾਨਾ ਨਾਨੀ ਨਾਲ ਹੀ ਪਏ ਸੀ ਝੁੱਗੀ 'ਚ, ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਨੇ, ਉਹਨਾਂ ਦੇ ਕਾਫੀ ਸੱਟਾਂ ਵੱਜੀਆਂ ਨੇ। ਤੋਂ ਮਾਛੀਵਾੜਾ ਦੀ ਇਹ ਖਬਰ ਆਈ ਹੈ। ਹੁਣ ਸਵਾਲ ਇਹ ਵੀ ਨੇ ਗਿੱਲ ਸਾਹਿਬ ਵੀ 7 ਦਹਾਕਿਆਂ ਬਾਅਦ ਵੀ ਆਜ਼ਾਦੀਆਂ ਦੇ ਬਾਅਦ ਝੁੱਗੀਆਂ ਝੋਪੜੀਆਂ ਫੁੱਟਪਾਥਾਂ ਦੇ ਉੱਤੇ ਕੁੱਲੀ ਗੁੱਲੀ ਜੁੱਲੀ ਦਾ ਪ੍ਰਬੰਧ ਨਹੀਂ ਕਰ ਸਕੀ ਸਰਕਾਰ, ਔਰ ਗਰੀਬੀ ਤੇ ਗੁਰਬਤ ਭਰੀ ਜ਼ਿੰਦਗੀ ਜਿਹੜੀ ਮਜ਼ਦੂਰ ਨੇ ਉਹ ਜਿਉਣ ਦੇ ਲਈ ਮਜਬੂਰ ਨੇ। ਹੁੰਦਾ ਵਧੀਆ ਸ਼ੈਲਟਰ ਹੋਮ ਹੁੰਦਾ, ਕਿਉਂ ਉੱਥੇ ਉਹ ਟਰੱਕ ਥੱਲੇ ਆ ਕੇ 10 ਸਾਲ ਦੀ ਬਾਲੜੀ ਮਰਦੀ। ਜੀ ਗਿੱਲ ਸਾਹਿਬ, ਸਿਲੀਕਨ ਵੈਲੀ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ, ਪੈਸੇ ਲੱਗਦੇ ਹੁੰਦੇ ਨੇ ਅਰਬਾਂ ਦੇ। ਅੰਬਾਨੀ ਨੇ 27 ਅਰਬ ਡਾਲਰ ਦੇ ਜਿਹੜੇ ਆਪਣੇ ਸਟੇਕ ਸੀ ਫੇਸਬੁੱਕ ਦੇ ਵਿੱਚ, ਗੂਗਲ ਦੇ ਵਿੱਚ, ਸਿਲਵਰ ਲੇਕ ਪਾਰਟਨਰਸ ਦੇ ਵਿੱਚ 27 ਅਰਬ ਦੇ ਅਸਾਸੇ ਵੇਚਿਆ ਮਾਰਚ ਤੋਂ ਨਵੰਬਰ ਤੱਕ। ਪਿਛਲੇ ਸਾਲ ਦੁਨੀਆ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਬੈਂਕਸ ਦਾ ਕਰਜ਼ਾ ਮੋੜ ਨੇ 27 ਅਰਬ ਡਾਲਰ। ਇਹ ਲੱਗਦਾ ਹੀ ਹੁੰਦਾ ਕਿ ਬਹੁਤ ਵੱਡੇ, ਬਹੁਤ ਧਨਾੜ ਨੇ। ਇਸ ਸਮੇਂ ਦਾ ਪਤਾ ਨਹੀਂ ਇਹਨੇ ਕਿੱਧਰ ਨੂੰ ਤੁਰ ਜਾਣਾ, ਸੋ ਕਰੜੇ ਰਹਿਣ ਦੀ ਗੱਲ ਹੈ। ਤੇ ਅਖੀਰ ਦੇ ਵਿੱਚ ਆਪਣੇ ਪਿੰਡਾਂ ਦੀ ਖਬਰ ਦਿਓ ਜੀ। ਸੇਵਾ ਸਿੰਘ ਠੀਕਰੀਵਾਲ, ਉਹਨਾਂ ਦਾ ਸ਼ਹੀਦੀ ਜਿਹੜਾ ਦਿਹਾੜਾ, ਜਿਨ੍ਹਾਂ ਦੇ ਪੜਪੋਤੇ ਸਰਦਾਰ ਜਗਮੀਤ ਸਿੰਘ ਇੱਥੇ ਆਫੀਸ਼ੀਅਲ ਆਪੋਜੀਸ਼ਨ ਦੇ ਲੀਡਰ ਨੇ, ਤੇ ਠੀਕਰੀਵਾਲ ਪਿੰਡ 'ਚ ਸ਼ਹੀਦੀ ਦਿਹਾੜਾ ਤਾਂ ਮਨਾਇਆ ਗਿਆ, ਪਰ ਉੱਥੋਂ ਜਿਹੜੀ ਜੱਗੋਂ 13ਵੀਂ ਹੋਈ ਰਾਜਨੀਤਿਕ ਬੰਦਿਆਂ ਨਾਲ, ਉਹਦੀ ਦੋ ਖਬਰ। ਜੀ ਗੱਲ ਸਾਹਿਬ, ਇਹ ਵੀ ਪਹਿਲੀ ਵਾਰ ਹੋਇਆਗਾ। ਦੇਖੋ ਬਹੁਤ ਕੁਛ ਐਤਕੀ ਪਹਿਲੀ ਵਾਰ ਹੋ ਰਿਹਾ ਹੈਗਾ, ਚੀਜ਼ਾਂ ਬਹੁਤ ਤੇਜ਼ੀ ਦੇ ਨਾਲ ਬਦਲ ਰਹੀਆਂ ਨੇ। ਇਸ ਕਿਸਾਨ ਲਹਿਰ ਨੇ ਪੰਜਾਬ ਦਾ ਜਿਹੜੀ ਆਬੋ ਹਵਾ ਉਹ ਚੇਂਜ ਕਰਕੇ ਰੱਖ ਦਿੱਤੀ ਹੈ। ਗਿੱਲ ਸਾਹਿਬ, ਠੀਕਰੀਵਾਲਾ ਦੇ ਵਿੱਚ ਮੈਂ ਪੜ੍ਹਦਾ ਹੁੰਦਾ ਇੱਥੇ, ਔਰ ਇੱਥੇ ਹਰ ਸਮੇਂ ਦਾ ਮੁੱਖ ਮੰਤਰੀ ਹੁੰਦਾ ਜਿਹੜਾ ਉਹ ਇੱਥੇ ਪਹੁੰਚਦਾ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਜਿੰਨੇ ਵਾਰ ਮੁੱਖ ਮੰਤਰੀ ਬਣਿਆ, ਹਰ ਵਾਰ 18, 19, 20 ਜਨਵਰੀ ਨੂੰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਪੂਰਾ ਇਲਾਕਾ ਜੁੜਦਾ। ਸਾਡੇ ਇਲਾਕੇ ਦਾ ਸਭ ਤੋਂ ਵੱਡੀ ਸਭਾ ਕਹਿੰਦੇ ਨੇ, ਸਾਡੇ ਇਲਾਕੇ ਦੇ ਵਿੱਚ ਸਭਾ ਜੁੜਦੀ ਹੈ ਇੱਥੇ, ਔਰ ਇੱਥੇ ਹਰ ਮੁੱਖ ਮੰਤਰੀ ਆ ਕੇ ਇੱਥੇ ਐਲਾਨ ਕੁਛ ਕਰਦਾ ਹੁੰਦਾ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਤਾਂ ਸਵਾਲ ਪੈਦਾ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਾਦੇ ਨੇ ਜਿਹੜਾ ਨੇ ਉਹ ਸੇਵਾ ਸਿੰਘ ਠੀਕਰੀਵਾਲਾ ਦਾ ਕਾਤਲ ਸੀ, ਔਰ ਸੇਵਾ ਸਿੰਘ ਠੀਕਰੀਵਾਲਾ ਨੇ ਸ਼ਹਾਦਤ ਜਦੋਂ ਪਰਜਾ ਮੰਡਲ ਲਹਿਰ ਦੇ ਤੌਰ ਦੇ ਉੱਤੇ ਦਿੱਤੀ ਤਾਂ ਉਦੋਂ ਉਹ ਮਹਾਰਾਜਾ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਦਾਦਾ। ਤਾਂ ਕਿਉਂ ਫਿਰ ਕੀ ਕੈਪਟਨ ਅਮਰਿੰਦਰ ਸਿੰਘ ਆਊ, ਉਦੋਂ ਸਵਾਲ ਉੱਠਿਆ। ਤਾਂ ਗਿੱਲ ਸਾਹਿਬ, ਪਿੰਡ ਦੇ ਵਿੱਚ ਬਹੁਤ ਵਿਰੋਧ ਹੋਇਆ, ਪਿੰਡ 'ਚ 2 ਧਿਰਾਂ ਬਣੀਆਂ, ਪਰ ਕੈਪਟਨ ਅਮਰਿੰਦਰ ਸਿੰਘ ਇੱਥੇ ਆਇਆ ਔਰ ਇੱਥੇ ਆ ਕੇ ਬੋਲ ਕੇ ਗਿਆ, ਔਰ ਉਦੋਂ ਵੀ ਨਹੀਂ ਰੁਕਿਆ। ਲੇਕਿਨ ਹੁਣ ਇਸ ਵਾਰ ਕਿਸਾਨ ਲਹਿਰ ਨੇ ਲੋਕਾਂ ਨੂੰ ਇੰਨਾ ਚੇਤਨ ਕਰਤਾ ਵੀ ਪਿੰਡ ਦੇ ਲੋਕਾਂ ਨੇ ਪਹਿਲਾਂ ਹੀ ਸਭਾ ਤੋਂ ਜਿਹੜਾ ਉਹ ਪੋਸਟਰ ਲਾਤੇ, ਬੈਨਰ ਲਾਤੇ ਵੀ ਇਸ ਵਾਰ ਕੋਈ ਰਾਜਨੀਤਿਕ ਪਾਰਟੀ ਨਹੀਂ ਆਊ, ਹਰ ਸਾਰੀਆਂ ਰਾਜਨੀਤਿਕ ਵੋਟਾਂ ਵਾਲੀਆਂ ਪਾਰਟੀਆਂ ਦਾ ਬਾਈਕਾਟ। ਲੇਕਿਨ ਔਰ ਕਿਸਾਨ ਆਗੂ ਬੋਲਣਗੇ, ਕਿਸਾਨਾਂ ਦੇ ਹਮਾਇਤੀ ਬੋਲਣਗੇ। ਤਾਂ ਇਹ ਇੱਕ ਵੱਡੀ ਗੱਲ ਜਿਹੜੀ ਸਭਾ ਦੇ ਉੱਤੇ ਹੋਈ ਆ, ਪਹਿਲੀ ਵਾਰ ਹੋਈ ਆ ਗਿੱਲ ਸਾਹਿਬ, ਨਹੀਂ ਕਦੇ ਇਸ ਤਰੀਕੇ ਦੇ ਨਾਲ ਨਹੀਂ ਹੋਇਆ। ਜਦੋਂ ਪਿੰਡ ਵਾਲਿਆਂ ਨੂੰ ਪੁੱਛਦੇ, ਬਹੁਤ ਵਾਰ ਸਵਾਲ ਵੀ ਪੁੱਛੇ ਉੱਥੇ ਠੀਕਰੀਵਾਲਾ ਦੇ ਵਿੱਚ ਕਿ ਭਾਈ ਮਤਲਬ ਜਿਹੜੇ ਸੇਵਾ ਸਿੰਘ ਦੇ ਕਾਤਲ ਨੇ ਤੁਸੀਂ ਉਹਨਾਂ ਨੂੰ ਸੱਦੀ ਜਾਂਦੇ ਹੋ, ਜਿਨ੍ਹਾਂ ਨਾਲ ਸੇਵਾ ਸਿੰਘ ਦੀ ਸੋਚ ਨਹੀਂ ਰਲਦੀ ਤੁਸੀਂ ਉਹਨਾਂ ਨੂੰ ਸੱਦੀ ਜਾਂਦੇ ਹੋ। ਪਿੰਡ ਵਾਲੇ ਕਹਿੰਦੇ ਵੀ ਅਸੀਂ ਜੀ ਸੇਵਾ ਸਿੰਘ ਦੇ ਨਾਂ ਦੇ ਉੱਤੇ ਸੰਸਥਾਵਾਂ ਵੀ ਚਲਾਉਣੀਆਂ ਨੇ, ਅਸੀਂ ਪਿੰਡ ਦਾ ਵਿਕਾਸ ਵੀ ਕਰਵਾਉਣਾ, ਇਹ ਜ਼ਰੂਰੀ ਹੈ। ਲੇਕਿਨ ਇਸ ਵਾਰ ਉਹਨਾਂ ਨੇ ਸਾਰਾ ਕੁਛ ਤਿਆਗ ਦਿੱਤਾ, ਔਰ ਇਸ ਵਾਰ ਬਹੁਤ ਵਧੀਆ ਗੱਲ ਆ ਗਿੱਲ ਸਾਹਿਬ ਜਿਹੜੀ ਉਹ ਹੋਈ ਹੈ। ਉੱਥੋਂ ਦੀ ਪ੍ਰਬੰਧਕ ਕਮੇਟੀ ਇਹਦੇ ਲਈ ਵਧਾਈ ਦੀ ਪਾਤਰ ਹੈ। ਨੌਜਵਾਨ ਸਰਪੰਚ ਆ ਉੱਥੇ ਦਾ ਮੁੰਡਾ, ਮੇਰੇ ਨਾਲ MSc BEd ਕਰਦਾ ਸੀ,
ਤਾਂ ਇਹ ਵੀ ਇੱਕ ਵੱਡੀ ਪ੍ਰਾਪਤੀ ਜਿਹੜੀ ਉੱਥੇ ਹੋਈ। ਅੱਜ ਗਿੱਲ ਸਾਹਿਬ ਉੱਥੇ ਜਿਹੜਾ ਅਜਮੇਰ ਸਿੰਘ ਜੀ ਆਏ, ਜਿਹੜੇ ਸਿੱਖ ਚਿੰਤਕ ਨੇ, ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਆਏ, ਲੱਖਾ ਸੁਧਾਣਾ, ਦੀਪ ਸਿੱਧੂ, ਇਹ ਸਾਰੇ ਬੋਲ ਕੇ ਗਏ ਨੇ ਉੱਥੇ ਸਭਾ ਦੇ ਉੱਤੇ। ਔਰ ਇਸ ਵਾਰ ਜਿਹੜਾ ਵੱਖਰੇ ਤਰ੍ਹਾਂ ਦਾ ਦ੍ਰਿਸ਼ ਜਿਹੜਾ ਉਹ ਸਭਾ ਦੇ ਉੱਤੇ ਦੇਖਣ ਨੂੰ ਮਿਲਿਆ ਜੀ। ਅਖੀਰ ਦੇ ਵਿੱਚ ਜੀ ਆਉਣ ਵਾਲੇ 2 ਦਿਨਾਂ ਦੇ ਵਿੱਚ, ਅੱਜ ਹੁਣ ਤੁਹਾਡੇ 20 ਦੀ ਰਾਤ ਹੋ ਗਈ, 21 ਤੇ 22 ਨੂੰ ਪੰਜਾਬ ਦੇ ਵਿੱਚੋਂ ਟਰੈਕਟਰ ਤੁਰਨਗੇ। ਤੁਹਾਡੇ ਰਾਹੀਂ ਸੁਨੇਹਾ ਜਿਹੜਾ ਕੱਲ੍ਹ ਵੀ ਪਹੁੰਚਦਾ ਰਿਹਾ ਮੈਨੂੰ ਤੇ ਹੁਣ ਵੀ ਪਹੁੰਚਦਾ ਰਿਹਾ ਵੀ ਤੁਸੀਂ ਆਪਣੇ ਤੌਰ ਤੇ ਜਿੱਥੇ ਤੱਕ ਤੁਹਾਡੀ ਪਹੁੰਚ ਹੈ, ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਰਾਹੀਂ ਮਤਲਬ ਇਸ ਸੰਘਰਸ਼ ਦੇ, ਤੇ ਤੁਸੀਂ ਆਪਣੇ ਤਰੀ ਇਹ ਸੁਨੇਹਾ ਦੇਣਾ ਕਿ ਜਾਣਾ ਆਪਾਂ, ਜਾਣ ਵੇਲੇ ਨੁਕਸਾਨ ਨਾ ਕਿਸੇ ਦਾ ਹੋ ਜਾਵੇ। ਪਤਾ ਨਹੀਂ ਆਉਣ ਵਾਲੇ ਦਿਨ 'ਚ 1 ਜਾਂ 2 ਦਿਨਾਂ 'ਚ ਸੜਕਾਂ 'ਤੇ ਕਿਹੋ ਜਿਹੇ ਹਾਲਾਤ ਹੋਣਗੇ, ਤੇ ਨਾਲ ਕੋਈ ਅਣਪਛਾਤਾ ਵਹੀਕਲ ਜਿਹੜਾ ਉੱਥੇ ਇਕੱਠ ਦੇ ਵਿੱਚ ਜਦ ਕੋਈ ਖੜ੍ਹਦਾ ਹੈ ਉਹਦਾ ਜ਼ਰੂਰ ਖਿਆਲ ਰੱਖਣਾ ਬਈ ਉੱਥੇ ਕੋਈ ਟਰੈਕਟਰ, ਕੋਈ ਟਰੱਕ ਬਾਰਡਰਾਂ 'ਤੇ ਇਕੱਲਾ ਜੇ ਕੋਈ ਖੜ੍ਹ ਜਾਵੇ ਉਹਨਾਂ 'ਤੇ ਨਿਗਾਹ ਰੱਖਣੀ ਹੈ। ਇਹ ਇੱਕ ਸੁਨੇਹਾ ਜੀ ਅਖੀਰ 'ਚ। ਸ਼ੁਕਰੀਆ ਜੀ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਐਡੀ ਦੂਰ ਬੈਠ ਕੇ ਐਡੀ ਚਿੰਤਾ ਜਿਹੜੀ ਪੰਜਾਬ ਦੀ ਕਰ ਰਹੇ ਹੋ। ਸਾਰੇ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਹਿਰ ਦੇ ਵਿੱਚ, ਬਹੁਤ ਵੱਡਾ। ਉਹ ਵੀ ਪਹਿਲਾਂ ਵੀ ਪ੍ਰਵਾਸੀ ਪੰਜਾਬੀਆਂ ਨੇ ਕਦੇ ਹਮੇਸ਼ਾ ਦਿਲ ਖੋਲ ਕੇ ਮਦਦ ਕੀਤੀ ਹੈ। ਕਰੋਨਾ ਵਾਇਰਸ ਦੀ ਪਿੱਛੇ ਜੇ ਮਹਾਮਾਰੀ ਚੱਲੀ ਉਦੋਂ ਥੋੜਾ ਪ੍ਰਵਾਸੀ ਪੰਜਾਬੀਆਂ ਨੂੰ ਮਹਿਸੂਸ ਹੋਇਆ ਸੀ, ਲੇਕਿਨ ਉਸ ਤੋਂ ਬਾਅਦ ਸਾਰਾ ਕੁਝ ਭੁੱਲ ਭੁਲਾ ਕੇ ਫਿਰ ਦਿਲ ਖੋਲ ਕੇ ਮਦਦ ਕਰ ਰਹੇ ਨੇ। ਸੋ ਬਹੁਤ ਵਧੀਆ, ਬਹੁਤ ਚੰਗੀ ਗੱਲ ਹੈ ਇਹ ਪ੍ਰਵਾਸੀ ਪੰਜਾਬੀਆਂ ਦੀ ਜੀ। ਧੰਨਵਾਦ। ਤੇ ਕੱਲ ਨੂੰ 9:15 ਵਜੇ ਫਿਰ ਮੁਲਾਕਾਤ ਹੋਏਗੀ। ਰੱਬ ਰਾਖਾ। ਸ਼ੁਕਰੀਆ ਜੀ। ਸਰਦਾਰ ਨਵਕਿੰਨ ਸਿੰਘ ਪੱਤੀ ਪਿੰਡ ਬਰਨਾਲੇ ਤੋਂ ਗੱਲਬਾਤ ਕਰ ਰਹੇ ਸੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਹੋਏਗੀ, ਖਬਰਾਂ ਤੋਂ ਪਹਿਲਾਂ ਜਿੰਨਿਆਂ ਕੁ ਦੇ ਨਾਲ, ਤੇ ਖਬਰਾਂ ਤੋਂ ਬਾਅਦ 2-4 ਕਾਲਰ ਹੋਰ। ਫਿਰ ਹਰਮਨ ਕੰਦੋਲਾ ਵਕੀਲ ਨੇ ਜਿਹੜੇ, ਉਹਨਾਂ ਨੇ ਇੱਕ ਵੱਡਾ ਲੇਖ ਲਿਖਿਆ ਕਿ ਗੋਦੀ ਮੀਡੀਆ ਸਿੱਖ ਪੋਲੀਟੀਸ਼ੀਅਨ ਨੇ ਜਿਹੜੇ ਦੁਨੀਆ ਦੇ ਵਿੱਚ ਉਹਨਾਂ ਨੂੰ ਕਿਵੇਂ ਬਰਬਾਦ, ਉਹਨਾਂ ਦਾ ਰਾਜਨੀਤਿਕ ਸਫ਼ਰ ਜਿਹੜਾ ਹੈ ਉਸ ਨੂੰ ਕਿਵੇਂ ਖਰਾਬ ਕਰ ਰਿਹਾ। ਜਿਹੜੇ ਦਿਖਦੇ ਸਿੱਖ ਨੇ, ਦਾੜੀ ਕੇਸ ਵਾਲੇ, ਉਹਨਾਂ ਨੂੰ ਟਾਰਗੇਟ ਦੀ ਗੱਲ ਉਹਨਾਂ ਨੇ ਲਿਖੀ ਹੈ। ਤੇ ਮੁੜ ਕੇ ਆਉਣਾ ਤੁਹਾਡੀਆਂ ਕਾਲ ਜੀ ਖਬਰਾਂ ਤੋਂ ਪਹਿਲਾਂ ਜਿਹੜੀਆਂ 1-2 ਕਾਲਰ ਮੈਂ ਲੈ ਸਕਦਾ। ਸੰਖੇਪ ਰੱਖਿਓ, ਸਾਰਿਆਂ ਨਾਲ ਗੱਲ ਹੋ ਜਾਵੇ। ਰਾਜਸਥਾਨੀ ਸਾਹਿਬ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਸਥਾਨੀ ਸਾਹਿਬ। ਦੇਖੋ, ਕੱਲ ਮੈਂ ਰੱਖਿਆ ਸੀ ਪ੍ਰਸਤਾਵ ਵੀ ਜਿਹੜੇ ਪੜ੍ਹੇ ਲਿਖੇ ਕਿਸਾਨ ਆ ਉਹਦੇ ਬਾਰੇ ਤੁਹਾਨੂੰ ਮੈਂ ਦੱਸਿਆ ਸੀ। ਬਿਲਕੁਲ ਦੱਸਿਆ ਸੀ ਤੁਸੀਂ। ਇੱਥੇ ਮੈਂ ਪੁੱਛਿਆ, ਬੜਾ ਚਿਰ ਹੋ ਗਿਆ ਤੁਹਾਡੇ ਬਾਰੇ, ਕਹਿੰਦਾ ਵੀ ਇਹ ਤਾਂ ਜਿਹੜਾ ਰੇਡੀਓ ਬੜਾ ਵਧਿਆ, ਇਹ ਹੋਸਟ ਬਹੁਤ ਵਧੀਆ ਹੈਗਾ। ਤੇ ਤੁਸੀਂ ਹੁਣ ਦੇਖ ਲਓ ਵੀ ਕੋਈ ਤੁਹਾਡੇ ਕੋਲ ਕਿਹੜਾ PhD ਦੀ ਡਿਗਰੀ ਆ, ਇਹ ਦਿਮਾਗ ਹੁੰਦਾ ਤਾਂ ਨਾਰਮਲ, ਮਤਲਬ ਤੁਹਾਡੇ ਕੋਲ ਸਟੱਡੀ ਹੈਗੀ ਆ, ਕਿੰਨਾ ਵਧੇ ਹੈਗੇ, ਕਿੰਨਾ ਤਜਰਬਾ ਹੋ ਗਿਆ ਤੁਹਾਨੂੰ। ਇਸ ਤਰ੍ਹਾਂ ਜਿਹੜਾ ਧਰਤੀ ਪੁੱਤਰ ਕਿਸਾਨ ਆ, ਇਹ ਧਰਤੀ ਦਾ ਅਰਥ ਸ਼ਾਸਤਰੀ ਬਣਿਆ, ਪੜ੍ਹੇ ਲਿਖੇ ਕਿਸਾਨ। ਸਾਨੂੰ ਮਿੱਟੀ ਫਰੋਲਦਿਆਂ ਨੂੰ ਸਦੀਆਂ ਹੋ ਗਈਆਂ। ਧਰਤੀ ਪੁੱਤਰ ਕਿਸਾਨ ਇਹਨੂੰ ਮੋਢਾ ਵੀ ਆਂਦਾ ਤਾਂ ਕਹਿੰਦੇ ਆ, ਇਹ ਅਰਥ ਸ਼ਾਸਤਰੀ ਹੈਗਾ ਧਰਤੀ ਦਾ। ਉਹ ਪੜ੍ਹੇ ਲਿਖੇ ਕਿਸਾਨ ਹੁਣ ਭਾਰਤ ਦੇ ਵਿੱਚ ਜਾਗਰਤ ਹੋਏ ਹੈਗੇ ਆ। ਇਸ ਗੱਲ ਦੀ ਸਭ ਤੋਂ ਵੱਡੀ ਖੁਸ਼ੀ, ਇਹ ਖੁਸ਼ੀ ਦੀ ਖਬਰ ਆ ਸਭ ਤੋਂ ਵੱਡੀ, ਜਿੱਦਾਂ ਵੀ ਅਸੀਂ ਜਾਗਰਤ ਹੋਏ ਹੈਗੇ ਆ। ਤੇ ਹੁਣ ਜਿਹੜਾ ਉਹਨਾਂ ਨੇ ਸਪਲਾਈ ਲਾਈਨ ਕੱਟਣ ਦੀ ਭਾਰਤ BJP ਨੇ ਜਾਂ ਭਾਰਤ ਸਰਕਾਰ ਨੇ ਕਿਸਾਨਾਂ ਤੇ ਲਾਈ ਸੀ ਵੀ ਸਪਲਾਈ ਲਾਈਨ ਜਿਹੜੀ ਪੰਜਾਬ ਦੀ ਆ ਇਹ ਕੱਟ ਦਿੱਤੀ ਜਾਵੇ, ਜਿਹੜੀ ਇੱਥੋਂ ਜਾਂਦੀ। ਤੁਸੀਂ ਵੀ ਕੀਤੀ ਸਪਲਾਈ ਲਾਈਨ, ਤੇ ਹੋਰਨਾਂ ਜਥੇਬੰਦੀਆਂ, ਕੋਈ ਦੁੱਧ, ਕੋਈ ਕਿਵੇਂ ਵੀ ਉਹਨਾਂ ਤੋਂ NIR ਲਾ ਕੇ ਸਪਲਾਈ ਲਾਈਨ ਕੱਟੋ ਇਹਨਾਂ ਦੀ। ਜੇ ਹੁਣ ਤਾਂ ਸਪਲਾਈ ਲਾਈਨ ਨਾਮ ਕਈਆਂ ਨੇ ਇਹ ਸੁਝਾਅ ਦਿੱਤਾ ਵੀ ਜੇ ਸਪਲਾਈ ਲਾਈਨ ਪਹਿਲਾਂ ਬੰਦ ਕਰ ਦਿੰਦੇ ਤੇ ਆਪੇ ਭੁੱਖੇ ਮਰਦੇ ਪਿੱਛੇ ਹਟ ਜਾਂਦੇ। ਤੇ ਇਹ ਦੇਖੋ ਸਰਕਾਰ ਦੀਆਂ ਸਕੀਮਾਂ ਮਤਲਬ ਫੇਲ ਕਰਨ ਦੀਆਂ। ਤਾਂ ਸਪਲਾਈ ਲਾਈਨ ਜਿਹੜੇ ਸਪਲਾਇਰ ਸੀਗੇ ਉਹਨਾਂ ਦੇ ਉੱਤੇ NIR ਦੇ ਨੋਟਿਸ ਭੇਜ ਦਿੱਤੇ ਗਏ ਵੀ ਤੁਸੀਂ ਦੱਸੋ ਆ ਕੇ ਵੀ ਤੁਸੀਂ ਕਿਉਂ ਸਪੋਰਟ ਕਰਦੇ ਆ ਖਾਲਸਾ ਏਡ ਵਗੈਰਾ। ਉਹਨਾਂ ਤੇ ਵੀ ਇਹ ਕਿੰਤੂ ਹੋਇਆ। ਤਾਂ ਇਹ ਇੱਕ ਵੱਡਾ ਹਮਲਾ ਸੀਗਾ। ਹੁਣ ਸਾਰੇ ਹਮਲੇ ਹੋ ਚੁੱਕੇ ਆ, 1-2 ਹਮਲੇ ਰਹਿੰਦੇ, ਉਹ ਮੈਂ ਅਨਾਊਂਸ ਨਹੀਂ ਕਰ ਸਕਦਾ। ਤੇ ਉਹ ਹੋਣੇ ਪੰਜਾਬ ਤੇ ਹੈਗੇ ਉਹ, ਤੇ ਜਿਹੜੇ ਬਾਕੀ ਦੀਆਂ ਸਟੇਟਾਂ ਭਾਰਤ ਦੀਆਂ ਉਹਨਾਂ ਤੇ ਨਹੀਂ ਹੋਣੇ ਪੰਜਾਬ ਤੇ ਹੈਗਾ। ਆਸਬੰਦ ਥੋੜੀ ਜਿਹੀ ਹੈਗੀ ਆ ਸਰਕਾਰ ਨੂੰ ਵੀ ਕੋਈ ਨਾ ਕੋਈ ਇੱਥੋਂ ਬਿੱਲ ਨਿਕਲ ਆਊਗੀ। ਅਗਰ ਇਹ ਬਿੱਲ ਨਹੀਂ ਨਿਕਲਦੀ ਤੇ ਫਿਰ 90% ਜਿਹੜਾ ਹੈਗਾ ਜਿਹੜਾ ਕਿਸਾਨ ਅੰਦੋਲਨ ਆ ਨਾ, ਇਹ 70-80 ਦੇ ਉੱਤੇ ਇਸ ਵੇਲੇ ਡਿਫੈਂਸ ਦੇ ਵਿੱਚ ਆ ਗਿਆ ਹੈਗਾ। ਆਫੈਂਸ ਦੇ ਵਿੱਚ ਸਰਕਾਰ ਆ ਗਈ, ਮੋਦੀ ਸਰਕਾਰ ਇਸ ਵੇਲੇ ਬਿਲਕੁਲ। ਰਾਜਸਥਾਨੀ ਸਾਹਿਬ, ਜਿਹੜਾ ਅੰਨਾ ਹਜ਼ਾਰੇ ਹੈ
ਉਹ ਵੀ ਪਾਉ ਚਿੱਬ ਕੋਈ ਆ ਕੇ? ਉਦੋਂ ਤਾਂ ਸਾਰਾ ਚਾਲੂ ਹੋਇਆ ਕੰਮ। ਜੇ ਉਹ ਆ ਜਾਂਦਾ, ਜਿਹੜੀ ਉਹਨੇ ਧਮਕੀ ਦਿੱਤੀ ਹੈ ਨਾ ਵੀ ਮੇਰਾ ਅੰਤਿਮ ਫੈਸਲਾ ਇਹ, ਉਹਦੇ ਮਰਨਾ ਮਹਾਰਾਸ਼ਟਰ ਤਾਂ ਫੂਕ ਦੂ ਇਹਨਾਂ ਨੂੰ। ਇਹੋ ਜਿਹਾ ਸਟੇਟ ਆ ਮਹਾਰਾਸ਼ਟਰ, ਤੈਨੂੰ ਪਤਾ ਜਿਹੜੇ ਹੈ ਆਪਣੇ ਸ਼ਿਵ ਸੈਨਾ, ਉਹ ਸ਼ਿਵ ਸੈਨਾ ਦੇ ਉਹਦੇ ਬਿਠਾ ਕੇ ਕਿਹਾ ਮੋਦੀ ਨੂੰ, ਕਹਿੰਦਾ ਵੀ ਬੰਦਾ ਬਣ ਕੇ ਫੈਸਲਾ ਕਰ ਲਾ, ਨਹੀਂ ਇਹਦੇ ਅੰਜਾਮ ਬਹੁਤ ਮਾੜੇ ਨਿਕਲਣਗੇ। ਮਹਾਰਾਸ਼ਟਰ ਮਗਰ ਆ ਉਹਦੇ ਸਾਰਾ। ਠੀਕ ਹੈ ਜੀ, ਐਸੀ ਗੱਲ ਨਹੀਂ ਹੈ। ਉਹ ਫੈਸਲੇ ਦੇ ਲਗਭਗ ਨੇੜੇ ਪਹੁੰਚ ਗਏ। ਅਸੀਂ ਪਰਮਾਤਮਾ ਸੁੱਖ ਰੱਖੇ। ਬਾਕੀ ਗੁਰੂ ਗੋਬਿੰਦ ਸਿੰਘ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਬਿਲਕੁਲ ਜੀ ਜੀ, ਤੁਸੀਂ ਇਹਦੇ ਬਾਰੇ ਬਹੁਤ ਹੀ ਕੁਝ ਦੱਸਿਆ, ਗੱਲਬਾਤ ਸਾਰੀ। ਇਹ ਸਭ ਤੋਂ ਵੱਡੀ ਖਬਰ ਸਾਡੀ ਇਹ ਵੀ ਹੈਗੀ, ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀ ਵਧਾਈ ਸਾਰੇ ਸਮੂਹ ਜਗਤ ਨੂੰ। ਇਹੋ ਜਿਹਾ ਮਹਾਨ ਸੰਤ ਸਿਪਾਹੀ ਤੇ ਬਹੁਤ ਹੀ ਕੁਛ ਹੈਗਾ, ਜਿੱਦੇ ਮੈਂ ਕਹਿ ਨਹੀਂ ਸਕਦਾ, ਲੰਮਾ ਹੋ ਜੀ ਤਾਂ ਆਖਿਓ ਗੁਰੂ ਗੋਬਿੰਦ ਸਿੰਘ ਬਾਰੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਧੰਨਵਾਦ ਰਾਜਸਥਾਨੀ ਸਾਹਿਬ, ਥੈਂਕ ਯੂ। ਸਾਹਿਬ ਮਕਾਨ ਸਿੰਘ ਗਿੱਲ, ਲਾਈਨ ਨੰਬਰ 3। ਗਿੱਲ ਸਾਹਿਬ ਬਹੁਤ ਸਤਿਕਾਰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਦੇਖੋ, ਤੁਸੀਂ ਵੈਸੇ ਬਹੁਤ ਵਧੀਆ ਕਰ ਰਹੇ ਹੋ। ਬਹੁਤ ਪੱਟੀ ਸਾਹਿਬ ਵੀ ਬਹੁਤ ਸੋਹਣੇ ਵਿਚਾਰ ਲੈ ਕੇ ਆਉਂਦੇ ਤੇ ਖਬਰਾਂ ਦੇ ਹਿਸਾਬ ਦੇ ਨਾਲ, ਤੇ ਕੁਛ ਉਹਨਾਂ ਦੇ ਆਪ ਦੇ ਵੀ ਵਿਚਾਰ ਹੁੰਦੇ ਆ। ਸੋ ਜਿੱਥੋਂ ਤੱਕ ਮੈਂ ਸੋਚਦਾ ਹੈ ਕਿ ਸਰਕਾਰ ਇਹ ਰਾਹ ਲੱਭਦੀ ਆ, ਸਿਰਫ ਇੱਕੋ ਚੀਜ਼ ਤੇੜੀ ਹੋਈ ਹੈ ਕਿ ਜੇ ਬਿੱਲ ਵਾਪਸ ਲੈਣੇ ਦਾ, ਜਿਹੜਾ ਸਾਡਾ ਮੋਦੀ ਦਾ ਤੇ ਅਮਿਤ ਸ਼ਾਹ ਦੀ ਜੋੜੀ ਦਾ ਜਿਹੜਾ ਇਹ ਹੈ ਕਿ ਇਹ ਕਦੇ ਪਿੱਛੇ ਨਹੀਂ ਹਟੇ, ਉਹ ਪਿੱਛੇ ਫਿੱਕਾ ਪੈਂਦਾ ਜਾਂਦਾ ਦੀਦਾ। ਲੇਕਿਨ ਇਹਦੇ ਲਈ ਮੈਨੂੰ ਇਹ ਅਜੇ ਵੀ ਮੈਨੂੰ ਆਸਵੰਦ ਹੈ ਕਿ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਥੋੜੀ ਜਿਹੀ ਪ੍ਰਪੋਜ਼ਲ ਹੋਰ ਹੋ ਕੇ, ਜਿਵੇਂ ਪੱਟੀ ਸਾਹਿਬ ਦੱਸਦੇ ਸੀ ਕਿ ਇਹਨੂੰ 4-5 ਸਾਲ ਤੇ ਵਧਾ ਕੇ, ਤੇ ਕੁਛ ਉਹ ਇਹ ਸੋਚਣ ਕਿ ਜੇ MSP ਸਾਰੇ ਹਿੰਦੁਸਤਾਨ ਦੇ ਵਿੱਚ ਕਾਨੂੰਨ ਬਣਾ ਦੇਣ ਤੇ ਸਰਕਾਰੀ ਖਰੀਦ ਦਾ ਹੋ ਜੇ ਕੰਮ, ਤੇ ਮੇਰਾ ਖਿਆਲ ਇਹਨਾਂ ਕਾਨੂੰਨਾਂ ਦੀ ਕੋਈ ਇੱਜ਼ਤ ਨਹੀਂ ਰਹਿ ਜਾਂਦੀ। ਬਾਕੀ ਸਾਨੂੰ ਸਭ ਤੋਂ ਵੱਧ ਯਕੀਨ ਨਾ ਮੈਂ ਆਪਣੇ ਵਿਚਾਰ ਤੇ ਨਾ ਕਿਸੇ, ਮੇਰਾ ਖਿਆਲ ਹੋ ਸਾਨੂੰ ਕਾਲਰ ਨੂੰ, ਸਾਨੂੰ ਉਹਨਾਂ ਦੇ ਸਾਡੇ ਲੀਡਰਾਂ ਤੇ ਯਕੀਨ ਰੱਖਣਾ ਚਾਹੀਦਾ ਹੈ। ਉਹ ਬਹੁਤ ਸਮਝਦਾਰ ਹੈ ਔਰ ਉਹਨਾਂ ਨੇ ਬਹੁਤ ਸੋਚ ਵਿਚਾਰ ਕੇ ਕੀਤਾ ਹੈ। ਜਿਹੜੇ 2-2.5 ਮਹੀਨੇ ਤੋਂ ਉੱਥੇ ਬੈਠੇ ਤੇ ਉਦੋਂ ਪਹਿਲਾਂ ਪੰਜਾਬ 'ਚ ਰੱਖੇ, ਸਾਨੂੰ ਬਿਲਕੁਲ 100% ਉਹਨਾਂ ਤੇ ਯਕੀਨ ਕਰਨਾ ਚਾਹੀਦਾ ਕਿ ਸਾਨੂੰ ਆਪਣੇ ਵਿਚਾਰ ਦੇਣ ਤੋਂ ਹੋਰ ਵਿਚਾਰ ਦੇਈਏ। ਅਸੀਂ ਉਹਨਾਂ ਨੂੰ ਇਹਨਾਂ ਕਾਨੂੰਨਾਂ ਦੇ ਮੰਨਣ ਦੇ ਜਾਂ ਨਾ ਮੰਨਣ ਦੇ ਜਾਂ ਕੀ ਮੰਗ ਰੱਖਣੀ ਹੈ, ਅਸੀਂ ਆਪਣੇ ਵੱਲੋਂ ਕੋਈ ਸਲਾਹ ਨਾ ਦੇਈਏ। ਤੇ ਬਾਕੀ ਮੈਂ ਉਮੀਦ ਹੈ ਕਿ ਪ੍ਰਮਾਤਮਾ ਜਿੱਤ ਬਖਸ਼ੂਗਾ। ਬਹੁਤ ਧੰਨਵਾਦ ਤੁਹਾਡਾ। ਵਾਸ਼ਿੰਗਟਨ DC ਦੇ ਵਿੱਚ ਰਾਸ਼ਟਰਪਤੀ ਦੇ ਤੌਰ ਤੇ 46ਵੇਂ ਰਾਸ਼ਟਰਪਤੀ ਦੇ ਤੌਰ ਤੇ ਜੋ ਬਾਈਡਨ ਉਹਨਾਂ ਨੇ ਸਹੁੰ ਚੱਕ ਲਈ ਹੈ। ਕੈਮਲਾ ਹੈਰਿਸ ਨੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਬਿਲ ਕਲਿੰਟਨ ਤੇ ਬੁਸ਼ ਦੇ ਨਾਲ ਇਹ ਸਬਰਬਨ ਕਾਲੀਆਂ ਗੱਡੀਆਂ, ਜਿਹੜਾ VIP ਕਲਚਰ ਆ ਉੱਥੇ ਦਾ ਸੀਕਰਟ ਸਰਵਿਸਿਜ਼ ਦੇ ਨਾਲ, ਉਹ ਉਹਨਾਂ ਨੇ ਬਹੁਤ ਸਿਕਿਉਰਿਟੀ ਦੇ ਨਾਲ ਇਸ ਨੂੰ ਸਿਰੇ ਲਾਇਆ। ਪਰ ਬਰਾਕ ਓਬਾਮਾ ਦੇ ਸਮੇਂ ਬਹੁਤ ਖੁੱਲ੍ਹਾ ਇਕੱਠ ਸੀ। ਇਸ ਵਾਰ ਇਕੱਠ ਹੈ ਨਹੀਂ ਸੀ ਕਿਉਂਕਿ ਕੰਸਰਨ ਬਹੁਤ ਸੀ ਉਹਨਾਂ ਨੂੰ। ਤੇ ਇੱਕ ਨਾਂ ਆਪਾਂ ਡੋਨਲਡ ਟਰੰਪ ਉਹਨਾਂ ਨੂੰ ਦਿੱਤਾ ਸੀ 4 ਸਾਲ ਪਹਿਲਾਂ, ਸਰਪੰਚ ਦਾ। ਜਿੰਨੇ ਪੰਜਾਬੀ ਨੇ ਸਭ ਡੋਨਲਡ ਟਰੰਪ ਨੂੰ ਸਰਪੰਚ ਕਹਿਣ ਲੱਗ ਗਏ। ਸਰਪੰਚ ਹੁੰਦੀ ਆ। ਸਰਪੰਚ ਵੀ ਇਹ ਜਿਹੜੀ ਆਪਣਾ ਹੈਲੀਕਾਪਟਰ ਦੇ ਰਾਹੀਂ, ਪੰਜਾਬੀਆਂ ਦੇ ਹੈਲੀਕਾਪਟਰ ਦੇ ਰਾਹੀਂ, ਤੇ ਐਂਡਰਿਊ ਜਿਹੜਾ ਬੇਸ ਹੈ ਉੱਥੋਂ ਫਿਰ ਉਹਨਾਂ ਨੇ ਆਪਣਾ ਜਹਾਜ਼ ਜਿਹੜਾ ਹੈ ਮੇਬੀ 에ਅਰਫੋਰਸ ਬਨ ਛੱਡ ਕੇ ਆਉ, ਨਹੀਂ ਤਾਂ ਉਹਨਾਂ ਕੋਲ ਆਪਣੇ 2 ਵੱਡੇ ਜਹਾਜ਼ ਨੇ। ਤੇ ਉਹ ਫਿਰ ਹੁਣ ਰਸਤੇ 'ਚ ਨੇ, ਪਹੁੰਚ ਰਹੇ ਨੇ ਆਪਣੇ ਜਿਹੜਾ ਫਲੋਰੀਡਾ ਦੇ ਵਿੱਚ ਅਤ ਮਹਿੰਗੇ ਉਹਨਾਂ ਦੇ ਘਰ ਦੇ ਵਿੱਚ, ਜਿੱਥੇ ਉਹ ਸਮਾਂ ਬਤੀਤ ਕਰਨਗੇ। ਤੇ ਵਾਪਸ ਆਉਣ ਦਾ ਉਹਨਾਂ ਦਾ 4 ਸਾਲਾਂ ਬਾਅਦ, ਜਿਵੇਂ ਮਿਚ ਮਕਾਨੋ ਨੇ ਆਖਰੀ ਸਮਾਂ ਕਿਹਾ ਵੀ ਇਹ ਜਿਹੜਾ ਇਕੱਠ ਹੋਇਆ, ਅਸਲ ਉਹਨੂੰ ਬਹੁਤ ਸੀਰੀਅਸਲੀ ਲੈ ਗਏ। ਜਿਹੜਾ ਨਾ ਸੈਨੇਟਰਸ ਦੇ ਤੇ ਜੇ ਮਤਲਬ ਤੁਸੀਂ ਇਸ ਨੂੰ ਦੂਸਰੇ ਤਰ੍ਹਾਂ ਲੈ ਲਓ ਨਾ, ਦਿੱਲੀ ਵਾਂਗੂ ਬਈ ਰਾਜਧਾਨੀ ਤੇ ਹਮਲਾ, ਪਾਰਲੀਮੈਂਟ ਤੇ ਹਮਲਾ। ਇਹ ਪਾਰਲੀਮੈਂਟ ਤੇ ਹਮਲਾ ਸੀ। ਜੇ ਉਹ ਕੰਟਰੋਲ ਨਾ ਹੁੰਦਾ, ਉਹਨਾਂ ਦੇ ਕੋਲ ਵੈਪਨ ਸੀ, ਉਹਨਾਂ ਕੋਲ ਬਹੁਤ ਕੁਝ ਸੀ, ਉਹ ਨੁਕਸਾਨ ਕਰ ਸਕਦੇ ਸੀ ਬੰਦਿਆਂ ਦਾ, ਸੈਨੇਟਰਸ ਦਾ। ਪੈਲੋਸੀ ਦੇ ਜਿਹੜਾ ਆਫਿਸ ਦੇ ਵਿੱਚ ਜਾ ਕੇ ਉਹਦਾ ਕੰਪਿਊਟਰ ਚੋਰੀ ਕਰ ਲਿਆ ਇੱਕ ਨੇ, ਇੱਕ ਸਿੰਘਾਂ ਵਾਲਾ ਫਿਰਦਾ ਸੀ, ਉਹ ਜਾ ਕੇ ਟੇਬਲ ਤੇ ਮੇਜ਼ ਤੇ ਨੱਚਿਆ। ਇਹ ਬਹੁਤ ਵੱਡੀ, ਉਹਨਾਂ ਨੂੰ ਸੀਰੀਅਸ ਇਸ ਨੂੰ ਲੈ ਗਏ। ਤੇ ਲੱਗਦਾ ਨਹੀਂ ਕਿ 4 ਸਾਲਾਂ ਬਾਅਦ ਟਰੰਪ ਨੂੰ ਮੁੜਨ ਦੇਣਗੇ। ਉਹਨਾਂ ਨੇ ਪੱਕਾ ਬੰਨ ਨੂੰ ਜਿਹੜਾ ਸ਼ੁਰੂ ਕੀਤਾ, ਬੰਨ੍ਹ ਦੇਣਾ, ਉਹਨਾਂ ਨੇ ਨਹੀਂ ਆਉਣ ਦੇਣਾ ਉਹਨਾਂ ਨੂੰ। ਰਿਪਬਲਿਕਨ ਪਾਰਟੀ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਪਿਛਲੇ 1 ਮਹੀਨੇ ਤੋਂ, ਜਦ ਤੱਕ
ਡੋਨਲਡ ਟਰੰਪ ਮੰਨਿਆ ਨਾ ਜਾਰਜੀਆ ਦੇ ਜਦ ਇੱਕ ਮੰਤਰੀ ਨੂੰ ਸੈਕਟਰੀ ਆਫ ਸਟੇਟ ਨੂੰ ਵਿਦੇਸ਼ ਮੰਤਰੀ ਜਿਵੇਂ ਹੁੰਦਾ ਹੈ ਅਤੇ ਜਿਵੇਂ ਸੈਕਟਰੀ ਨੂੰ ਇਹ ਕਿਹਾ ਕਹਿੰਦਾ 11,500 ਵੋਟਾਂ ਦਾ ਹੀਲਾ ਕਰ, ਮੈਨੂੰ ਜਿੱਤਦਾ ਤਾਂ ਕਰ। ਕਹਿੰਦਾ 11,700 ਵੋਟਾਂ ਲਿਆ ਕੇ ਦੇ, ਮੈਨੂੰ ਨਹੀਂ ਪਤਾ, ਆਈ ਡੋਂਟ ਨੋ ਕਿੱਥੋਂ ਲੈ ਕੇ ਆਵੇਂਗਾ, ਲਿਆ ਕੇ ਦੇ। ਪਰ ਆਪਣੀ ਅਲੱਗ ਤਰੀਕੇ ਦੀ ਉਹਨਾਂ ਨੇ ਕੱਲ੍ਹ ਨੂੰ ਉਹਨਾਂ ਦੇ ਇਸ ਕਾਰਜਕਾਲ ਦੇ ਬਾਰੇ ਗੱਲਬਾਤ ਕਰਾਂਗੇ, ਕਿਹੋ ਜਿਹਾ ਉਹਨਾਂ ਦਾ ਸਮਾਂ ਉਹਦਾ ਰਿਹਾ। ਅਤੇ ਦਸਤਖਤ ਕਰਕੇ ਸਹੁੰ ਚੱਕ ਕੇ ਜੋ ਬਾਈਡਨ ਬਾਹਰ ਆ ਰਹੇ ਨੇ ਅਤੇ ਸਹੁੰ ਚੱਕਣ ਤੋਂ ਬਾਅਦ 46ਵੇਂ ਪ੍ਰੈਜ਼ੀਡੈਂਟ। ਜ਼ਿੰਦਗੀ ਦੇ ਵਿੱਚ ਦੁੱਖ ਵੀ ਨੇ ਸੁੱਖ ਵੀ ਨੇ। ਨੌਜਵਾਨ ਪੁੱਤ ਦਾ ਮਰ ਜਾਣਾ ਜੋ ਬਾਈਡਨ ਲਈ ਇੱਕ ਦੁੱਖ ਦੀ ਕਹਾਣੀ ਹੈ, ਪਰ ਨਾਲ ਹੀ ਰਾਸ਼ਟਰਪਤੀ ਬਣਨਾ ਸਾਹਿਬ ਦੇ ਘਰੋਂ ਜਿਹੜੀਆਂ ਤਰੱਕੀਆਂ ਦੀ ਗੱਲ ਹੈ। ਕਮੈਲਾ ਹੈਰਿਸ ਦੇਖ ਲਾ, ਨਾਨਕੇ ਕਿੱਥੇ ਮਾਂ ਕਿੱਥੋਂ ਤਾਮਿਲਨਾਡੂ ਤੋਂ ਤੁਰੀ ਅਤੇ ਕਿੱਥੇ ਕਿੱਡੇ ਵੱਡੇ ਦੇਸ਼ ਦੀ ਵਾਈਸ ਪ੍ਰੈਜ਼ੀਡੈਂਟ ਬਣਨਾ। ਕੁਛ ਨਹੀਂ ਪਤਾ ਕਿਹੜੀਆਂ ਚੀਜ਼ਾਂ 'ਚ ਲਿਖਿਆ। ਕਈ ਵਾਰ ਪੈਸੇ ਧੇਲੇ ਦੇ ਜ਼ੋਰ 'ਤੇ ਅਸੀਂ ਸੋਚਦੇ ਹਾਂ ਕਿ ਅਸੀਂ ਸਭ ਕੁਝ ਕਰ ਲੈਣਾ, ਸਭ ਕੁਝ ਨਹੀਂ ਹੁੰਦਾ। ਬਹੁਤ ਚੀਜ਼ਾਂ ਨੇ ਜਿਹੜੀਆਂ ਸਾਹਿਬ ਆਪਣੇ ਹੱਥ 'ਚ ਰੱਖਦੇ ਆ ਅਤੇ ਉਹ ਹੋ ਜਾਂਦੀਆਂ ਨੇ। ਵਕਤ ਦੀ ਗੱਲ ਹੈ, ਥੋੜ੍ਹੇ ਸਮੇਂ ਦੀ ਗੱਲ ਹੈ ਅਤੇ ਘੁੰਮ ਜਾਂਦਾ ਸਾਰਾ ਕੁਛ। ਖਬਰਾਂ ਆ ਗਈਆਂ, ਖਬਰਾਂ ਤੋਂ ਬਾਅਦ ਵਾਪਸ ਆਉਣਾ। ਹੁਣ ਹਰਮਨ ਕੰਦੋਲਾ ਆਉਣੀ ਵਕੀਲ ਨੇ ਐਡਮਿੰਟਨ ਤੋਂ, ਉਹ ਮੇਰੇ ਨਾਲ ਨੇ। ਉਹਨਾਂ ਦੀ ਇੱਕ ਬਾਜ਼ ਨਿਊਜ਼ ਜਿਹੜੀ ਹੈ ਉਹਨਾਂ ਨੇ ਸ਼ੁਰੂ ਕੀਤੀ ਹੈ। ਨਵਦੀਪ ਬੈਂਸ ਉਹਨਾਂ 'ਤੇ ਪਿਛਲੇ ਦਿਨੀ ਜੀ ਨਿਊਜ਼ ਨੇ ਬਹੁਤ ਕੁਝ ਲਿਖਿਆ। ਮਤਲਬ ਭਾਰਤ ਦੇ ਜਿਹਨੂੰ ਗੋਦੀ ਮੀਡੀਆ ਕਹਿੰਦੇ ਨੇ, ਉਹਨਾਂ ਨੇ ਨਵਦੀਪ ਬੈਂਸ ਨੂੰ ਟਾਰਗੇਟ ਕੀਤਾ। ਹਰਮਨ ਕੰਦੋਲਾ ਹੋਣੀ ਕਹਿੰਦੇ ਨੇ ਕਿ ਸਿੱਖ ਪੋਲੀਟੀਸ਼ੀਅਨ ਜਿਹੜੇ ਦੁਨੀਆ ਦੇ ਵਿੱਚ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਕਹਿੰਦੇ ਜਿੰਨੇ ਮਰਜ਼ੀ ਜਿਹੜੀ ਡੋਸਾ ਡਿਪਲੋਮੇਸੀ ਹੈ, ਪਹਿਲਾਂ ਚਾਹ ਪਕੌੜਾ ਡਿਪਲੋਮੇਸੀ ਦੀ, ਹੁਣ ਡੋਸੇ 'ਤੇ ਚਲੇਗੀ ਗੱਲ। ਉਹ 'ਚ ਜਿੰਨਾ ਮਰਜ਼ੀ ਤੁਸੀਂ ਇਕੱਠੇ ਹੋਵੋ, ਕੋਸ਼ਿਸ਼ ਕਰੋ ਵੀ ਅਸੀਂ ਦੇਸ਼ ਦਾ ਉਹਦਾ ਪਿਆਰ ਕਰਦੇ ਹਾਂ, ਪਰ ਫਿਰ ਵੀ ਤੁਹਾਨੂੰ ਸਿੱਖ ਦੇ ਤੌਰ 'ਤੇ ਉਹ ਟਾਰਗੇਟ ਕਰਦੇ। ਪੁੱਛਦੇ ਹਾਂ ਹਰਮਨ ਕੰਦੋਲਾ ਜੀ ਨੂੰ ਕਿ ਇਸ ਦੇ ਬਾਰੇ ਉਹਨਾਂ ਨੇ ਜਿਹੜਾ ਲਿਖਿਆ ਉਹਦਾ ਕਿਹੜੇ ਕਾਰਨਾਂ ਕਰਕੇ ਉਹਨਾਂ ਦੇ ਮਨ ਦੇ ਵਿੱਚ ਹੈ। ਕੰਦੋਲਾ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਸ਼ੇਰੇ ਪੰਜਾਬ ਰੇਡੀਓ ਤੇ ਜੀ ਤੁਹਾਡਾ ਜੀ ਤੇ ਗਿਵ ਮੀ ਦੈਟ ਓਪਰਚੁਨਿਟੀ ਟੂ ਡਿਸਕਸ ਦਿਸ ਆਰਟੀਕਲ। ਧੰਨਵਾਦ ਬਹੁਤ ਬਹੁਤ। ਤੇ ਪਹਿਲੀ ਤਾਂ ਗੱਲ ਤੁਹਾਡੇ ਤੇ ਮੇਰੇ ਨਿੱਘੇ ਦੋਸਤ ਸਰ ਆਪਣੇ ਸਿੰਘ ਸਾਹਿਬ ਪੁਸ਼ਪਿੰਦਰਪਾਲ ਹੋਣੀ, ਉਹਨਾਂ ਦੇ ਨਾਲ ਗੱਲਬਾਤ ਤੁਹਾਡੇ ਬਾਰੇ ਹੁੰਦੀ ਆ। ਤੁਸੀਂ ਕਮਿਊਨਿਟੀ ਦੇ ਕੰਮਾਂ 'ਚ, ਰਾਜਨੀਤੀ ਦੇ ਕੰਮਾਂ ਦੇ ਵਿੱਚ ਬਹੁਤ ਉੱਥੇ ਸਹਿਯੋਗ ਦਿੰਦੇ ਹੋ। ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਹੀ ਚਾਹੀਦਾ। ਇਹ ਹੁਣ ਆਪਣੀਆਂ ਜੜ੍ਹਾਂ ਉੱਥੇ ਨੇ, ਚਾਹੇ ਤੁਸੀਂ ਇੱਥੇ ਦੇ ਜੰਮਪਲ ਹੋਵੋ, ਤੁਹਾਡੇ ਪੇਰੈਂਟਸ ਆਏ ਨੇ, ਅਸੀਂ ਉੱਥੋਂ ਆਏ ਹਾਂ। ਅਸੀਂ ਉਸ ਧਰਤ 'ਤੇ, ਕਿਉਂਕਿ ਪੰਜਾਬ ਵਸਦਾ ਉੱਥੇ, ਅਸੀਂ ਉੱਥੇ ਬਿਨਾਂ ਸਾਰ ਨਹੀਂ ਸਕਦੇ। ਅਸੀਂ ਜਾਣਾ ਉੱਥੇ, ਸਾਡਾ ਤਿਉ ਉੱਥੇ ਹੈ। ਪਰ ਜਿਹੜਾ ਤੁਸੀਂ ਸਿੱਖ ਕਹਿੰਦੇ ਹੋ ਵੀ ਸਿੱਖ ਪੋਲੀਟੀਸ਼ੀਅਨ ਅਰਾਊਂਡ ਦਾ ਵਰਲਡ, ਉਹਨਾਂ ਨੂੰ ਇੰਡੀਅਨ ਮੀਡੀਆ ਟਾਰਗੇਟ ਕਰਦਾ ਹੈ, ਉਹਦਾ ਬੇਸ ਕੀ ਹੈ? ਸੋ ਹਰਜੀਤ ਜੀ, ਜਦੋਂ ਅਸੀਂ ਇਸ ਗੱਲ ਨੂੰ ਦੇਖ ਰਹੇ ਹਾਂ, ਜਿਹੜਾ 2018 ਦੇ ਵਿੱਚ ਜਦੋਂ ਲਿਬਰਲ ਸਰਕਾਰ ਨੇ, ਜਦੋਂ ਟਰੂਡੋ ਗਵਰਨਮੈਂਟ ਨੇ ਜਦੋਂ ਇੰਡੀਆ ਟ੍ਰਿਪ ਤੇ ਜਾਂਦੇ ਆ, ਉਸ ਟਾਈਮ ਤੇ ਸਾਨੂੰ ਫੀਲ ਹੋਇਆ ਐਜ਼ ਕੈਨੇਡੀਅਨ ਜੰਮਪਲ ਜਿਹੜੇ ਇੱਥੇ ਦੇ ਨੌਜਵਾਨ ਸੀ ਕਿ ਉਦੋਂ ਜਿਹੜੀ ਮਿਸ ਇਨਫੋਰਮੇਸ਼ਨ ਇੰਡੀਅਨ ਮੀਡੀਆ ਤੋਂ ਓਰੀਜਿਨੇਟ ਹੋ ਰਹੀ ਸੀ ਕਿ ਉਹਦੇ ਖਿਲਾਫ ਅਸੀਂ ਕਿੱਦਾਂ ਖੜ ਸਕਦੇ ਸੀ। ਕਰਕੇ ਜਿਹੜਾ ਇੰਡੀਅਨ ਮੀਡੀਆ ਘੱਟੋ ਘੱਟ ਫੈਬਰੂਰੀ 2018 ਦੇ ਵਿੱਚ 150 ਆਰਟੀਕਲ ਛਾਪੇ ਗਏ ਸੀ ਇੰਡੀਆ ਦੇ ਵਿੱਚ, ਜਿਨ੍ਹਾਂ ਦੇ ਵਿੱਚ ਕਲੀਅਰ ਮਿਸ ਇਨਫੋਰਮੇਸ਼ਨ ਛਾਪਿਆ ਗਿਆ ਸੀ around issues in Canada, Canadian ਸਿੱਖਾਂ ਦੇ ਬਾਰੇ। ਤੇ ਉਹ ਹੀ ਨਿਊਜ਼ ਜਿਹੜੀ ਕੈਨੇਡੀਅਨ ਮੀਡੀਆ ਸੀ, ਉਹ ਚੀਜ਼ਾਂ ਚੱਕ ਕੇ ਮੁੜ ਕੇ ਰੀਪ੍ਰਿੰਟ ਕਰਕੇ ਤੇ ਉਹ ਪੁਰਾਣੇ ਮਤਲਬ ਜਿਹੜੇ ਗੇਟਕੀਪਰ ਸੀਗੇ ਇਸ ਕਮਿਊਨਿਟੀ ਦੇ, ਉਹਨਾਂ ਦੇ ਕਮੈਂਟ ਲੈ ਕੇ ਸਾਨੂੰ ਬਦਨਾਮ ਕਰ ਰਹੇ ਸੀ ਇਨ ਦ ਡਾਇਸਪੋਰਾ। ਉਸ ਟਾਈਮ ਤੇ, ਉਸ ਸਮੇਂ ਦੇ ਵਿੱਚ ਕਿ ਕਈ ਨੌਜਵਾਨ ਸੋਸ਼ਲ ਮੀਡੀਆ ਤੇ, ਕਿ ਅਸੀਂ ਕਿਹੜਾ what we saw ਕਿ ਨੌਜਵਾਨ ਸੋਸ਼ਲ ਮੀਡੀਆ ਤੇ ਉੱਤੇ ਰਿਸਪੌਂਸ ਕਰ ਰਹੀ ਸੀ ਕਿ ਜਿਨ੍ਹਾਂ ਦਾ ਕੋਈ ਪਹਿਲਾਂ ਕਨੈਕਸ਼ਨ ਨਹੀਂ ਸੀ ਕੋਈ ਐਕਟਿਵਿਜ਼ਮ ਦੇ ਵਿੱਚ ਜਾਂ ਸਿੱਖੀ ਦੇ ਵਿੱਚ ਜਾਂ ਜੁੜੇ ਸੀ, ਪਰ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਫੀਲ ਹੋ ਰਿਹਾ ਸੀ ਕਿ ਇਹ ਮਿਸ ਇਨਫੋਰਮੇਸ਼ਨ ਜਿਹੜੀ ਅਟੈਕ ਹੋ ਰਿਹਾ ਸੀ। ਤੇ ਉਹਦੇ ਨਾਲ ਸਾਡਾ ਇੱਕ ਹੈਸ਼ਟੈਗ ਵਾਇਰਲ ਹੋ ਗਿਆ ਸੀ ਐਸ ਕੈਨੇਡੀਅਨ ਸਿੱਖਸ, ਕਿ ਇੱਕ ਮੈਸੇਜ ਸੀ ਕੈਨੇਡੀਅਨ ਮੀਡੀਆ ਨੂੰ ਕਿ ਤੁਸੀਂ ਜਿਹੜਾ ਨਿਊਜ਼ ਇੰਡੀਆ ਤੋਂ ਆ ਰਿਹਾ ਕਿ ਉਹਨੂੰ ਤੁਸੀਂ ਕੁਐਸਚਨ ਕਰੋ, ਤੁਸੀਂ ਉਹਨੂੰ ਵੈਰੀਫਾਈ ਕਰੋ। ਤੇ ਜਿਹੜੇ
ਸਿੱਖ ਕੈਂਡੀਡੇਟਸ ਰਹਿੰਦੇ ਆ ਉਹਨਾਂ ਨੂੰ ਪੁੱਛੋ ਕਿ ਉਹਨਾਂ ਤੋਂ ਕਮੈਂਟ ਲਓ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਬਸ ਤੁਸੀਂ ਉਜਲ ਦਸਾਂਝ ਨਾ ਪੁੱਛੋ, ਚਲੋ ਠੀਕ ਹੈ ਉਜਲ ਦਸਾਂਝ ਤੋਂ ਕਮੈਂਟ ਲੈ ਲਓ, ਪਰ get the other side as well. Don't just have one side of the conversation. So ਉਸ ਟਾਈਮ ਤੋਂ ਅਸੀਂ ਇਸ ਚੀਜ਼ ਨੂੰ ਟਰੈਕ ਕਰਨ ਲੱਗ ਪਏ ਸੀ, ਅਸੀਂ ਉਸ ਚੀਜ਼ ਨੂੰ ਥਰੂ ਦ ਵਰਲਡ ਸਿੱਖ ਆਰਗੇਨਾਈਜੇਸ਼ਨ ਅਸੀਂ ਉਸ ਚੀਜ਼ ਨੂੰ ਹੁਣ ਦੇਖ ਰਹੇ ਸੀ ਕਿ ਹਾਊ ਇਜ਼ ਦਿਸ ਹੈਪਨਿੰਗ, ਐਂਡ ਦੈਟ ਵਾਸ ਦ ਫਰਸਟ ਟਾਈਮ ਸਾਰੇ ਜਿਹੜੇ ਹੁਣ ਕਈ ਸਾਲਾਂ ਤੋਂ ਜਿਹੜੇ ਇਨਵੋਲਵ ਸੀਗੇ ਜਾਂ ਐਕਟਿਵਿਜ਼ਮ ਜਾਂ ਸਿੱਖੀ ਦੇ ਵਿੱਚ ਜੁੜੇ ਸੀ, ਉਹਨਾਂ ਨੂੰ ਪਤਾ ਕਿ ਇਸ ਚੀਜ਼ਾਂ ਹੁੰਦੀਆਂ, ਤੇ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਸੋਸ਼ਲ ਮੀਡੀਆ in the last 1 year, 2 years, Facebook ਦੇ ਉੱਤੇ, Instagram ਦੇ ਉੱਤੇ, Twitter ਦੇ ਉੱਤੇ, we've seen suspension of Sikh accounts. Even WSO ਕਿ ਸਾਡੇ ਕੋਈ ਜਦੋਂ ਵੀ ਅਸੀਂ ਟਵੀਟ ਕਰਦੇ ਹਾਂ ਜਾਂ ਕੋਈ ਮੈਸੇਜ ਭੇਜਦੇ ਹਾਂ ਕਿ ਅਸੀਂ 84 ਦਾ ਜਿਹੜਾ ਜੈਨੋਸਾਈਡ ਹੈ ਉਹਨੂੰ ਅਸੀਂ ਰਿਮੈਂਬਰੈਂਸ ਕਰਦੇ ਆ, ਉਹ ਟਵੀਟ ਰਿਪੋਰਟ ਹੁੰਦੇ ਆ ਬਾਈ ਦੀ ਇੰਡੀਅਨ ਸਟੇਟ. ਵੀਵ ਸੀਨ ਕਿ ਜਿਹੜਾ ਸਿੱਖ ਹੈਸ਼ਟੈਗ ਆ ਔਨ ਫੇਸਬੁੱਕ, ਔਨ ਇੰਸਟਾਗ੍ਰਾਮ, ਉਹ ਗਲਤ ਗੱਲਾਂ ਨਾਲ ਉਹ ਫਿਲ ਹੁੰਦਾ ਆ, BJP ਦੀ IT ਸੈੱਲ ਇਜ਼ ਅਟੈਕਿੰਗ ਅਸ. ਤੇ ਇਹ ਗੱਲ ਮੈਂ ਪਹਿਲੀ ਵਾਰੀ ਉਦੋਂ ਦੇਖਿਆ ਸੀ ਜਦੋਂ ਸਰਬੱਤ ਖਾਲਸਾ ਹੋਇਆ ਸੀ, ਕਿ ਉਸ ਟਾਈਮ ਤੇ ਜਿਹੜੇ ਇੰਡੀਅਨ ਬੌਟ ਸੀ ਜਾਂ ਇੰਡੀਅਨ IT ਸੈੱਲ ਸੀ, they would fill it with misinformation, counter information ਤੁਸੀਂ ਕਹਿ ਸਕਦੇ ਹੋ. ਤੇ ਉਸ ਟਾਈਮ ਤੋਂ ਬਾਅਦ ਅਸੀਂ ਇਸ ਚੀਜ਼ ਨੂੰ ਟਰੈਕ ਕਰ ਰਹੇ ਸੀ. ਤੇ the issue ਜਦੋਂ ਤੁਸੀਂ ਬੈਂਸ ਸਾਹਿਬ ਦੀ ਕਰਦੇ ਆ ਕਿ ਬੈਂਸ ਸਾਹਿਬ ਨੇ ਜਦੋਂ ਇਹ ਆਇਆ ਸਰਕਾਰ ਦੇ ਵਿੱਚ ਆਇਆ ਕਿ ਬੜੀਆਂ ਇਹਨਾਂ ਦੀ ਕੋਸ਼ਿਸ਼ਾਂ ਇਹੀ ਸੀਗੀਆਂ ਕਿ ਅਸੀਂ ਇੰਡੀਅਨ ਸਰਕਾਰ ਨਾਲ ਆਪਣਾ ਰਿਲੇਸ਼ਨ ਵਧਾਈਏ ਤੇ ਅਸੀਂ ਆਪਣਾ ਰਿਲੇਸ਼ਨ ਇੰਪਰੂਵ ਕਰੀਏ. ਸੋ ਮਚ ਤੋਂ ਕਿ ਜਦੋਂ ਉੱਥੇ ਗਏ, ਜਦੋਂ 2018 ਚ ਉੱਥੇ ਜਾ ਕੇ ਆਏ ਆ, ਕਿ ਇਸ ਇੰਡੀਅਨ ਸਰਕਾਰ ਦੀ ਬਹੁਤ ਚਿਰ ਤੋਂ ਇਹੀ ਮੰਗ ਆ, ਜਾਂ BJP ਜਾਂ ਕਾਂਗਰਸ ਮੰਗ ਇਹੀ ਸੀ ਕਿ ਤੁਸੀਂ ਸਾਡੇ ਨਾਲ ਇੰਟੈਲੀਜੈਂਸ ਸ਼ੇਅਰਿੰਗ ਅਗਰੀਮੈਂਟ ਤੁਸੀਂ ਸਾਈਨ ਕਰੋ, ਉਹਦੇ ਨਾਲ ਕਿ ਅਸੀਂ ਤੁਹਾਨੂੰ ਭੇਜੂਗੇ ਇੰਟੈਲੀਜੈਂਸ, ਤੁਸੀਂ ਉਹ ਤੇ ਐਕਸ਼ਨ ਲਓ. ਤੇ ਕੀ ਕਰਕੇ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ. ਖਾਸ ਕਰਕੇ ਹਾਰਪਰ ਸਰਕਾਰ ਨੇ ਉਸ ਟਾਈਮ ਤੇ ਮਨਾ ਕੀਤਾ ਸੀ ਕਿ ਅਸੀਂ ਇੰਡੀਅਨ ਸਰਕਾਰ ਨਾਲ ਨਹੀਂ ਕਰਨਾ ਚਾਹੁੰਦੇ, ਕਰਕੇ ਤੁਸੀਂ ਜਿਹੜਾ ਇਨਫੋਰਮੇਸ਼ਨ ਇੰਟੈਲੀਜੈਂਸ ਤੁਸੀਂ ਪ੍ਰੋਕਿਊਰ ਕਰ ਰਹੇ ਆ ਕਿ ਤੁਸੀਂ ਇਲੀਗਲ ਮੀਨਸ, ਇੰਟਰਨੈਸ਼ਨਲੀ ਇਲੀਗਲ ਮੀਨਸ ਦੇ ਥਰੂ ਕਰ ਰਹੇ ਆ, ਟੋਰਚਰ ਥਰੂ pressure, through exploitation, through all of those, like undue influence. ਕਿ ਜਿਹੜਾ information ਉਸ ਤਰੀਕੇ ਨਾਲ ਤੁਸੀਂ ਲੈ ਰਹੇ ਆ, that's not reliable. Because under pressure somebody can say anything because it's been extracted illegally. ਤੇ Canada says ਕਿ ਅਸੀਂ ਤੁਹਾਡੇ ਨਾਲ ਨਹੀਂ ਇਸ ਚੀਜ਼ ਸਾਈਨ ਕਰਨੀ. ਪਰ ਜਦੋਂ 2018 ਦੇ ਵਿੱਚ ਬੈਂਸ ਸਾਹਿਬ ਤੇ ਟਰੂਡੋ ਸਰਕਾਰ ਗਏ, ਜਦੋਂ ਉਹਨਾਂ ਦੀ ਉੱਥੇ ਜਾ ਕੇ embarrassment ਨਹੀਂ ਹੁੰਦੀ ਆ ਕਿ ਮੋਦੀ ਸਾਹਿਬ ਆਪ ਮਿਲਣ ਨਹੀਂ ਆਉਂਦੇ, ਨਾ ਮੋਦੀ ਸਾਹਿਬ ਜਵਾਬ ਦਿੰਦੇ ਸੀ, ਕਿ ਹਾਰ ਕੇ ਇਹਨਾਂ ਨੇ ਫਿਰ ਜਾ ਕੇ ਸਾਈਨ ਕਰਤਾ, ਫਿਰ ਇਹਨਾਂ ਨੂੰ ਮੀਟਿੰਗਾਂ ਮਿਲੀਆਂ. ਤੇ ਉਸ ਟਾਈਮ ਤੇ WSO ਨੇ ਬੜਾ ਰੌਲਾ ਪਾਇਆ, ਬੜਾ ਗੱਲ ਚੱਕਿਆ ਕਿ the impacts of this are going to target Sikhs in Canada, ਜਿਹੜੇ human rights ਦੇ ਉੱਪਰ ਅਸੀਂ ਗੱਲ ਕਰ ਰਹੇ ਹਾਂ, ਜਾਂ ਅਸੀਂ India, we hold Indian government accountable for its violations of human rights, that they are going to now attack us. ਤੇ ਗੱਲ ਉਹੀ ਹੋਈ ਕਿ ਸਾਲ ਬਾਅਦ Public Safety Canada terror report ਦੇ ਵਿੱਚ ਸਿੱਖਾਂ ਦਾ ਨਾਂ ਆ ਗਿਆ after 20 years. ਕਿ ਕਦੀ ਪਹਿਲਾਂ ਕੋਈ ਵੀ ਨਹੀਂ ਐਵੀਡੈਂਸ ਸੀਗਾ ਕੋਈ ਸਿੱਖਾਂ ਤੋਂ ਖਤਰਾ ਆ Canadian individuals ਨੂੰ. But all of a sudden, 1 year after the signing of that unprecedented security sharing agreement, all of a sudden Sikhs to khatra hai Canadians do, that 25 years later we're now a threat to Canadian sovereignty. No justification ਦਿੱਤਾ ਗਿਆ ਸੀ. ਬਾਕੀ ਜਿਹੜੇ 4-5 ਹੋਰ ਜਿਹੜੇ ਥ੍ਰੈਟ ਸੀ ਉਹਨਾਂ ਤੇ 10-20-30 ਪੇਜ ਲਾ ਕੇ ਪ੍ਰੂਫ ਦਿੱਤੇ ਜਾਂਦੇ ਸੀ, ਪਰ ਸਿੱਖਾਂ ਦਾ ਨਾਂ ਉੱਥੇ ਛਾਪਿਆ ਗਿਆ ਸੀ with 3 sentences, no other proof. And ਉਦੋਂ ਗੱਲ ਉੱਠੀ ਸੀ ਕਿ what happened, how did this happen? So ਸਾਡਾ ਮੰਗ ਇਹੀ ਸੀ ਗਵਰਨਮੈਂਟ ਨੂੰ, ਸਰਕਾਰ ਨੂੰ, ਕਿ ਜਾਂ ਤੁਸੀਂ ਪ੍ਰੂਵ ਕਰੋ ਇਸ ਚੀਜ਼ ਨੂੰ, ਜਾਂ ਤੁਸੀਂ ਕੱਟੋ ਇਸ ਚੀਜ਼, ਰਿਮੂਵ ਕਰੋ. And they removed it after a lot of protests and all that. So coming back to it, Bain Saab, he was willing to compromise with the regime ਜਿਹੜਾ ਸਾਰਿਆਂ ਨੂੰ ਪਤਾ ਆ that is a violator of human rights. Economist magazine ਨੇ ਆਪਣਾ ਸਟੱਡੀ ਕੀਤਾ ਸੀ, ਉਹ ਆਪਣੇ 5 ਚੀਜ਼ਾਂ ਜਦੋਂ ਉਹ ਡੈਮੋਕ੍ਰੇਸੀ ਨੂੰ ਇਵੈਲੂਏਟ ਕਰਦੇ ਆ, 5 ਚੀਜ਼ਾਂ ਦੇ ਉੱਪਰ ਉਹ ਇਵੈਲੂਏਸ਼ਨ ਕਰਦੇ ਆ. 5 things being civil liberties index, academic freedom, rule of law, freedom of expression. ਤੇ ਉਹ ਚੀਜ਼ਾਂ ਤੇ 4 things. On those 4 things, since ਮੋਦੀ ਸਰਕਾਰ ਆਈ ਆ, ਕਿ ਜਿਹੜੀ ਆ ਚੀਜ਼ਾਂ
degradation ਹੋਈ ਆ of things like civil liberty, of things like rule of law, of academic freedom and freedom of expression, that it's now similar to ਜਦੋਂ ਬ੍ਰਿਟਿਸ਼ ਦਾ ਰਾਜ ਚੱਲਦਾ ਸੀ। ਇੰਨਾ ਮਤਲਬ ਕਿ ਇੰਡੀਆ ਦਾ ਜਿਹੜਾ ਡੈਮੋਕ੍ਰੇਸੀ ਹੈ ਕਿ ਇਹ ਅਥੋਰਿਟੇਰੀਅਨਿਜ਼ਮ ਤੱਕ ਪਹੁੰਚ ਚੁੱਕਾ ਆ। ਤੇ we only ever saw this ਜਦੋਂ emergency ਲਾਈ ਸੀ ਇੰਦਰਾ ਗਾਂਧੀ ਨੇ। So that's the type of regime we're dealing with। ਹਰਮਨ ਜੀ, ਇਹ ਮੈਨੂੰ ਦੱਸਿਓ ਤੁਸੀਂ ਕਿ ਕਿਤੇ ਅਸੀਂ ਵੀ ਤਾਂ ਨਹੀਂ ਕਾਰਨ ਕਿ ਅਸੀਂ ਕੁਝ ਇਹੋ ਜਿਹੀਆਂ ਖਬਰਾਂ, ਸਾਡੇ ਪੋਲੀਟੀਸ਼ੀਅਨਸ ਇਹੋ ਜਿਹੇ ਕੰਮ ਕਰਨ, ਆਪਣੀ ਜਿਹੜੀ ਅਨਾਰਕੀ ਪੈਦਾ ਕਰਨ ਏਰੀਏ ਦੇ ਵਿੱਚ ਵੀ ਸਾਡੇ ਬਿਨਾਂ ਕੋਈ ਬੰਦਾ ਨਹੀਂ ਆ ਸਕਦਾ, ਜਾਂ ਇਹ ਗਰੁੱਪ ਹੈ, ਹੁਣ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਤੁਸੀਂ, ਉਹਦੇ ਵਿੱਚੋਂ ਹੀ ਬੰਦੇ, ਸਾਡੇ ਪਰਿਵਾਰਾਂ ਦੇ ਵਿੱਚੋਂ ਹੀ ਬੰਦੇ ਪੋਲੀਟੀਸ਼ੀਅਨ ਬਣਨੇ ਚਾਹੀਦੇ ਆ। ਜੇ ਅਸੀਂ ਗਰੂਮ ਕਰਾਂਗੇ ਉਹੀ ਜਾਣਾ ਚਾਹੀਦਾ। ਕਿਤੇ ਅਸੀਂ ਜ਼ਿੰਮੇਵਾਰ ਤਾਂ ਨਹੀਂ ਵੀ ਅਸੀਂ ਆਪਣਾ ਘੇਰਾ ਐਡਾ ਛੋਟਾ ਕਰ ਲਿਆ ਕਿ ਜਦ ਕੋਈ ਸਿੱਖ ਪੋਲੀਟੀਸ਼ੀਅਨ ਟਾਰਗੇਟ ਹੁੰਦਾ ਬਾਕੀ ਕਮਿਊਨਿਟੀ ਬੈਠ ਕੇ ਸੁਣਦੀ ਹੈ, ਉਹ ਰਿਐਕਟ ਨਹੀਂ ਕਰਦੀ। ਕਿਉਂਕਿ ਇਹ ਗੱਲ ਚੱਲ ਰਹੀ ਹੈ ਵੈਨਕੂਵਰ ਦੇ ਵਿੱਚ, ਓਟਵਾ ਦੇ, ਬਰੈਂਪਟਨ ਦੇ ਵਿੱਚ, ਕਿ ਜੇ ਤੁਸੀਂ ਇਹ ਗਰੁੱਪ ਦੇ ਕਲੋਜ਼ ਹੋ ਤਾਂ ਰਾਜਨੀਤਿਕ ਵਾਲੇ ਪਾਸੇ ਜਾ ਸਕਦੇ ਹੋ, ਤੁਸੀਂ ਐਕਸੈਪਟ ਹੋ ਸਕਦੇ ਹੋ। ਨਹੀਂ ਹੋ ਸਕਦੇ। ਬਰੈਂਪਟਨ ਦੇ ਵਿੱਚੋਂ ਖਬਰਾਂ ਲੋਕ ਦੇ ਰਹੇ ਨੇ ਕਿ ਉੱਥੇ ਹਰ ਪਾਸੇ ਇਹ ਜਿਹੜੇ ਮਿਨਿਸਟਰ ਸਾਹਿਬ ਨੇ, ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ, ਜੇ ਉਹ ਕੌਂਸਲਰ ਦੇ ਲੈਵਲ ਤੱਕ ਵੀ, ਇੱਕ ਸਿਟੀ ਦਾ ਕੌਂਸਲਰ ਹੈ ਉਹਦੇ 'ਚ, MLA 'ਚ ਇਹਨਾਂ ਦੀ ਦਖਲਅੰਦਾਜ਼ੀ ਹੈ। ਇਹ ਆਪਣੇ ਸਾਡੇ ਖੂਨ ਦੇ ਵਿੱਚ ਹੈ। ਜੇ ਸਾਨੂੰ ਪਾਵਰ ਮਿਲ ਜਾਵੇ ਅਸੀਂ ਉਹ ਪਾਵਰ ਦਾ ਆਪਣੀ ਯੂਜ਼ ਕਰਦੇ ਹਾਂ। ਕਿਤੇ ਇਹ ਤਾਂ ਨਹੀਂ ਵੀ ਕਮਿਊਨਿਟੀ ਨਾਲ ਨਹੀਂ ਇਸ ਲਈ ਖੜਦੀ ਕਿ ਆਈਸੋਲੇਸ਼ਨ ਹੋ ਰਹੀ ਹੈ। ਸੋ ਇਹ ਜਿਹੜਾ ਇਹ ਸਵਾਲ ਹੈ ਇਹ ਬੜਾ ਡੂੰਘਾ ਹੈ। ਤੇ ਮੇਰਾ ਜਿਹੜਾ ਵਿਚਾਰ ਹੈ ਇਸ ਗੱਲ ਤੇ ਕਿ ਜਿਹੜਾ ਅਸੀਂ ਜਿਹੜਾ ਐਜ਼ ਅ ਕਮਿਊਨਿਟੀ ਅਸੀਂ ਭੱਜਦੇ ਹੁੰਦੇ ਕਿ ਪੋਲੀਟੀਕਲ ਪਾਵਰ ਲਈ, ਜਾਂ ਅਸੀਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਾ ਕੇ MLA ਦੀ ਸੀਟ ਲੱਭਦੇ ਹਾਂ ਜਾਂ MP ਦੀ ਸੀਟ ਅਸੀਂ ਚੁਣਦੇ ਹਾਂ, ਚਾਹੁੰਦੇ ਹਾਂ। ਕਿ ਮੈਂ ਖੁਦ ਖੜਾ ਸੀ MLA ਲਈ, ਪਰ ਉਦੋਂ ਉਸ ਐਕਸਪੀਰੀਅੰਸ ਵਿੱਚੋਂ ਮੈਨੂੰ ਇੱਕ ਹੀ ਨਤੀਜਾ ਨਿਕਲਿਆ ਕਿ ਜੇ ਤੁਸੀਂ ਆਪਣੇ ਕਮਿਊਨਿਟੀ, ਕੋਈ ਮਾਈਨੋਰਿਟੀ ਕਮਿਊਨਿਟੀ ਹੋਵੇ ਜਾਂ ਮਾਰਜਨਲ ਕਮਿਊਨਿਟੀ ਹੋਵੇ, ਵਨਰੇਬਲ ਗਰੁੱਪ ਹੋਵੇ, ਕਿ instead of political power you need advocacy power। ਤੇ ਮੈਂ ਐਕਚੁਅਲੀ ਐਗਜ਼ਾਮਪਲ ਦੱਸਦਾ ਤੁਹਾਨੂੰ ਕਿ ਲੰਡਨ ਸਕੂਲ ਆਫ ਇਕਨੋਮਿਕਸ ਦੀ ਸਟੱਡੀ ਸੀ ਕਿ ਜਿਹੜੇ ਮਾਈਨੋਰਿਟੀ ਕਮਿਊਨਿਟੀਜ਼ ਆ ਕਿ ਉਹਨਾਂ ਲਈ ਜਿਹੜਾ ਸਭ ਤੋਂ ਵੱਧ ਬੈਸਟ ਓਪਰਚੁਨਿਟੀ ਫॉर ਇਨਫਲੂਐਂਸ ਐਟ ਦ ਟੇਬਲ ਇਜ਼ ਥਰੂ ਥਰਡ ਪਾਰਟੀ ਐਡਵੋਕੇਸੀ। ਕਿ ਜਿਹੜੀਆਂ ਸੰਸਥਾਵਾਂ ਜਿਹੜੇ ਹਿਊਮਨ ਰਾਈਟਸ ਲਈ ਲੜ ਰਹੇ ਆ ਜਾਂ ਐਡਵੋਕੇਸੀ ਲਈ ਲੜ ਰਹੇ ਆ, ਹੁਣ ਸਾਡੀ WSO ਵਰਲਡ ਸਿੱਖ ਆਰਗੇਨਾਈਜੇਸ਼ਨ, ਅਸੀਂ ਕਿੰਨੇ ਸਾਲਾਂ ਤੋਂ ਹਿਊਮਨ ਰਾਈਟਸ ਦੇ ਕੇਸਿਸ ਸੁਪਰੀਮ ਕੋਰਟ ਤੱਕ ਅਸੀਂ ਲੜਿਆ ਸਿੱਖਾਂ ਲਈ। ਸਿੱਖਾਂ ਦੀ ਆਵਾਜ਼ ਅਸੀਂ ਉਠਾਉਂਦੇ ਆ। ਜੇ ਡਜ਼ਨਟ ਮੈਟਰ ਜੇ ਲਿਬਰਲ ਸਰਕਾਰ ਆ, ਠੀਕ ਹੈ, ਕਈ ਬੰਦੇ ਰਿਲੇਸ਼ਨ ਹੈਗੇ ਆ ਲਿਬਰਲ ਸਰਕਾਰ ਨਾਲ, ਪਰ ਐਜ਼ ਐਨ ਆਰਗੇਨਾਈਜੇਸ਼ਨ ਵੀ ਆਲਵੇਜ਼ ਸਟੇਡ ਨਿਊਟਰਲ। ਅਸੀਂ ਲਿਬਰਲ ਸਰਕਾਰ ਨੂੰ ਵੀ ਜਦੋਂ ਟੈਰਰ ਰਿਪੋਰਟ ਹੋਈ, ਅਸੀਂ ਅਕ੍ਰੋਸ ਕੈਨੇਡਾ ਅਸੀਂ ਵਰਕਸ਼ਾਪ ਕੀਤੇ ਕਿ ਅਸੀਂ ਇਸ ਚੀਜ਼ ਨੂੰ ਜਾਣਕਾਰੀ ਅਸੀਂ ਕਮਿਊਨਿਟੀ ਤੱਕ ਪਹੁੰਚਾਈਏ ਕਿ ਇਹ ਕਿੰਨਾ ਮਾੜਾ ਚੀਜ਼ ਲਿਬਰਲ ਸਰਕਾਰ ਨੇ ਕੀਤੀ ਆ। ਜੇ ਸਾਡਾ ਜਿਹੜਾ ਮੇਨ ਮਕਸਦ ਇਹੀ ਹੈ ਕਿ ਹਰ ਪੋਲੀਟੀਸ਼ੀਅਨ, ਹਰ ਪੋਲੀਟੀਕਲ ਪਾਰਟੀ ਨੂੰ ਅਕਾਊਂਟੇਬਲ ਰੱਖੀਏ, ਜਿਹੜੀ ਸਿੱਖਾਂ ਦੀ ਆਵਾਜ਼ ਉੱਥੇ ਤੱਕ ਪਹੁੰਚਾਈਏ। ਡਜ਼ਨਟ ਮੈਟਰ ਕਿ ਸਿੱਖ ਬੰਦਾ ਉੱਥੇ MLA ਆ ਜਾਂ ਗੋਰਾ MP ਆ, ਡਜ਼ਨਟ ਮੈਟਰ। ਐਜ਼ ਅ ਕਮਿਊਨਿਟੀ ਵੀ ਨੀਡ ਟੂ ਇਨਸ਼ੋਰ ਵੀ ਹੈਵ ਆਵਰ ਵੌਇਸ ਦੇਅਰ। ਬਟ ਦ ਪ੍ਰੋਬਲਮ ਇਜ਼ ਜਦੋਂ ਤੁਸੀਂ ਪੋਲੀਟੀਕਲ ਪਾਰਟੀ ਜਾ ਜਾਂਦੇ, ਤੁਸੀਂ ਪੋਲੀਟੀਕਲ ਪਾਰਟੀ ਦੇ ਬੰਦੇ ਬਣ ਜਾਂਦੇ ਆ। ਤੇ ਸਾਡੀ ਕਮਿਊਨਿਟੀ ਦੀ ਫੋਕਸ ਉੱਥੇ ਤੱਕ ਰਹੀ ਹੈ ਕਿ ਬਿਕਾਜ਼ ਕਿ ਜਦੋਂ 1980s ਤੋਂ ਬਾਅਦ ਸਾਡੀ ਜਿਹੜੀ ਕੈਨੇਡੀਅਨ ਸਿੱਖ ਕਮਿਊਨਿਟੀ ਸੀ ਕਿ ਸਾਡੀ ਆਵਾਜ਼ ਉੱਥੇ ਤੱਕ ਜਾਂਦੀ ਨਹੀਂ ਸੀ। ਸਾਡੇ ਨਾਲ ਮੰਤਰੀ ਜਦੋਂ ਜੋ ਕਲਾਰਕ ਫੋਰਨ ਮਿਨਿਸਟਰ ਸੀ, ਉਹਨਾਂ ਨੇ ਮਨਾ ਕਰਤਾ ਸੀ ਸਾਰੇ ਕੈਨੇਡੀਅਨ ਗਵਰਨਮੈਂਟ ਨੇ ਕਿ ਤੁਸੀਂ ਸਿੱਖਾਂ ਨਾਲ ਮਿਲੋ ਨਾ। ਤੇ ਉਹ ਜਿਹੜਾ ਦੁੱਖ ਸੀ ਕਿ ਸਾਡੇ ਨਾਲ ਪੋਲੀਟੀਸ਼ੀਅਨ ਮਿਲਦੇ ਵੀ ਨਹੀਂ ਸੀ, ਉਹਦੇ ਵਿੱਚ ਕੀ ਬਣਦਾ ਕਿ ਸਾਨੂੰ ਲੱਗਦਾ ਕਿ ਸਾਨੂੰ MLA ਆਪਣੇ ਚਾਹੀਦੇ ਸੀ, ਸਾਨੂੰ MP ਆਪਣੇ ਚਾਹੀਦੇ ਸੀ। ਬਟ ਦ ਪ੍ਰੋਬਲਮ ਇਜ਼ ਕਿ ਜਦੋਂ MLA MP ਨੂੰ ਪਾਵਰ ਮਿਲ ਜਾਂਦੀ ਹੈ, ਜਦੋਂ ਉਹ ਪਲੇਟਫਾਰਮ ਮਿਲ ਜਾਂਦੀ ਹੈ, ਭੁੱਲ ਜਾਂਦੇ ਨੇ ਤੇ ਕਰਕੇ ਉਹ ਪਾਰਟੀ ਦੇ ਬੰਦੇ ਬਣ ਜਾਂਦੇ ਆ। ਪਾਰਟੀ ਦੇ ਵਿੱਚ ਉਹ ਫਰੇਮਵਰਕ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ। ਜੇ ਪਾਰਟੀ ਦੇ ਬੰਦੇ ਕੰਦੋਲਾ ਸਾਹਿਬ ਬਣ ਜਾਂਦੇ ਨੇ, ਬੀਇੰਗ ਏ ਨੇਸ਼ਨ, ਅਸੀਂ ਕਿਉਂ ਦੁਖੀ ਹੋਈਏ ਜੇ ਉਹਨਾਂ ਨੂੰ ਟਾਰਗੇਟ ਕਰਦੀ ਹੈ ਇੰਡੀਅਨ ਗਵਰਨਮੈਂਟ। ਫਿਰ ਜੇ ਉਹ ਸਾਡੀ ਕੇਅਰ ਨਹੀਂ ਕਰਦੇ, ਤੁਹਾਡਾ ਤਜਰਬਾ ਵੀ ਰਿਹਾ, ਮੈਂ ਵੀ ਤਜਰਬਾ 2019 ਦੇ ਵਿੱਚ ਲਿਆ। ਤੁਸੀਂ ਐਗਜ਼ਿਸਟਿੰਗ ਪੋਲੀਟੀਸ਼ੀਅਨ ਪੰਜਾਬੀਆਂ ਦੇ ਵਿੱਚ ਜੇ ਬਣਨ ਦੀ ਕੋਸ਼ਿਸ਼ ਕਰੋਗੇ, ਰਿਗਾਰਡਲੈਸ ਐਨੀ ਪਾਰਟੀ, ਉਹ ਸਭ ਇਕੱਠੇ ਹੋ ਜਾਂਦੇ ਨੇ, ਤੁਹਾਨੂੰ ਬਣ ਨਹੀਂ ਦਿੰਦੇ, ਉਹ ਰੋਲ ਦਿੰਦੇ ਨੇ। ਜਿਹੜੀ ਕੰਸਟੀਚੁਐਂਸੀ ਦੇ ਵਿੱਚੋਂ ਤੁਹਾਡੀ ਪਾਰਟੀ ਨੂੰ 30,000 ਵੋਟਾਂ ਮਿਲੀਆਂ ਹੋਣ, ਉਸ ਪਾਰਟੀ ਦੀਆਂ 10,000 ਵੋਟਾਂ ਰਹਿ ਜਾਂਦੀਆਂ ਨੇ। ਸਾਰਿਆਂ ਦੇ ਅੰਦਰ ਬੈਠ ਕੇ ਸਮਝੌਤੇ ਕੀਤੇ ਹੋਏ ਨੇ, ਨਵਾਂ ਬੰਦਾ ਨਹੀਂ ਬਣਨਾ ਚਾਹੀਦਾ। ਸੋ ਅਖੀਰ ਦੇ ਵਿੱਚ ਮੈਨੂੰ ਇਹ ਦੱਸੋ, ਬੀਇੰਗ ਏ ਕਮਿਊਨਿਟੀ, ਜਦ ਇਸ ਤਰ੍ਹਾਂ ਟਾਰਗੇਟ ਸਾਡੇ ਇਹ ਪੋਲੀਟੀਸ਼ੀਅਨਸ ਹੁੰਦੇ ਨੇ, ਸਾਨੂੰ ਕਲੈਕਟਿਵਲੀ, ਕਿਉਂਕਿ ਪ੍ਰੋਬਲਮ ਇੱਕ ਹੈ, ਤੁਸੀਂ ਅੱਗੇ ਹੋ ਜਾਓ, ਸੱਚ ਲਈ ਲੜ ਪਓ,
ਜਿੱਦਣ ਤੁਹਾਡਾ ਸਿਰ ਜਾਂ ਬਾਂਹ ਘਲਾੜੀ 'ਚ ਫਸ ਗਈ, ਕਮਿਊਨਿਟੀ ਤੁਹਾਨੂੰ ਲੱਭਦੀ ਨਹੀਂ ਹੈ। ਹਾਂ, ਜਿੱਦਣ ਤੁਸੀਂ ਉਹ ਕੰਮ ਕਰ ਰਹੇ ਹੋ ਤੁਹਾਨੂੰ ਸ਼ਾਬਾਸ਼ ਜੋ ਬਹੁਤ ਮਿਲਦੀ ਹੈ। ਕਮਿਊਨਿਟੀ ਦਾ ਮੋਹ ਕਿਉਂ ਭੰਗ ਹੁੰਦਾ? ਉਹ ਇਹਦੇ ਕਰਕੇ ਭੰਗ ਹੁੰਦਾ ਹੈ ਕਿ ਜਿਹਨੂੰ ਪਾਵਰ ਮਿਲਦੀ ਹੈ ਉਹ ਆਈਸੋਲੇਸ਼ਨ 'ਚ ਜਾ ਕੇ ਆਪਣੇ ਨਿੱਜੀ ਏਜੰਡੇ ਨੇ ਜਿਹੜੇ ਉਹਨਾਂ ਦੇ ਪਿੱਛੇ ਲੱਗ ਜਾਂਦਾ, ਪਾਵਰ 'ਚ ਲੱਗ ਜਾਂਦਾ ਹੈ। ਕਿੰਨੀਆਂ ਖਬਰਾਂ ਆਉਂਦੀਆਂ ਨੇ, ਕਿੰਨੀਆਂ ਗਲੋਬਲ ਮੇਲ ਨੇ ਖਬਰਾਂ ਛਾਪੀਆਂ ਨੇ, ਕੀ ਕੁਛ ਹੋ ਰਿਹਾ, LMI ਦੇ ਵਿੱਚ ਕੀ ਹੋ ਰਿਹਾ, ਵਿਜ਼ਿਟ ਵੀਜ਼ੇ ਵਿਕ ਰਹੇ ਨੇ, ਸਭ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਸੋ ਇਹਨੂੰ ਬੈਲੈਂਸ ਰੱਖਣ ਲਈ ਕਮਿਊਨਿਟੀ ਨੂੰ ਕਲੈਕਟਿਵਲੀ ਕੀ ਕਰਨਾ ਚਾਹੀਦਾ ਜੀ? ਅਖੀਰ 'ਚ ਇਹ ਦੱਸੋ ਪਲੀਜ਼। ਸੋ ਮੇਰਾ ਇਨ ਆਰਟੀਕਲ ਦੇ ਵਿੱਚ ਮੈਂ ਇਹੀ ਲਿਖਿਆ ਸੀ ਕਿ ਜੋ ਮਰਜ਼ੀ ਤੁਸੀਂ ਕਰ ਲਓ, ਜੇ ਐਂਡ ਸਪੈਸ਼ਲੀ ਜਿਹੜਾ ਇੱਕ ਮੈਸੇਜ ਮੈਂ ਭੇਜਣਾ ਚਾਹੁੰਦਾ ਸੀ ਕਿ ਜਿਹੜਾ ਅਗਲੇ ਜਾਂ ਨੌਜਵਾਨ ਜਿਹੜੇ ਸੋਚਦੇ ਆ ਕਿ ਅਸੀਂ ਆਪਣੇ ਕਮਿਊਨਿਟੀ ਲਈ ਕੋਈ ਵਧੀਆ ਕਰ ਸਕਦੇ ਆ, ਕੋਈ ਇੰਪਰੂਵ ਕਰ ਸਕਦੇ, ਕਿ ਪੋਲੀਟੀਕਲ ਪਲੇਟਫਾਰਮ ਦੇ ਥਰੂ ਜੇ ਤੁਸੀਂ ਕਰਨਾ ਚਾਹੁੰਦੇ ਆ, ਪਰ ਗੱਲ ਚੇਤੇ ਰੱਖੋ ਕਿ ਡਜ਼ਨਟ ਮੈਟਰ ਵਾਟ ਯੂ ਡੂ। ਚਲੋ ਠੀਕ ਹੈ, ਮੈਂ we were talking this in this particular case about Indian state and attacking and all that, but the message ਇਹੀ ਆ ਕਿ ਜੇ ਤੁਸੀਂ ਆਪਣੇ ਸਿੱਖ ਕਮਿਊਨਿਟੀ ਵਿੱਚ ਕੁਝ ਕੰਮ ਕਰਨਾ ਚਾਹੁੰਦੇ ਆ, ਤੁਹਾਨੂੰ ਤੁਸੀਂ ਐਜ਼ ਏ ਥਰਡ ਪਾਰਟੀ ਐਕਟਿਵਿਸਟ ਕੰਮ ਕਰੋ ਕਰਕੇ at the end of the day doesn't matter ਕਿਹੜੇ nation state ਹੈ ਜੋ ਵੀ ਆ, ਕਿ as a minority vulnerable community you will always be targeted and you need to ensure ਕਿ your voice is there and you raise your voice। ਤੇ ਅੱਜ ਸੋਸ਼ਲ ਮੀਡੀਆ ਦੇ ਥਰੂ, ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਦੇ ਥਰੂ ਤੁਹਾਡੇ ਕੋਲ ਪਲੇਟਫਾਰਮ ਹੈਗਾ ਆ। ਅਸੀਂ ਹੁਣ ਦਿੱਲੀ ਚੱਲੋ ਫਾਰਮਰ ਪ੍ਰੋਟੈਸਟ, ਕਿਸਾਨ ਮੋਰਚੇ ਦੇ ਵਿੱਚ ਦੇਖਿਆ ਆ ਕਿ ਈਵਨ ਡਾਇਸਪੋਰਾ 'ਚ ਬੈਠੇ ਨੌਜਵਾਨ ਤੁਸੀਂ ਤੇ ਸਾਰੇ ਤੁਸੀਂ ਆਪਣੀ ਆਵਾਜ਼ ਉਠਾ ਕੇ it makes a difference। We've seen it. Indian media wants to target you and they will continue to target you ਕਿ ਹੌਸਲਾ ਨਹੀਂ ਛੱਡਣਾ, but always remember that you will always be seen as a Sikh, you'll always be seen as an other and the state will continue to other you। So at the end of the day it is important to understand this is what happens in politics। Don't ਜਿਹੜਾ ਬੈਂਸ ਸਾਹਿਬ ਦਾ ਜਿਹੜਾ ਐਗਜ਼ਾਮਪਲ ਆ ਕਿ ਇਹਨੂੰ ਚੇਤਾ ਨਾ ਭੁਲਾਓ that he sold the community and this is what at the end of the day this is how he was treated। So remember that as a lesson। ਹਰਮਨ ਜੀ, ਗੱਲਬਾਤ ਤੁਹਾਡੇ ਨਾਲ ਹੁੰਦੀ ਰਹੇਗੀ, ਆਪਣਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਰਹੇਗਾ, ਸੈਗਮੈਂਟਸ ਆਉਂਦੀਆਂ ਰਹਿਣੀਆਂ ਨੇ, ਮੈਂ ਤੁਹਾਨੂੰ ਆਪਣੇ ਸ਼ੋਅ ਦੇ ਵਿੱਚ ਜ਼ਰੂਰ ਲਿਆ ਕਰਾਂਗਾ। ਪਰ ਪੰਜਾਬੀ 'ਚ ਕਹਿੰਦੇ ਆ ਵੀ ਕੰਢੇ ਭੁਰ ਜਾਂਦੇ ਆ ਜਾਂ ਕੋਈ ਨਵਾਂ ਬੰਦਾ, ਹੁਣ ਤੁਹਾਡੀ ਕਾਬਲੀਅਤ, ਚੱਲ ਮੈਂ ਤਾਂ ਵੱਡਾ ਹੋ ਕੇ ਆਇਆ ਉੱਥੋਂ, ਤੁਹਾਡੇ ਕੋਲ ਕੋਈ ਕਮਿਊਨੀਕੇਸ਼ਨ ਦੀ ਪ੍ਰੋਬਲਮ ਨਹੀਂ, ਕੋਈ ਵਿਦਆਊਟ ਐਕਸੈਂਟ ਤੁਸੀਂ ਅੰਗਰੇਜ਼ੀ ਬੋਲਦੇ ਹੋ, ਵਕੀਲ ਹੋ, ਕੋਸ਼ਿਸ਼ ਕੀਤੀ ਤੁਸੀਂ, ਭੰਨ ਦਿੰਦੇ ਆ ਤੁਹਾਨੂੰ ਫੜ ਕੇ। ਜਿਹੜੇ ਨਾ ਕਮਿਊਨਿਟੀ ਦੇ ਐਡਮਿੰਟਨ 'ਚ ਵੀ ਨੇ, ਇੱਥੇ ਵੀ ਨੇ, ਜਿਨ੍ਹਾਂ ਦੇ 4 ਪੈਸੇ ਨੇ ਜੇਬਾਂ 'ਚ, ਉਹ ਕਹਿੰਦੇ ਨੇ ਪਹਿਲਾਂ ਲੱਤ ਥੱਲੇ ਨਿੰਗ, ਫਿਰ ਤੈਨੂੰ MLA ਤੇ MP ਬਣਾਵਾਂਗੇ। ਤੇ ਨਵਾਂ ਬੰਦਾ ਹੱਕ ਹਾਰ ਕੇ ਹੰਬ ਕੇ ਘਰੇ ਬਹਿ ਜਾਂਦਾ। ਪਰ ਸਾਰੀ ਮਿੱਟੀ ਇੱਕੋ ਨਹੀਂ ਹੁੰਦੀ, ਸਾਰੀ ਮਿੱਟੀ ਆ ਜਿਹੜੀ ਉਹ ਕੁੱਟਿਆਂ ਨਹੀਂ ਭੁਰਦੀ ਹੁੰਦੀ। ਅਸੀਂ ਆਪਣਾ ਕੰਮ ਜਾਰੀ ਰੱਖਾਂਗੇ, ਪਰ ਐਕਸਪੀਰੀਅੰਸ ਰਾਜਨੀਤੀ ਦੇ ਬੰਦਿਆਂ ਤੋਂ ਇੰਨਾ ਬੈਡ ਹੋ ਜਾਂਦਾ, ਤੁਸੀਂ ਚੁੱਪ ਕਰਕੇ ਬਹਿਨੇ ਹੋ, ਫਿਰ ਇਹ ਅਨਾਰਕੀ ਆਪਣੀ ਪੈਦਾ ਕਰਦੇ ਨੇ। ਸਾਡੇ ਪੋਲੀਟੀਸ਼ੀਅਨਸ ਨੂੰ ਵੀ ਜਿੱਤਣ ਤੋਂ ਬਾਅਦ ਕਮਿਊਨਿਟੀ ਵੱਲ ਝਾਕਣਾ ਚਾਹੀਦਾ। ਠੀਕ ਹੈ, ਦੁਨੀਆ ਦੇ ਵਿੱਚੋਂ ਦੂਜੀਆਂ ਬੇਸਿਕਲੀ ਜਿੱਥੇ ਤੁਹਾਡੀ ਪ੍ਰੋਬਲਮ ਕ੍ਰੀਏਟ ਹੋਵੇ, ਤੁਸੀਂ ਮਨੁੱਖੀ ਹੱਕਾਂ ਦੇ ਰਾਖੇ ਹੋਵੋ ਤੇ ਕਿਤੇ ਮਨੁੱਖੀ ਹੱਕਾਂ ਦੇ ਜਿਹੜਾ ਘਾਣ ਹੁੰਦਾ ਹੋਵੇ, ਉੱਥੇ ਤੁਹਾਡੇ ਕਲੈਸ਼ਸ ਹੋਣਗੇ। ਪਰ ਜੇ ਕਮਿਊਨਿਟੀ ਨੂੰ ਇਹ ਰਾਜਨੀਤਿਕ ਬੰਦੇ ਜਿੱਤਣ ਤੋਂ ਬਾਅਦ ਓਪਨ ਫੋਰਮ ਕਰਨ, ਸੱਦ ਕੇ ਕਮਿਊਨਿਟੀ ਨੂੰ ਇਕੱਠਿਆਂ ਕਰਨ, ਕੰਸਟੀਚੂਐਂਟਸ ਨੂੰ ਕਹਿਣ ਵੀ ਆਓ ਸਾਨੂੰ ਦੱਸੋ, ਇਹ ਤਾਂ ਲੱਭਦੇ ਨਹੀਂ 4-4 ਸਾਲ। ਮਹੀਨਾ ਜਦ ਰਹਿੰਦਾ ਤੇ ਉਦੋਂ ਟਾਈਆਂ ਲਾ ਕੇ ਨਾਰਮਲ ਕੱਪੜੇ ਪਾ ਕੇ ਹੱਥ ਜੋੜ ਕੇ ਤੁਰੇ ਫਿਰਦੇ ਆ। ਜਿੱਦਣ ਦੁਬਾਰਾ ਆਟਵਾ ਚਲੇ ਜਾਂਦੇ ਆ ਜਾਂ ਵਿਕਟੋਰੀਆ ਚਲੇ ਜਾਂਦੇ ਆ ਜਾਂ ਐਡਮਿੰਟਨ ਚਲੇ ਜਾਂਦੇ ਆ, ਕੰਦੋਲਾ ਸਾਹਿਬ, ਇਹ ਨਹੀਂ ਲੱਭਦੇ ਮੁੜ ਕੇ। ਇਹ ਸੱਚ ਹੈ। ਗੱਲ ਤੁਹਾਡੀ ਸਹੀ ਹੈ, ਸੱਚ ਹੈ। ਧੰਨਵਾਦ ਤੁਹਾਡਾ ਕਿ you gave me the opportunity। Thank you so much। ਧੰਨਵਾਦ। ਥੈਂਕ ਯੂ। ਹਰਮਨ ਕੰਦੋਲਾ ਜੀ ਵਕੀਲ ਨੇ, ਉਤਸ਼ਾਹੀ ਨੌਜਵਾਨ ਨੇ। ਪਰ ਸੱਚ ਇਹ ਹੈ ਬਈ ਹੁਣ ਜਦ ਸ਼ੇਰ ਆਉਂਦਾ ਹੈ, ਪਿੰਡ ਕਿਵੇਂ ਇਕੱਠਾ ਹੋਵੇ? ਜਦ ਸ਼ੇਰ ਇਹ ਪਿੰਡ ਨੂੰ ਖਾਣ ਲੱਗ ਜਾਂਦਾ, ਤੁਸੀਂ ਗੱਲ ਤਾਂ ਕਮਿਊਨਿਟੀ 'ਚ ਕਰਕੇ ਦੇਖੋ ਬਈ ਮੈਂ ਆਹ ਖੜਨਾ, ਜਾਂ ਤੁਹਾਡੀਆਂ ਅਲਾਮਤਾਂ ਹੀ ਹੋਣ ਬਈ ਰਾਜਨੀਤੀ 'ਚ ਜਾਣਾ। ਤੁਹਾਡੇ ਕੰਢੇ ਭੋਰ ਦਿੰਦੇ ਅਗਲੇ, ਪੈਸਿਆਂ ਦੀ ਚਮਕ ਦਮਕ ਇੰਨੀਆਂ ਦੇ ਦਿੰਦੇ ਨੇ ਅਗਲੇ, ਬੂਥਾ ਭਰ ਦਿੰਦੇ ਨੇ ਡਾਲਰਾਂ ਨਾਲ, ਸੋਨੇ ਦੀਆਂ ਮੋਹਰਾਂ ਨਾਲ। ਬੋਲੀ ਚੱਲੋ। ਸੋ ਇਹ ਅਸੀਂ ਤੜਫਦੇ ਤਾਂ ਹੈ ਬਈ ਨਵਦੀਪ ਬੈਂਸ ਨੂੰ ਟਾਰਗੇਟ ਇੰਡੀਅਨ ਗਵਰਨਮੈਂਟ ਨੇ ਕੀਤਾ, ਪਰ ਇਹ ਲੋਕ ਜਿਹੜੇ ਇਹ ਜਦ ਇਹਨਾਂ ਕੋਲ ਕੰਟਰੋਲ ਆ ਜਾਂਦਾ, ਇਹ ਖੰਘਣ ਨਹੀਂ ਦਿੰਦੇ ਆਪਣੇ ਏਰੀਏ 'ਚ, ਚਾਹੇ ਉਹ ਬਰੈਂਪਟਨ ਹੈ ਚਾਹੇ ਉਹ ਵੈਨਕੂਵਰ ਹੈ। ਤੁਸੀਂ ਬਣ ਕੇ ਤਾਂ ਦਿਖਾਓ। ਕੌਂਸਲ ਕੀ, ਤੁਸੀਂ ਇੱਕ ਸਕੂਲ ਬੋਰਡ ਦੇ ਮੈਂਬਰ ਬਣ ਕੇ ਦਿਖਾਓ ਜਿਹੜੇ ਤੁਸੀਂ
ਕਿਤੇ ਵੀ ਅਨਨੋਨ। ਉਹ ਕਹਿੰਦੇ ਪਹਿਲਾਂ ਚੇਲਾ ਬਣ, ਲੱਤ ਥੱਲੇ ਦੀ ਨਿੰਗ, ਫਿਰ ਤੈਨੂੰ ਬਣਾਵਾਂਗੇ ਅਸੀਂ MP MLA। ਸਾਡੀ ਤੂੰ ਡੱਫ ਖੜਕਾਵੇਂਗਾ ਜਾ ਕੇ ਉੱਥੇ। ਹੁਣ ਦੁੱਖ ਤਾਂ ਹੈ ਬਈ ਇਹ WSO ਕਰਕੇ ਟਾਰਗੇਟ ਕੀਤੇ ਗਏ ਨੇ, ਪਰ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਜਿਹੜੇ ਪ੍ਰਧਾਨ ਨੇ ਉਹ ਤਾਂ ਦਿੱਲੀ 'ਚ ਜਾ ਕੇ ਜਿਹੜੀਆਂ ਮੀਟਿੰਗਾਂ ਕਰਦੇ ਨੇ, ਵਫਦ ਲੈ ਕੇ ਜਾਂਦੇ ਨੇ, ਬਿਨਾਂ ਦੱਸੇ ਜਾਂਦੇ ਨੇ। ਉੱਥੇ ਦੀ MOU ਸਾਈਨ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਤਾਂ ਬਿਜ਼ਨਸ ਕਰ ਰਹੇ ਨੇ ਉਹ ਦੇਸ਼ ਨਾਲ, ਹਰ ਸਾਲ ਉੱਥੇ ਜਾਂਦੇ ਨੇ। ਤੇ ਉਹ ਦੇਸ਼ ਦੇ ਵੱਲੋਂ ਜੇ ਇਹ ਗੱਲ ਹੁੰਦੀ ਆ ਵੀ ਭਾਈ ਇਹ ਤੁਸੀਂ ਇਹ ਰਾਜਨੀਤੀ ਆ ਜਿਹੜੀ ਸਮੋਸਾ ਰਾਜਨੀਤੀ ਆ, ਜਦ ਉਹਦੇ ਤੇ ਭਾਰਤ ਵੱਲੋਂ ਕੁਝ ਕਿਹਾ ਜਾਂਦਾ ਹੈ ਫਿਰ ਅਸੀਂ ਸੋਚਦੇ ਹਾਂ ਵੀ ਬੀਇੰਗ ਏ ਸਿੱਖ ਅਸੀਂ ਟਾਰਗੇਟ ਹੋ ਗਏ। ਪਰ ਇਹ ਰਾਜਨੀਤਿਕ ਬੰਦੇ ਜਦ ਤਾਜ ਸਿਰ ਤੇ ਰੱਖਦੇ ਆ, ਇਹਨਾਂ ਨੂੰ ਵੀ ਵੇਖਣਾ ਚਾਹੀਦਾ ਵੀ ਕੌਮ ਵੱਲ ਝਾਕਦੇ ਆ, ਮੁੜ ਕੇ ਆਉਂਦੇ ਆ ਕਦੇ ਮੁੜ ਕੇ। ਨੋ ਆ ਕਹਾ ਲਓ ਤੁਸੀਂ, ਲੱਗਿਆ ਪਿਆ ਨਾ ਜ਼ੋਰ ਸਾਰੇ ਬਈ ਆ ਕਿਸਾਨ ਸੰਘਰਸ਼ ਲਈ ਬੁਲਵਾਓ। ਔਰ ਬ੍ਰਾਇਡ ਬੇਸ ਜਿਹੜਾ ਹੈ ਮੁੰਡਾ ਕੰਸਰਵੇਟਿਵ ਦਾ ਐਬਸਫੋਰਡ ਤੋਂ ਬੋਲਿਆ ਨਾ ਜਾ ਕੇ, ਤੁਸੀਂ ਆਪਣਿਆਂ ਨੂੰ ਬੁਲਵਾ ਕੇ ਦਿਖਾਓ ਹਾਂ ਕਿਸੇ ਨੂੰ। ਉਹ ਸਾਡਾ ਟਰੂਡੋ ਬੋਲ ਗਿਆ, ਸਾਡਾ ਟਰੂਡੋ ਬੋਲ ਗਿਆ, ਚੁੱਪ ਨੇ। ਸੋ ਗੱਲ ਇਹ ਆ ਵੀ ਕਮਿਊਨਿਟੀ ਜਦ ਆਵਾਜ਼ ਮਾਰਦੀ ਆ, ਜਦ ਕਿੱਥੇ ਨੇ ਇਹ ਲੋਕ। ਤੇ ਹਰ ਜਗ੍ਹਾ ਆਪਣੀਆਂ ਪਾਕਟਸ ਬਣਾਈਆਂ ਨੇ, ਹਰ ਜਗ੍ਹਾ ਆਪਣੇ ਬੁਲੀ ਰੱਖੇ ਹੋਏ ਨੇ, ਸੰਗਲੀਆਂ ਖੋਲ ਦਿੰਦੇ ਨੇ ਉਹਨਾਂ ਦੀਆਂ। ਬੰਦਾ ਕੋਈ ਗੱਲ ਤਾਂ ਕਰਕੇ ਦਿਖਾਵੇ। ਸੋ ਕੌਮ ਕਮਿਊਨਿਟੀ ਦੁੱਖ ਮਨਾਊਗੀ, ਪਰ ਕੌਮ ਦਾ ਕਮਿਊਨਿਟੀ ਦਾ ਦੁੱਖ ਕਿਹਨੇ ਮਨਾਉਣਾ ਹੈ? ਕਿੱਥੇ ਨੇ? ਕਿਹੜੀਆਂ ਖਬਰਾਂ ਨਹੀਂ ਪਤਾ ਲੋਕਾਂ ਨੂੰ? ਕੀ ਨਹੀਂ ਛਪਿਆ ਅਖਬਾਰਾਂ 'ਚ? ਇਨਵੈਸਟੀਗੇਟਿਵ ਰਿਪੋਰਟਸ ਛਪੀਆਂ ਨੇ, ਲੋਕਾਂ ਦੇ ਸਾਹਮਣੇ ਨੈਕਸਸ ਹੈ ਕਿ ਕੀ ਹੋ ਰਿਹਾ। ਹੁਣ ਜਿਹੜੀਆਂ ਖਬਰਾਂ ਉੱਥੋਂ ਛਪੀਆਂ ਸੀ ਮੈਂ ਸੁਣਾ ਦੀਆਂ ਕਿ ਇਹ ਚਾਹੇ ਉਹ ਸਿੱਧ ਨਹੀਂ ਹੋਈਆਂ, ਲੈਂਡ ਡੀਲ ਦੀ ਗੱਲ ਆ 33 ਲੱਖ ਦੀ 44 ਲੱਖ ਦੀ ਵਿਕੀ, ਉਹਦੇ 'ਚ ਚਾਹੇ ਉਹ ਸਿੱਧੇ ਨਹੀਂ ਸੀ, ਪਰ ਜਿਹੜੇ ਬੰਦੇ ਨੇ ਉਹ ਜ਼ਮੀਨ ਖਰੀਦੀ, ਉਹ ਬੰਦੇ ਦੇ ਨਾਲ ਜੱਫੀਆਂ ਪਾ ਕੇ ਫੋਟੋਆਂ ਖਿਚਾਈਆਂ ਹੋਈਆਂ ਨੇ ਟਰੂਡੋ ਵਾਲੀ ਵਿਜ਼ਿਟ ਤੇ ਇਹਨਾਂ ਦੀਆਂ। ਰਾਜ ਗਰੇਵਾਲ ਦਾ ਜਿਹੜਾ ਜਦ ਜਿੱਤ ਕੇ ਭੇਜ ਦਿੱਤੇ, ਤੁਸੀਂ ਦਸਤਾਰਾਂ, ਤੁਸੀਂ ਦਾੜੀਆਂ ਵਾਲੇ, ਤੁਸੀਂ ਜੂਏ ਖਾਨੇ 'ਚ ਤੁਰੇ ਫਿਰਦੇ ਹੋ, ਜਦ ਕੌਮ ਕਿੱਥੇ ਹੈ? ਜਾਂ ਅਨਾਰਕੀ ਪੈਦਾ ਕਰ ਦਿੰਦੇ ਵੀ ਕੋਈ ਵੀ ਬੰਦਾ ਨਹੀਂ ਵੜ ਸਕਦਾ, ਨਵਾਂ ਬੰਦਾ ਬ੍ਰੇਕ ਨਹੀਂ ਕਰ ਸਕਦਾ। ਫਿਰ ਬੰਦਾ ਇਹ ਕਰਨਗੇ ਕੀ? ਲੋਕ ਕੀ ਕਰਨਗੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਇਹੀ ਤਾਂ ਰੌਲਾ ਹੈ ਹਰ ਰੋਜ਼ ਕਿ ਯਾਰ ਇਹ ਨਾ ਤੁਸੀਂ ਕੜ ਤੋੜੋ। ਸਾਰਿਆਂ ਨੂੰ ਬੇਨਤੀ ਕਰਦਾ, ਨਵੇਂ ਬੰਦੇ ਪਹੁੰਚਣ, ਨਵੇਂ ਬੰਦਿਆਂ ਨੂੰ। ਇੱਕ ਬੰਦਾ ਜਿਹੜਾ 1 ਟਰਮ 2 ਟਰਮ 3 ਟਰਮ ਨਹੀਂ ਕਰ ਗਿਆ, ਉਹਦਾ ਠੇਕਾ ਲਿਆ 7 ਟਰਮਾਂ ਦਾ। ਕੱਲਾ ਉਹਦਾ ਹੀ ਦਿਮਾਗ ਆ ਵੀ 20 ਸਾਲ ਅਸੀਂ ਉਹ ਰਹਿਣਾ, ਹੋਰ ਕੋਈ ਬੜੇ ਨਹੀਂ ਸਕਦਾ। ਕੌਂਸਲਰ ਦੀ ਨੋਮੀਨੇਸ਼ਨ, ਇੱਕ MLA ਦੀ ਨੋਮੀਨੇਸ਼ਨ ਦੂਸਰੀਆਂ ਪਾਰਟੀਆਂ ਦੇ ਵਿੱਚੋਂ, ਇਹ ਮੈਨੂੰ ਖਬਰਾਂ ਮਿਲੀਆਂ ਬਰੈਂਪਟਨ ਤੋਂ, ਗਏ ਨਾ 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 ਪਹਿਲਾਂ ਕਾਕਾ ਜੀ ਤੂੰ ਨਹੀਂ ਇੱਥੇ ਖੜ ਸਕਦਾ, ਤੇਰੀ ਨੋਮੀਨੇਸ਼ਨ ਨਹੀਂ ਅਸੀਂ ਜਿੱਤਣ ਦਿੰਦੇ। ਇੱਥੇ ਦੇਖ ਲਓ ਤੁਸੀਂ ਸਰੀ 'ਚ ਖੜਾਓ ਤਾਂ ਨੋਮੀਨੇਸ਼ਨ ਕੋਈ ਬਣਾ ਕੇ ਵੜ ਕੇ, ਨਵਾਂ ਬੰਦਾ ਵੜ ਕੇ ਤਾਂ ਦੱਸੇ। ਹੁਣ ਜਦ ਉਹਨਾਂ ਨੇ ਸਰਕਾਰ ਦੂਜੀ ਕਹਿੰਦੀ ਹੈ, ਫਿਰ ਅਸੀਂ ਫਿਰ ਕੌਮੀਅਤ ਦੇ ਗਲ ਆਉਂਦੇ ਹਾਂ। ਕੌਮ ਕੀ ਕਰੇ ਉਹਦੇ 'ਚ? ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣਾ ਹੈ। ਸਾਹਿਬ ਆਲਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਜਿਹੜੇ 10-15 ਮਿੰਟ ਨੇ, ਉਹਨਾਂ ਦੀ ਉਸਤਤ ਦੇ ਵਿੱਚ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਬਾਰੇ ਸੋਚਦੇ ਹੋ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਫੇਰ ਤੁਹਾਨੂੰ ਲੱਖ ਲੱਖ ਵਧਾਈਆਂ। ਤੇ ਸਾਹਿਬ ਦੇ ਬਾਰੇ, ਗੁਰੂ ਪਿਤਾ ਦੇ ਬਾਰੇ ਕੁਝ ਵੀ ਅਸੀਂ ਉਹਨਾਂ ਦੇ ਬਾਰੇ ਤਾਂ ਕੀ ਗੱਲ ਕਰਨੀ ਹੈ, ਮੇਰੇ ਸ਼ਬਦ ਗਲਤ ਨੇ। ਉਹਨਾਂ ਦੀ ਸਿੱਖਿਆ ਦੇ ਵਿੱਚੋਂ ਸਾਨੂੰ ਕੀ ਗ੍ਰਹਿਣ ਕਰਨਾ ਚਾਹੀਦਾ? ਵਧਾਈਆਂ ਤਾਂ ਦੇਈ ਜਾਂਦੇ ਆ, ਪਰ ਬਹੁਤ ਉਹਨਾਂ ਨੇ ਕੁਝ ਕਿਹਾ। ਉਹਨਾਂ ਨੂੰ ਜਦ ਰਵਾਲ ਸਰ ਪਹਾੜੀ ਰਾਜੇ ਨਾਲ ਗੱਲ ਹੋਈ, ਪਹਾੜੀ ਰਾਜੇ ਉਹ ਕਹਿੰਦੇ ਅਸੀਂ ਵੀ ਰਹਿੰਦੇ ਹਾਂ, ਔਰੰਗਜ਼ੇਬ ਦਾ ਰਾਜ ਹੈ, ਤੁਸੀਂ ਕਿਉਂ ਇਹ ਕੰਮ ਕਰਦੇ ਹੋ? ਕਿਉਂ ਘੋੜਿਆਂ ਤੇ ਚੜ੍ਹਦੇ ਹੋ? ਕਿਉਂ ਤੀਰਾਂ ਤਲਵਾਰਾਂ ਦੀ ਗੱਲ ਕਰਦੇ ਹੋ? ਕਿਉਂ ਨਗਾਰਾ ਮੜ ਲਿਆ? ਤੁਸੀਂ ਪੰਗੇ 'ਚ ਪਾਓਗੇ? ਉਹ ਕਹਿੰਦੇ ਨਾ, ਇਹ ਨਹੀਂ ਗੱਲ ਹੋਣੀ। ਇੱਥੇ ਤਾਂ ਚਿੜੀਆਂ ਦੇ ਨਾਲ ਇਹ ਬਾਜ ਭੰਨਣੇ ਆ। ਤੇ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਦੇ ਨਾਲ ਜਦ ਲੜੇ ਨੇ ਸਾਹਿਬ, ਜਦ ਕਿਲ੍ਹਾ ਜਿਹੜਾ ਆਨੰਦਪੁਰ ਦਾ ਛੱਡਿਆ, ਜਾਂ ਪਹਿਲਾਂ ਵੀ ਪੌਂਟਾ ਸਾਹਿਬ ਭੰਗਾਣੀ ਦਾ ਜਿਹੜਾ ਯੁੱਧ ਹੋਇਆ, ਭੰਗਾਣੀ ਦੇ ਯੁੱਧ ਦੇ ਵਿੱਚ ਵੀ ਇਹੀ ਸੀ, ਪ੍ਰਸਾਦੀ ਹਾਥੀ ਮੰਗਦਾ ਸੀ ਕਹਿਲੂਰ ਵਾਲਾ। ਤਾਂ ਉਹ ਕਹਿੰਦਾ ਨਾ, ਇਹ ਨਹੀਂ ਮਿਲਣਾ ਪ੍ਰਸਾਦੀ ਹਾਥੀ, ਤੈਨੂੰ ਅਸੀਂ ਕਿਵੇਂ ਦੇ ਦਈਏ? ਮਨ ਦੇ ਵਿੱਚ ਪਾਪ ਸੀ। ਸੋ ਜਿਹੜੀ ਬਦੀ ਦੇ ਖਿਲਾਫ ਖੜਨਾ, ਇਹ ਹਰ ਰੋਜ਼ ਤੁਹਾਨੂੰ ਜ਼ਿੰਦਗੀ 'ਚ ਮਿਲਦਾ। ਕਈ ਵਾਰ ਅਸੀਂ ਮੂਹਰਲੀ ਤਾਕਤ ਵੇਖ ਕੇ ਝੁਕ ਜਾਂਦੇ ਹਾਂ। ਤੁਸੀਂ ਅੱਖਾਂ ਮੀਚ ਲਓ, ਕਬੂਤਰ ਅੱਖਾਂ ਮੀਚ ਲਏ, ਬਿੱਲੀ ਨਹੀਂ ਛੱਡਦੀ ਕਬੂਤਰ ਨੂੰ। ਜੇ ਅੱਜ ਵਧਾਈਆਂ ਦੀ ਗੱਲ ਆ ਤਾਂ ਉਹਨਾਂ ਦਾ ਜਿਹੜਾ ਸੁਨੇਹਾ, ਜਿਵੇਂ ਪਹਿਲਾਂ ਪੜ੍ਹ ਕੇ ਗਏ ਸੀ ਨਵਕਿਰਨ ਸਿੰਘ
ਪੱਤੀ ਆ ਜੀ, ਪੱਤੀ ਸੇਖਵਾਂ ਪਿੰਡ, ਤੱਤੇ ਨਾਲ, ਪੱਟੀ ਨਹੀਂ ਪੱਤੀ ਪਿੰਡ ਆ ਉਹਨਾਂ ਦਾ। ਭਲਿੰਦਰਪਾਲ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਵੀ ਆ, ਜਿਹੜਾ ਬੈਂਸ ਸਾਹਿਬ ਦੀ ਗੱਲ ਤਾਂ ਮੈਨੂੰ ਲੱਗਦਾ ਕੈਨੇਡਾ 'ਚ ਕੁਝ ਹੋਰ ਚੱਲੀ ਸੀ ਅਸਤੀਫੇ ਬਾਰੇ, ਹਨਾ, ਉਹ ਤੁਸੀਂ ਮੂਹਰੇ ਵੀ ਲਿਆਂਦਾ ਵਾ। ਉਹ ਕਿੱਧਰੋਂ ਕੌਮ ਨਾਲ ਜੁੜ ਗਈ, ਉਧਰ ਜੀਟੀਵੀ, ਮੈਨੂੰ ਸ਼ੱਕੀ ਚੱਲ ਲੱਗਦਾ ਜੀ ਇਹ ਕੰਮ ਇੱਕਦਮ। ਉਹ ਚਾਹੇ ਤਾਂ ਜੀਟੀਵੀ ਨੇ ਆਪਦਾ ਕੋਈ ਫਾਇਦਾ ਚੱਕ ਲਿਆ ਵੀ ਚਲੋ ਮੌਕਾ ਮਿਲ ਗਿਆ, ਅਸਤੀਫਾ ਤਾਂ ਦਿੱਤਾ, ਕਿਸੇ ਹੋਰ ਕਾਰਨਾਂ ਕਰਕੇ ਹੌਲੀ ਹੌਲੀ ਲੱਗ ਜੂ ਪਤਾ ਵੋਟਾਂ 'ਚ। ਉਹ ਇਹਨਾਂ ਨੇ ਮੈਨੂੰ ਲੱਗਦਾ ਹੋਰ ਫੈਸਲਾ, ਇਹਨਾਂ ਨੇ ਹੋਰ ਚੁਸਤੀ ਖੇਡਣੀ ਵੀ ਐ ਕਰੋ ਹੁਣ ਇਹਨੂੰ ਕੌਮ ਨਾਲ ਰਲਾ ਲਓ। ਕਾਹਤੋਂ ਯਾਰ, ਕਾਹਤੋਂ ਕੌਮ ਨਾਲ ਰਲਾ ਲਓ? ਬਸ ਤੁਹਾਡੇ ਆਪਦੇ ਜਦੋਂ ਸਾਡੇ ਤੇ ਕੋਈ ਭੀੜ ਪੈਂਦੀ ਆ ਉਦੋਂ ਕੋਈ ਨਹੀਂ ਬੋਲਦਾ, ਤੁਸੀਂ ਕਹਿ ਚੁੱਕੇ ਹੋ। ਸਾਨੂੰ ਆਮ ਸਿੱਖ ਪੈਸਾ ਰਿਹਾ ਵਿੱਚ, ਤੁਹਾਡੇ ਬਿਜਨਸ ਸਾਰੇ ਦੇ ਸੈੱਟ ਆ, ਸਾਰਾ ਕੁਝ ਸੈੱਟ ਆ, ਪੈਸੇ ਦਾ ਅਸੀਂ ਆਮ ਜਿਹੜੇ ਵਿਚਾਰੇ ਖਬਰਾਂ ਸੁਣ ਰਹੇ ਆ, ਸਾਨੂੰ ਦੁੱਖ ਤਾਂ ਸਾਨੂੰ ਲੱਗਦਾ। ਏਅਰਪੋਰਟ ਤੇ ਜੇ ਕਿਸੇ ਨੂੰ ਘੇਰਨਾ ਜਾਂ ਪੰਜਾਬ ਗਏ ਨੂੰ ਕਿਸੇ ਨੂੰ ਘੇਰਨਾ, ਆ NIS ਦੇ ਨੋਟਿਸ ਆਮ ਬੰਦਿਆਂ ਨੂੰ ਆਇਆ ਜਿਹੜੇ ਉੱਥੇ ਲੰਗਰ ਲਈ ਬੈਠੇ ਆ। ਤੁਹਾਡੇ ਕਿਸੇ ਨੂੰ ਆਇਆ? ਟਰੂਡੋ ਨੇ ਜੇ ਬਿਆਨ ਦਿੱਤਾ, ਟਰੂਡੋ ਨੇ ਕੋਈ ਆਪਦਾ ਗਿਲਾ ਸ਼ਿਕਵਾ ਕੱਢਿਆ ਵਾ, ਠੀਕ ਆ, ਉਹਦੇ ਨਾਲ ਸਾਨੂੰ ਜਿਹੜੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਸਪੋਰਟ ਮਿਲੀ ਆ ਕਿਸਾਨਾਂ ਨੂੰ, ਸਾਡਾ ਧੰਨਵਾਦ ਬਣਦਾ ਤੇ ਧੰਨਵਾਦ ਹੈਗਾ ਵੀ ਆ ਟਰੂਡੋ ਦਾ। ਉਹ ਕੋਈ ਤੁਹਾਡੇ ਕਹੇ ਤੋਂ ਕੋਈ ਬਿਆਨ ਨਹੀਂ ਦਿੱਤਾ ਉਹਨੇ। ਮੈਂ ਜਿੱਥੇ ਤੱਕ ਮੈਂ ਸੋਚਦਾ, ਮੇਰੀ ਸੋਚ ਆ, ਉਹਨੇ ਤਾਂ ਆਪਦਾ ਵਿਗੜਿਆ ਅਕਸ ਸੁਧਾਰਿਆ। ਜਾਂ ਕਹ ਲਓ ਇੰਡੀਆ ਨੇ ਜਦੋਂ ਧੌਣ ਤੇ ਗੋਡਾ ਰੱਖਿਆ ਹੋਇਆ ਸੀ, ਮਿਲ ਨਹੀਂ ਆਇਆ, ਉਹ ਬਦਲਾ ਹੀ ਲਿਆ। ਤੁਹਾਡੇ ਆਖੇ ਕੋਈ ਨਹੀਂ ਹੈਗਾ। ਹੁਣ ਉਹ ਕੌਮ ਨਾਲ ਕੋਈ ਰਲ ਗੱਡ ਨਾ ਕਰੋ। ਬੈਂਸ ਸਾਹਿਬ ਦੀ ਠੀਕ ਆ, ਜੇ ਕੋਈ ਉਹਨਾਂ ਦੀ ਓਪੀਨੀਅਨ ਆ ਸਿੱਖਾਂ ਤੁਹਾਨੂੰ, ਤੁਸੀਂ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਤਾਂ ਬੰਦੇ ਆਪ ਮੀਟਿੰਗਾਂ ਕਰਦੇ ਫਿਰਦੇ ਆ ਉੱਥੇ, ਸਾਨੂੰ ਇਹ ਚੀਜ਼ ਬਾਰੇ ਕੁਝ ਨਹੀਂ ਪਤਾ। ਉਹ ਜੀਟੀਵੀ ਨੇ ਕਿਉਂ ਲਾਤੀ? ਉਹ ਜੇ ਹੋਸਟ ਇੱਥੋਂ ਦੇ, ਉਹ ਜੀਟੀਵੀ ਨੇ ਕਿਹਾ ਜੀ ਸਾਡਾ ਕੋਈ ਨਹੀਂ, ਸਾਡੇ ਦੇ ਵਿੱਚ ਕੋਈ ਲਿੰਕ ਨਹੀਂ। ਯਾਰ ਜਿਹੜੇ ਚੈਨਲ ਦਾ ਸਾਨੂੰ ਪਤਾ ਹੀ ਨਹੀਂ ਹੈਗਾ ਯਾਰ ਇਹ ਸੱਚ ਬੋਲਦਾ ਝੂਠ ਬੋਲਦਾ, ਅਸੀਂ ਉਹਦਾ ਬਾਈਕਾਟ ਕਰਨ ਲੱਗੇ ਹੋਏ ਆ। ਤੁਸੀਂ ਲਿਆ ਕੇ ਉਹਨੂੰ ਪ੍ਰਮੋਟ ਕਰ ਰਹੇ ਹੋ ਚੈਨਲ ਨੂੰ, ਟਾਈਮ ਖਰਾਬ ਕਰ ਰਹੇ ਹੋ। ਮੀਡੀਆ, ਸਾਰੇ ਮੀਡੀਆ ਦਾ, ਰੇਡੀਓ ਦਾ, ਸਾਰੇ ਲੋਕਾਂ ਦਾ ਟਾਈਮ ਖਰਾਬ ਜ਼ਬਰਦਸਤੀ ਤੁਸੀਂ ਲੋਕਾਂ ਦੇ ਦਿਮਾਗਾਂ 'ਚ ਪਾਉਣ ਲੱਗੇ ਹੋ ਨੈਗੇਟਿਵ ਚੀਜ਼ਾਂ। ਸੋ ਸਾਡੇ ਇਹਨੂੰ ਕੌਮ ਨਾਲ ਰਿਲੇਟਡ ਕਰੋ। ਕੌਮ ਨੂੰ ਪਤਾ ਸਾਰਾ ਕੁਝ, ਅਸੀਂ ਸਾਡਾ ਕਨਸੈਂਟਰੇਸ਼ਨ ਉੱਧਰ ਹੀ ਆ। ਕੋਈ ਗੱਲ ਨਹੀਂ, ਜੇ ਕੋਈ ਤੁਹਾਡੇ ਖਿਲਾਫ ਬੋਲਦਾ, ਤੁਹਾਡੀ ਕੋਈ ਪੀਤੀ ਨਹੀਂ ਲੈਣ ਲੱਗੀ, 10 ਦਿਨ ਅਟਕ ਜਾਓ, 20 ਦਿਨ ਹੋਰ ਅਟਕ ਜਾਓ, ਕੋਈ ਗੱਲ ਨਹੀਂ, ਆਪਾਂ ਬਾਅਦ 'ਚ ਗੱਲ ਕਰਾਂਗੇ, ਠੀਕ ਆ ਨਾ। ਇਸ ਲਈ ਧੰਨਵਾਦ। ਤੇ ਉਹ ਰੰਡਿਆਲੇ ਵਾਲਾ ਸ਼ੇਅਰ ਮਾੜਾ ਦੁਬਾਰੇ ਲਾ ਦਿਓ ਜੇ ਹੋ ਸਕੇ। ਧੰਨਵਾਦ। ਓਕੇ, ਧੰਨਵਾਦ ਜੀ। ਨਹੀਂ, ਕਾਰਨ ਇਹੀ ਆ ਜੀ, ਜੇ ਤੁਸੀਂ ਦੇਖਦੇ ਹੋ ਪਿਛਲੇ 2004 ਤੋਂ 16-17 ਦੀ ਰਾਜਨੀਤੀ ਸਾਲਾਂ ਦੇ ਵਿੱਚ ਮੈਂ ਤਾਂ ਕੋਈ ਬਿਆਨ ਨਹੀਂ ਪੜ੍ਹਿਆ ਨਵਦੀਪ ਬੈਂਸ ਉਹਨਾਂ ਦਾ ਭਾਰਤ ਦੇ ਖਿਲਾਫ, ਕੋਈ ਇਹੋ ਜਿਹੀ ਗੱਲ ਨਹੀਂ। ਤੇ ਸਾਰੇ ਇਸ ਪਾਰਟੀ ਦੇ ਬੰਦੇ ਜਾਂਦੇ ਆ ਉੱਥੇ। ਸਰਕਾਰਾਂ ਦੇ ਵਿੱਚ ਇੱਕ ਸਾਬਕਾ ਪ੍ਰਧਾਨ, ਹੁਣ ਸਾਬਕਾ ਹੈ, ਉਸ ਦਿੱਲੀ ਦੇ ਵਿੱਚ ਉਹ ਜਦ ਪਹੁੰਚਿਆ ਹੋਇਆ ਸੀ, ਉੱਥੋਂ ਖਬਰਾਂ ਆਈਆਂ ਮੈਂ ਤਾਂ ਦਿੱਲੀ ਆ। ਸੋ ਇਹ ਨਹੀਂ, ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਟਰੂਡੋ ਦੀ ਫੇਰੀ ਤੋਂ ਪਹਿਲਾਂ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਹਰ ਇੱਕ ਚੀਜ਼ ਅਸੀਂ ਕੌਮ ਨਾਲ ਜੋੜ ਦੇਣੀ ਹੈ। ਉਹੀ ਮੈਂ ਕਹਿ ਰਿਹਾ ਸੀ ਵੀ ਜਿੱਦਣ ਕੌਮ ਨੂੰ ਲੋੜ ਪੈਂਦੀ ਆ, ਕਿੱਥੇ ਹੁੰਦੇ ਨੇ? ਹੈ ਕੋਈ ਗੱਲ ਕਰਦਾ, ਕੋਈ ਗੱਲ ਇਹ ਨਹੀਂ। ਜਿਹੜੀ ਇਹ ਇਸ਼ੂ ਜਿਹੜਾ ਹੈ, ਜਦ ਤੁਸੀਂ ਪਾਵਰ ਦੇ ਵਿੱਚੋਂ ਜਦ ਵੇਖੋ ਵੀ ਤੁਸੀਂ ਕੀ ਕਰ ਰਹੇ ਹੋ, ਪਤਾ ਨਹੀਂ ਹੈ ਕਿਸੇ ਨੂੰ। ਇਹਨਾਂ ਨੂੰ ਜਿਹੜੇ ਪੰਜਾਬੀ ਪੋਲੀਟੀਸ਼ੀਅਨਸ ਨੇ ਸਾਡੇ, ਕੀ ਇਹਨਾਂ ਨੂੰ ਪਤਾ ਨਹੀਂ ਕਿ LMIA ਦੇ ਵਿੱਚ ਲੋਕ ਪਿਸੇ ਜਾ ਰਹੇ ਨੇ, $50-50 ਹਜ਼ਾਰ ਡਾਲਰ ਲੈ ਕੇ, ਉਹਨਾਂ ਦੀ ਬਰਬਾਦੀ ਹੋ ਰਹੀ ਹੈ। ਕਿਸੇ ਨੂੰ ਨਹੀਂ ਪਤਾ, ਸਭ ਨੂੰ ਪਤਾ। ਲੋਕ ਦੁਖੀ ਹੋ ਕੇ ਧੱਕੇ ਖਾਂਦੇ ਫਿਰਦੇ ਨੇ, ਕਿਸੇ ਨੂੰ ਨਹੀਂ ਪਤਾ। ਕੋਈ ਪਤਾ ਨਹੀਂ ਹੈ ਕਿ ਆਹ ਕੀ ਹੋ ਰਿਹਾ। ਕੋਈ ਮਾਰਦਾ ਹਾਂ ਦਾ ਨਾਰਾ, ਕਿਸੇ ਨੇ ਕਿਹਾ ਬਈ ਭਾਈ ਆ ਸਾਂਭੋ ਇਹ ਲੋਕਾਂ ਨੂੰ। ਤੁਸੀਂ ਸਰਕਾਰ ਕਿਉਂ ਨਹੀਂ ਵਰਕ ਪਰਮਿਟ ਵਾਲੇ ਨੂੰ ਪੁੱਛ ਕੇ ਏਅਰਪੋਰਟ ਤੇ ਆਉਂਦੇ ਵੀ ਤਾਂ ਕੰਮ ਕਰਨਾ ਤੇ ਆਹ ਫੜ, ਕਿਉਂ ਨਹੀਂ ਉਹ ਕਹਿ ਸਕਦੇ? ਤੇ ਇਹ ਜਿਹੜਾ ਸ਼ੋਸ਼ਣ ਹੋ ਰਿਹਾ ਸਾਡਾ, ਜਿਹੜੇ ਬੰਦੇ ਗਰੀਬ ਰਹਿ ਗਏ, ਅਮੀਰ ਹੋ ਗਏ, ਅਮੀਰ ਰਹਿ ਗਏ, ਕੌਣ ਪੁੱਛਦਾ ਇੱਥੇ? ਸੁੱਚਾ ਸਿੰਘ ਭੱਟੀ ਜੀ, ਲਾਈਨ ਨੰਬਰ 1। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਉਹ ਕਹਾਵਤ ਤੁਸੀਂ ਮੇਰੇ ਗੱਲ ਕਈ ਵਾਰੀ ਅੱਗੇ ਵੀ ਸੁਣਾਈ ਹੋਣੀ ਆ, ਮੈਨੂੰ ਹੁਣ ਪਤਾ ਨਹੀਂ। ਉਹ ਕਹਿੰਦੇ ਹੁੰਦੇ ਆ ਨਾ ਕਿ ਕੁੱਤੇ ਭੌਂਕਦੇ ਰਹਿੰਦੇ ਆ, ਹਾਥੀ ਆਪਣੀ ਚਾਲ ਚੱਲਦਾ। ਇਹੀ ਹਾਲ ਗੋਦੀ ਮੀਡੀਆ ਦਾ ਆ। ਗੋਦੀ ਮੀਡੀਆ ਹਰੇਕ ਜਦੋਂ ਦਾ ਸ਼ੁਰੂ ਇਹ ਪ੍ਰੋਟੈਸਟ ਹੋਇਆ, ਇਹਨੂੰ ਕਦੀ ਖਾਲਿਸਤਾਨੀ, ਕਦੀ ਪਾਕਿਸਤਾਨੀ, ਕਦੀ ਕੁਛ, ਸਾਰਾ ਕੁਛ ਕਰਨ ਤੇ ਲੱਗਾ। ਉਹ ਚਾਹੇ ਇੰਡੀਆ ਦਾ ਗੋਦੀ ਮੀਡੀਆ ਹੋਵੇ, ਚਾਹੇ ਉਹ ਇੱਥੇ ਦਾ ਲੋਕਲ ਹੋਵੇ ਜਾਂ ਬਾਹਰਲਾ ਹੋਵੇ, ਉਹਨਾਂ ਨੇ। ਪਰ ਮੈਂ ਕੱਲ ਤੁਹਾਡੇ ਰੇਡੀਓ ਤੇ ਇੱਕ ਪ੍ਰੋਗਰਾਮ ਸੁਣ ਰਿਹਾ ਸੀਗਾ, ਮੈਂ ਉਹਦਾ ਨਾਂ ਤੇ ਨਹੀਂ ਲੈਂਦਾ, ਪਰ ਮੈਨੂੰ ਇੰਨੀ ਜਿੱਦਾਂ ਆਪਣੇ ਆਪ ਤੇ ਸ਼ਰਮ ਆਈ ਕਿ ਇਹ ਲੋਕ ਵੀ ਸਾਡੇ ਪੰਜਾਬੀ ਆ, ਜਿਨ੍ਹਾਂ ਨੇ ਕਦੀ, ਜਿਹੜੇ ਉੱਥੇ 50-55 ਬੰਦੇ ਸ਼ਹੀਦ ਹੋ ਗਏ, ਉਹਨਾਂ ਬਾਰੇ ਤਾਂ ਕਦੀ ਕੋਈ ਗੱਲ ਨਹੀਂ ਕੀਤੀ।
ਉਹਨਾਂ ਬਾਰੇ ਤਾਂ ਨਾਰਾ ਮਾਰਿਆ, ਪਰ ਉਹ ਆਪਣੇ ਇੰਡੀਆ ਦੀ ਕ੍ਰਿਕਟ ਟੀਮ ਜਿੱਤ ਕੇ ਆ ਗਈ। ਉਹਦੇ ਲਈ ਉਹਨੂੰ ਮੇਰੇ ਖਿਆਲ 5-7 ਮਿੰਟ ਉਹਨਾਂ ਦੀ ਤਾਰੀਫ ਲਈ ਜ਼ਰੂਰ ਕਸੀਦੇਗਾ ਤੇ ਵੀ ਇੰਡੀਆ ਦੀ ਕ੍ਰਿਕਟ ਦੀ ਟੀਮ ਆਸਟ੍ਰੇਲੀਆ ਨੂੰ 32 ਸਾਲ 22 ਸਾਲ ਜੋ ਵੀ ਆ ਬਾਅਦ ਉਹਨੂੰ ਹਰਾ ਕੇ ਉੱਥੋਂ ਜਿੱਤ ਕੇ ਆਈ ਆ। ਮੈਨੂੰ ਇਹ ਸਮਝ ਨਹੀਂ ਆਈ ਵੀ ਤੁਸੀਂ ਪੰਜਾਬੀ ਹੋ ਕੇ ਤੁਸੀਂ ਜਿਹੜੇ ਆਪਣੇ ਪੰਜਾਬੀ ਭਰਾ ਤੁਹਾਡੇ ਜਾਂ ਤੁਹਾਡੇ ਅੰਕਲ ਜਾਂ ਜੋ ਵੀ ਆ ਉਹ ਸ਼ਹੀਦ ਹੋ ਰਹੇ ਆ, ਉਹਨਾਂ ਬਾਰੇ ਤਾਂ ਤੁਹਾਡੇ ਲਈ 2 ਸ਼ਬਦ ਨਹੀਂ ਹੈਗੇ। ਜਿੱਦਾਂ ਮੋਦੀ ਆ ਉਹ ਲੋਕਾਂ ਨੂੰ ਉਹਨਾਂ ਦੇ ਪੋਤਿਆਂ ਦੀਆਂ ਵਧਾਈਆਂ ਤਾਂ ਦੇਣ ਜਾ ਸਕਦਾ, ਪਰ ਉਹਦੇ ਮੂੰਹ ਚੋਂ ਅੱਜ ਤੱਕ ਇੱਕ ਸ਼ਬਦ ਨਹੀਂ ਨਿਕਲਿਆ ਜਿਹੜੇ ਉੱਥੇ ਕਿਸਾਨ ਬੈਠੇ ਆ ਜਾਂ ਜਿਹੜੇ ਉਹ ਸ਼ਹੀਦ ਹੋਏ ਆ ਉਹਨਾਂ ਬਾਰੇ। ਸੋ ਇਹ ਮੇਰਾ ਗੱਲ ਜਿਹੜਾ ਇੱਕ ਡਿਫਰੈਂਟ ਕਲਚਰ ਹੈ ਇਹਨਾਂ ਦਾ ਕਿ ਉਹ ਕਹਿੰਦੇ ਹੁੰਦੇ ਨਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਜੀਵੇ। ਜੀ ਜੀ ਥੈਂਕ ਯੂ। ਇਹ ਉਸੇ ਸਾਰਿਆਂ ਨੂੰ ਉਹੀ ਬਿਲੋਂਗ ਕਰਦੇ ਆ ਜਿਹੜੇ ਸਿਰਫ ਇੱਕੋ ਹੀ ਪਾਸੇ ਸੋਚ ਰਹੇ ਆ, ਬਾਕੀ ਉਹਨਾਂ ਨੂੰ ਕੁਝ ਹੋਰ ਦਿਸਦਾ ਹੀ ਨਹੀਂ। ਥੈਂਕ ਯੂ। ਬਾਕੀ ਅਸੀਂ ਕਹਿੰਦੇ ਆ ਵੀ ਹੈ ਨਾ ਇੰਡੀਆ ਦੇ ਵੈਸੇ ਇੱਕ ਸਪੈਨਿਸ਼ ਦੀ ਇੱਕ ਹੈਗੀ ਆ ਕਹਾਵਤ 3 amigos, ਅਸੀਂ ਉਹਨੂੰ ਇਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਵੀ 3 clowns, ਉਹਨਾਂ ਚੋਂ ਇੱਕ ਤਾਂ ਡਾਊਨ ਹੋ ਗਿਆ, 2 ਰਹਿ ਗਏ। ਥੈਂਕ ਯੂ ਵੀਰ ਜੀ। ਪ੍ਰਭਜੋਤਪਾਲ ਸਿੰਘ ਦੀ ਲਾਈਨ ਨੰਬਰ 2। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਪਹਿਲਾਂ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਪੁਰਬ ਤੇ ਜਿੱਦਾਂ ਵਧਾਈਆਂ ਤਾਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਦਿਨ ਨਹੀਂ ਆ ਜੀ, ਸਾਨੂੰ ਸਿੱਖਣ ਦੀ ਵੀ ਲੋੜ ਆ। ਤੇ ਜਿੱਦਾਂ ਤੁਸੀਂ ਇਹ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਹਰਮਨ ਕੰਦੋਲਾ ਹੋਣਾ ਨਾ ਕੀਤਾ, ਬਿਲਕੁਲ ਉਹ ਗੱਲ ਉਹਦੇ ਵਿੱਚੋਂ ਜਿੱਦਾਂ ਦੋਏ ਰਿਲੇਟਡ ਹੈਗੀਆਂ ਆ ਕਿ ਅਸੀਂ ਉੱਥੇ ਜਦੋਂ ਰਾਜ ਤੇ ਪਹੁੰਚ ਜਾਂਦੇ ਹਾਂ ਵੀ ਕੀ ਅਸੀਂ ਉਹ ਪਹਾੜੀ ਰਾਜਿਆਂ ਵਾਂਗੂ ਚੱਲਣਾ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਆ ਦੇਸ਼ ਹੈਗੇ ਆ ਉੱਤੇ ਅਸੀਂ ਚੱਲਣਾ ਆ। ਜੇ ਅਸੀਂ ਪਹਾੜੀ ਰਾਜੇ ਬਣ ਕੇ ਚੱਲਣਾ ਤਾਂ ਫਿਰ ਕੁਛ ਨਹੀਂ ਉਹਦੇ ਵਿੱਚੋਂ ਨਿਕਲਣਾ ਹੈਗਾ। ਫਿਰ ਆਹ ਜਿੱਦਾਂ ਬਥੇਰੀ ਦੇਰ ਆਹ ਜਿਹੜਾ ਬੈਂਸ ਸਾਹਿਬ ਨੇ ਜਿਹੜੀ ਆ ਚੱਕੀ ਭਾਰਤ ਦੀ ਵੀ ਉੱਥੇ ਜਿਹੜਾ ਆ ਸਾਡੇ ਜਿਹੜੇ ਹੱਕਾਂ ਨੂੰ ਵੀ ਇਹ ਵੇਚ ਕੇ ਆਏ ਹੈਗੇ ਆ ਉੱਥੇ 4 ਮੀਟਿੰਗਾਂ ਦੇ ਖਾਤਰ ਆਪਣਾ ਮਾੜਾ ਮੋਟਾ ਇੱਜ਼ਤ ਮਾਣ ਕਰਾਉਣ ਦੀ ਖਾਤਰ। ਪਰ ਜਿਹੜਾ ਐਟ ਦਾ ਐਂਡ ਆਫ ਦਾ ਡੇ ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਇਹੋ ਬੰਦਾ ਗਿਆ, ਹੁਣ ਇਹਦੀ ਸਾਨੂੰ ਲੋੜ ਨਹੀਂ, ਤੇ ਉਹਨੇ ਪੂੰਝ ਕੇ ਸਿੱਟ ਦਿੱਤਾ। ਜਾਂ ਸਾਰੀਆਂ ਗੱਲਾਂ ਜਿਹੜੇ ਜੋ ਇਲਜ਼ਾਮ ਲਾ ਸਕਦੇ ਸੀ ਉਹ ਲਾ ਦਿੱਤੇ। ਸੋ ਇਹ ਇੱਕ ਭੁਲੇਖਾ ਰੱਖਣਾ ਵੀ ਜੇ ਅਸੀਂ ਉਹਨਾਂ ਦੇ ਹੱਕ 'ਚ ਚੱਲਾਂਗੇ, ਉਹਨਾਂ ਦੀ ਕਹੇ ਗੱਲ ਨਾਲ ਚੱਲਾਂਗੇ, ਤੇ ਜਦੋਂ ਤੁਹਾਨੂੰ ਉਹਨੇ ਵਰਤਣਾ ਹੋਇਆ ਉਹਨੇ ਵਰਤ ਲੈਣਾ ਆ। ਤਾਂ ਜੇ ਆਪਣਿਆਂ ਦੇ ਬਣ ਕੇ ਰਹੋਗੇ ਤਾਂ ਤੁਹਾਡਾ ਕੋਈ ਇੱਜ਼ਤਮਾਨ ਹੋਊਗਾ। ਅੱਜ ਇਹ ਨਾ ਘਰਦੇ ਆ ਨਾ ਘਾਟਦੇ ਆ, ਸਿੱਖੀ ਸਰੂਪ 'ਚ ਹੁੰਦਿਆਂ ਹੋਇਆਂ ਇਹਨਾਂ ਨੂੰ ਕੋਈ ਸਿੱਖ ਮੂੰਹ ਲਾ ਕੇ ਰਾਜੀ ਨਹੀਂ ਹੈਗਾ। ਸੋ ਜਿਹੜਾ ਦੂਸਰੀ ਗੱਲ ਹੈ ਜਿਹੜੀ ਮੈਂ ਜ਼ਰੂਰ ਕਹਿਣੀ ਚਾਹੂੰਗਾ, ਜਿੱਦਾਂ ਤੁਸੀਂ ਵੀ ਤੇ ਕੰਦੋਲਾ ਸਾਹਿਬ ਵੀ ਤੁਸੀਂ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ, ਬਹੁਤ ਵਧੀਆ ਉਹ ਤੁਹਾਡੀ, ਮੈਂ ਉਹਦੀ ਸਰਾਹਨਾ ਕਰਦਾ ਹਾਂ। ਤੇ ਇਹ ਸਾਨੂੰ ਇਹ ਤੋਂ ਨਿਰਾਸ਼ ਹੋ ਕੇ ਪਿੱਛੇ ਨਹੀਂ ਹਟਣਾ ਚਾਹੀਦਾ, ਸਾਨੂੰ ਲਗਾਤਾਰ ਲੱਗੇ ਰਹਿਣਾ ਚਾਹੀਦਾ। ਜਿੱਥੇ ਸਾਨੂੰ ਬਿਲਕੁਲ ਜਿੱਦਾਂ ਹਰਮਨ ਸਾਹਿਬ ਨੇ ਕਿਹਾ ਵੀ ਐਡਵੋਕੇਸੀ ਦੀ ਵੀ ਲੋੜ ਆ, ਸਾਡੇ 'ਚ ਜਿਹੜੇ ਥਰਡ ਪਾਰਟੀ ਜਿਹੜੇ ਹੋਰ ਆ ਕੇ ਸਾਨੂੰ ਐਡਵੋਕੇਸੀ ਸਾਡੀ ਕਰਦੇ ਹੈਗੇ ਆ, ਉੱਥੇ ਸਾਡੇ ਆਪਣੇ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਕੇ ਵਕੀਲ ਸਾਡੇ ਇਹੋ ਜਿਹੇ ਜਿਹੜੇ ਹੈਗੇ ਆ ਬਣਾਉਣੇ ਚਾਹੀਦੇ ਵੀ ਉਹ ਜਾ ਕੇ ਸਾਡੀ ਲੌਬੀਇੰਗ ਕਰਨ ਸਰਕਾਰ ਦੇ ਵਿੱਚ। ਦੂਸਰੇ ਪਾਸੇ ਜਿਹੜਾ ਸਾਨੂੰ ਸਰਕਾਰ ਦੇ ਵਿੱਚ ਵੀ ਜਾਣਾ ਚਾਹੀਦਾ ਹੈ। ਇਹ ਗੱਲ ਸਹੀ ਆ ਵੀ ਜਦੋਂ ਪਾਰਟੀ ਨਾਲ ਬੰਦਾ ਜੁੜ ਜਾਂਦਾ ਤੇ ਉਹ ਪਾਰਟੀ ਨਾਲ ਹੋ ਜਾਂਦਾ, ਪਰ ਜਿਹੜੇ ਜ਼ਰੂਰਤ ਵਾਲੇ ਹੈਗੇ ਆ ਫਿਰ ਉਹ ਖੜ ਵੀ ਜਾਂਦੇ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸੋ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਆ ਤੇ ਅਸੀਂ ਉਹਨਾਂ ਦੇ ਮਾਰਗ ਤੇ ਚੱਲਣਾ। ਜੇ ਚੱਲੀਏ ਤੇ ਵਧੀਆ ਹੋਊਗਾ। ਧੰਨਵਾਦ ਇੱਕ ਵਾਰੀ ਫੇਰ ਜਿਹੜਾ ਤੁਸੀਂ ਇਹ ਗੱਲ ਕੀਤੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਦਿਓਲ ਸਾਹਿਬ ਲਾਈਨ ਨੰਬਰ 3 ਗੁਰਮੁਖ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਸਾਹਿਬ ਦੇਖੋ, ਆਪਾਂ ਜੇ ਗੁਰਪੁਰਬ ਦੀ ਗੱਲ ਕਰਦੇ ਹਾਂ 10ਵੇਂ ਪਾਤਸ਼ਾਹ ਦੀ, ਤੇ ਮੈਂ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਜੇ ਆਪਾਂ ਉਹਨਾਂ ਦੇ ਆਮ ਵਿਅਕਤੀਆਂ ਦੇ ਤੌਰ ਤੇ ਜੀਵਨ ਜਾਂ ਕਿਸੇ ਮਹਾਂਪੁਰਸ਼ਾਂ ਦੇ ਜਾਂ ਉਹ ਆਪਾਂ ਪੜ੍ਹ ਲੈਂਦੇ, ਪਰ ਸਾਨੂੰ ਖਾਲਸਾ ਪੰਥ ਦੇ ਵਿੱਚ ਜੋ ਉਹਨਾਂ ਦੀ ਦੇਣ ਆ, ਮੰਨ ਲਓ ਜੋ ਉਹਨਾਂ ਨੇ ਪ੍ਰਗਟ ਰੂਪ ਵਿੱਚ ਸਾਡੇ ਕੋਲ ਆ, ਮੈਨੂੰ ਲੱਗਦਾ ਉਹਦੇ ਰਾਹੀਂ ਉਹ ਤੋਂ ਕਈ ਵਾਰੀ ਅਸੀਂ ਕਿਸੇ ਸੰਘਰਸ਼ਾਂ ਦਾ ਹਿੱਸਾ ਬਣੇ ਜਾਂ ਕਿਸੇ ਰਾਜਨੀਤੀ ਦਾ ਜਾਂ ਆਮ ਜ਼ਿੰਦਗੀ 'ਚ ਹਿੱਸਾ ਬਣੇ, ਗੱਲ ਤਾਂ ਆਪਾਂ ਉਹ ਕਰਦੇ ਹਾਂ ਪਰ ਉਹ ਤੋਂ ਦੂਰ ਚਲੇ ਜਾਂਦੇ ਹਾਂ। ਕਹਿਣ ਤੋਂ ਭਾਵ ਵੀ ਇੱਕ 10 ਗੁਰੂ ਸਾਹਿਬਾਨ ਦੀ ਇੱਕ ਜੋਤ ਹੈ, ਉਹਦੇ ਵਿੱਚੋਂ ਜੋ ਸਾਡੇ ਕੋਲ ਪ੍ਰਗਟ ਰੂਪ ਵਿੱਚ ਆ ਉਹਦੇ ਵਿੱਚ ਬੇਸ਼ੱਕ ਖਾਲਸਾਈ ਨਿਸ਼ਾਨ ਹੋਣ, ਪਾਤਸ਼ਾਹੀ ਦਾਵਾ ਹੋਵੇ, ਜਾਂ ਜੋ ਸਾਡੇ ਕੋਲ ਸਰਬੱਤ ਦੇ ਭਲੇ ਵਾਂਗ ਵੰਡ ਕੇ ਛਕਣ ਵਾਲਾ ਪ੍ਰਬੰਧ ਆ, ਇਹ ਚੀਜ਼ਾਂ ਦਾ ਅਸੀਂ ਨਾਲ ਲੈ ਕੇ ਵੀ ਚੱਲਣੀਆਂ, ਪਰ ਇੰਨਾ ਵੀ ਖਿਆਲ ਰੱਖਣਾ ਆ ਵੀ
ਅਸੀਂ ਜ਼ਮੀਰ ਮਾਰ ਕੇ ਕਿਸੇ ਨਾਲ ਜਿਹਾ ਸਮਝੌਤਾ ਕਿਸੇ ਆਗੂ ਦੇ ਥੱਲੇ ਜਾਂ ਕਿਸੇ ਦੁਨਿਆਵੀ ਜਿਹੜੇ ਆਹ ਰਾਸ਼ਟਰਵਾਦ ਦੇ ਜਾਂ ਦੇਸ਼ ਭਗਤੀ ਦੇ ਨਿਸ਼ਾਨਾ ਥੱਲੇ ਨਹੀਂ ਇੱਦਾਂ ਦੇ ਕਦੇ ਸਮਝੌਤੇ ਸਾਨੂੰ ਕਰਨੇ ਚਾਹੀਦੇ। ਕਈ ਵਾਰੀ ਚੰਗੇ ਕਹਿੰਦੇ ਕਹਾਉਂਦੇ ਜਿਨ੍ਹਾਂ ਦੇ ਨਾਲ ਚਲੋ ਮੈਂ ਤਾਂ ਸਿੰਘ ਤੁਸੀਂ ਲਾਣਾ, ਮੈਂ ਤਾਂ ਕਦੇ ਬਾਹਰ ਕਹਿੰਦਾ ਵੀ ਨਹੀਂ ਨਾ, ਵੀ ਉਹ ਬੰਦੇ ਸਾਨੂੰ ਇਦਾਂ ਲਿਆ ਕੇ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਥੱਲੇ ਬਾੜ ਦਿੰਦੇ ਆਂਦੇ ਵੀ ਬਸ ਤੁਸੀਂ ਇਹਦੇ ਥੱਲੇ ਹੀ ਹੁਣ ਬਸ ਜੇ ਭਾਰਤ ਮਾਤਾ ਦੀ ਜੈ ਜਾਂ ਇੱਥੇ ਕੈਨੇਡਾ ਦੀ ਜੈ ਕਹਿਣਾ। ਤੇ ਮੈਂ ਬੇਨਤੀ ਕਰਦਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਸਾਡੀ ਆਪਣੀ ਇੱਕ ਸੋਵਰਨਟੀ ਆ, ਅਸੀਂ ਹਰ ਇੱਕ ਨੂੰ ਕਹਿੰਦੇ ਤੁਸੀਂ ਵੀ ਸੋਵਰਨ ਹੋ, ਪਰ ਘੱਟੋ ਘੱਟ ਆਪਣੀ ਗਲਤ ਵਿਆਖਿਆ ਦੇ ਨਾਲ ਜਿਹੜੇ ਖਾਲਸਾਈ ਅਕਾਲੀ ਨਿਸ਼ਾਨ ਆ ਪਾਸ਼ਾ ਉਹਨਾਂ ਦੀ ਘੱਟੋ ਘੱਟ ਗਲਤ ਵਿਆਖਿਆ ਨਹੀਂ ਕਰਨੀ ਚਾਹੀਦੀ। ਜੇ ਨਹੀਂ ਤੁਹਾਨੂੰ ਪਤਾ ਉਹਦੇ ਲਈ ਚੁੱਪ ਰਹਿ ਲਓ ਤੁਸੀਂ। ਜੇ ਕਿਸੇ ਦਾ ਦਿਲ ਕਰਦਾ ਕਿਸੇ ਨੇ ਕੈਨੇਡੀਅਨ ਫਲੈਗ ਥੱਲੇ ਜੋ ਕਰਨਾ ਕਰੇ, ਤਿਰੰਗੇ ਥੱਲੇ ਜੋ ਕਰਨਾ ਕਰੇ, ਉਹਦੀ ਮਰਜ਼ੀ ਆ, ਉਹਦਾ ਹੱਕ ਆ। ਪਰ ਘੱਟੋ ਘੱਟ ਇੰਟਰਪ੍ਰੀਟੇਸ਼ਨ ਜਿਹੜੀ ਆ ਖਾਲਸਾਈ ਪ੍ਰਬੰਧ ਦੀ ਉਹ ਤੋਂ ਬੇਨਤੀ ਜ਼ਰੂਰ ਮੈਂ ਕਰਦਾ ਵੀ ਉਹ ਘੱਟੋ ਘੱਟ ਉਦਾਂ ਦੀ ਨਾ ਕਰਿਆ ਕਰਨ। ਕਿਸੇ ਨੂੰ ਕੋਈ ਆਗੂ ਪਸੰਦ ਆ ਉਹ ਉੱਧਰ ਜਾਵੇ ਜਿੱਦਾਂ ਮਰਜ਼ੀ ਕਰੇ। ਸਾਡਾ ਕੰਮ ਪਹਿਰੇਦਾਰੀ ਵਾਲਾ, ਪਹਿਰੇਦਾਰੀ ਅਸੀਂ ਉਸੇ ਤਰੀਕੇ ਨਾਲ ਕਰਨੀ ਚਾਹੀਦੀ ਜੋ ਖਾਲਸਾ ਪੰਥ ਦੀਆਂ ਰਵਾਇਤਾਂ ਆ। ਜ਼ਮੀਰਾਂ ਮਾਰ ਕੇ ਨਾ ਅਸੀਂ ਕਦੇ ਜ਼ਮੀਨਾਂ ਬਚਾਉਣੀਆਂ, ਨਾ ਸਾਨੂੰ ਘਰ-ਬਾਰ ਬਚਾਉਣ ਦੀ ਲੋੜ ਆ, ਨਾ ਕੁਛ ਹੋ ਰਿਹਾ। ਜਿੰਨੇ ਜੋਗੇ ਹੈਗੇ ਆ ਮੈਂ ਕਹਿੰਦਾ ਜੇ ਹੈਗੇ ਵੀ ਘੱਟੋ ਘੱਟ 10ਵੇਂ ਪਾਤਸ਼ਾਹ ਨੇ ਜੋ ਸਾਨੂੰ ਦਿੱਤਾ ਉਹਦੇ ਲਾਗੇ ਛਾਗੇ ਰਹਿ ਕੇ ਸਾਰਾ ਕੰਮ ਕਰੀਏ ਤਾਂ ਸਾਰਿਆਂ ਦੀ ਚੜ੍ਹਦੀ ਕਲਾ ਹੋਣੀ। ਅਦਰਵਾਈਜ਼ ਘੱਟੋ ਘੱਟ ਗਲਤ ਵਿਆਖਿਆ ਬਹੁਤ ਕੀਤੀ ਜਾਂਦੀ, ਮੈਂ ਤਾਂ ਗੱਲ ਕੀਤੀ ਆ। ਧੰਨਵਾਦ ਜੀ। ਅਟਵਾਲ ਸਾਹਿਬ 30 ਸੈਕਿੰਡ ਨੇ ਜੀ ਮੇਰੇ ਕੋਲ, ਸਮਾਂ ਬਹੁਤ ਘੱਟ ਹੈ, ਤੁਸੀਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹਰਜੀਤ ਸਿੰਘ ਜੀ। ਸਭ ਤੋਂ ਪਹਿਲੀ ਗੱਲ ਤਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੀ ਮੈਂ ਸਮੁੱਚੇ ਪੰਥ ਨੂੰ, ਸਾਰੇ ਸੰਸਾਰ ਨੂੰ ਵਧਾਈ ਦੇਣੀ ਚਾਹੁੰਦਾ ਜੀ। ਸ਼ਾਰਟ ਦੇ ਵਿੱਚ ਸੈਕੰਡਲੀ ਦੇਖੋ, ਮੈਂ ਨਾ ਤਾਂ WS ਦਾ ਮੈਂਬਰ ਆ, ਨਾ ਮੈਂ ਨਵਦੀਪ ਸਿੰਘ ਬੈਂਸ ਉਹਨਾਂ ਨੂੰ ਜਾਣਦਾ। ਜਦੋਂ ਉਹ ਮਿਨਿਸਟਰ ਬਣੇ ਤਾਂ ਮੈਂ ਨਾਂ ਸੁਣਿਆ ਵੀ ਨਵਦੀਪ ਸਿੰਘ ਬੈਂਸ ਨਾਂ ਦਾ ਵੀ ਕੋਈ ਸ਼ਖਸ ਹੈਗਾ ਆ। ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ, ਦੇਖੋ ਆਪਣੇ ਵਿੱਚ ਨਾ ਲੱਖ ਮਨ ਮੁਟਾਵ ਹੋ ਸਕਦੇ ਆ, ਪਰ ਜਦੋਂ ਵੀ ਕੋਈ ਬੰਦਾ ਇੱਕ ਦਸਤਾਰਧਾਰੀ ਆ, ਸਿੱਖਿਆ, ਉਹਦੀ ਕਿਤੇ ਵੀ ਸੰਸਾਰ ਭਰ ਦੇ ਵਿੱਚ ਕੋਈ ਦੂਸਰਾ ਬੰਦਾ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦਾ ਆ, ਆਪਾਂ ਨੂੰ ਸਾਰਿਆਂ ਨੂੰ ਦੁੱਖ ਲੱਗਦਾ ਹੈ ਅੰਦਰੋਂ ਮਨ ਦੇ ਵਿੱਚੋਂ। ਅਸੀਂ ਦੋ ਭਰਾ ਹੋਈਏ, ਸਾਡੇ ਵਿੱਚ ਲੱਖ ਮਨ ਮੁਟਾਵ ਹੋਣ, ਉਹਦੀਆਂ ਮੰਦੀਆਂ ਚੰਗੀਆਂ ਜੋ ਵੀ ਹੋਣ, ਪਰ ਜੇ ਉਹ ਮਤਲਬ ਤੀਜਾ ਬੰਦਾ ਆ ਕੇ ਮਤਲਬ ਉਹ ਮੇਰੇ ਭਰਾ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ, ਮੇਰੇ ਮਨ ਨੂੰ ਜ਼ਰੂਰ ਦੁੱਖ ਹੁੰਦਾ ਆ। ਔਰ ਗੋਦੀ ਮੀਡੀਆ ਦੀ ਜਿਸ ਤੱਕ ਜਾਂ ਮਤਲਬ ਜਿਹੜਾ ਵੀ ਮਤਲਬ ਸਿੱਖੀ ਸਰੂਪ ਦੇ ਅਗੇਂਸਟ ਸੋਚ ਰੱਖਣ ਵਾਲੀ ਜਿਹੜੀ ਲੌਬੀ ਆ, ਉਹਨਾਂ ਨੂੰ ਤਕਲੀਫ ਇਹ ਹੁੰਦੀ ਆ ਜਦੋਂ ਵੀ ਕਿਤੇ ਵੀ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਹੁੰਦੀ ਆ, ਕਿਤੇ ਸੰਤਾਰ ਪਾਸੇ ਦਸਤਾਰ ਦੀ ਗੱਲ ਹੁੰਦੀ ਆ, ਉਹਨਾਂ ਨੂੰ ਤਕਲੀਫ ਹੁੰਦੀ ਆ ਔਰ ਉਹ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਜੀ ਬਾਈ ਜੀ, ਅਟਵਾਲ ਸਾਹਿਬ ਇੰਨਾ ਹੀ ਸਮਾਂ ਸੀ ਮੇਰੇ ਕੋਲ, ਧੰਨਵਾਦ। ਇਹ ਬਿਲਕੁਲ ਠੀਕ ਹੈ, ਸਾਨੂੰ ਦੁੱਖ ਹੁੰਦਾ, ਪਰ ਜਦ ਸਿੱਖ ਕੋਲ ਪਾਵਰ ਆਉਂਦੀ ਹੈ ਉਸ ਸਮੇਂ ਵੀ ਉਹਨੂੰ ਆਪਣੇ ਭਾਈ ਯਾਦ ਰਹਿਣੇ ਚਾਹੀਦੇ ਨੇ। ਇਹ ਗੱਲ ਜ਼ਰੂਰ ਹੈ ਵੀ ਸਾਨੂੰ ਇੱਕ ਦੂਜੇ ਨਾਲ ਬ੍ਰਦਰਹੁੱਡ ਜ਼ਰੂਰੀ ਹੈ, ਪਰ ਉਸ ਸਮੇਂ ਜਿਹੜਾ ਭਾਈ ਅੱਜ ਤੜਫਦਾ ਕਿ ਮੇਰੇ ਭਾਈ ਦੀ ਦਸਤਾਰ ਨੂੰ ਉਹਨਾਂ ਨੇ ਕਹਿ ਦਿੱਤਾ, ਜਿੱਦਣ ਉਹ ਭਾਈ ਦਸਤਾਰ ਵਾਲਾ ਪਾਵਰ 'ਚ ਹੁੰਦਾ ਤੇ ਉਹ ਉਸ ਸਮੇਂ ਕੌਮ ਨੂੰ ਕਿੱਥੇ ਰੱਖਦਾ, ਇਹ ਵੀ ਸਾਨੂੰ ਨਾਲ ਇਹ ਸੋਚਣ ਦੀ ਲੋੜ ਹੈ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਆਪਣਾ ਹਿੱਸਾ ਪਾਇਆ। ਤੇ ਸਾਹਿਬ ਦੇ ਇਸ ਦਿਨ 'ਤੇ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਕੌਮੀਅਤ ਦਾ ਸਾਨੂੰ ਪਿਆਰ ਹੋਣਾ ਚਾਹੀਦਾ, ਅਤੇ ਜਿੱਥੇ ਸੁਧਾਰ ਦੀ ਲੋੜ ਹੈ ਉਹ ਸੁਧਾਰ ਵੀ ਸਾਨੂੰ ਕਰਨਾ ਪੈਣਾ ਹੈ। ਇਹ ਸਾਨੂੰ ਰੀਪ੍ਰਜੈਂਟ ਕਰਦੇ ਨੇ ਲੋਕ, ਪਰ ਕੀ ਉਹ ਕਮਿਊਨਿਟੀ ਦੇ ਲਈ ਖੜ੍ਹਦੇ ਨੇ ਜਿੱਦਣ ਸਾਨੂੰ ਲੋੜ ਹੈ? ਆਹ ਹੁਣ ਚੱਲ ਰਿਹਾ 3 ਮਹੀਨੇ ਹੋ ਗਏ, ਕੋਈ ਬੋਲ ਸਕਿਆ ਪੰਜਾਬੀ ਬੰਦਾ? ਕਿੰਨਿਆਂ ਨੂੰ ਲਿਖਿਆ, ਕਿੰਨਾ ਫੇਸਬੁੱਕ 'ਤੇ ਰੌਲਾ ਪੈ ਰਿਹਾ, ਕੋਈ ਨਹੀਂ ਬੋਲ ਰਿਹਾ। ਅਤੇ ਜਿਨ੍ਹਾਂ ਨੂੰ ਅਸੀਂ ਨੌਨ ਸਿੱਖ ਕਹਿੰਦੇ ਆ, ਜਿਹੜੇ ਗੋਰੇ ਨੇ, ਬ੍ਰੈਡ ਵਿਸ ਵਰਗੇ MP ਐਬਸਫੋਰਡ ਤੋਂ, ਉਹ ਬੋਲ ਗਏ ਆਲਰੇਡੀ। ਕੱਲ੍ਹ ਨੂੰ ਮੁੜਦੇ ਹਾਂ ਜੀ ਦੁਬਾਰਾ 9 ਵਜੇ। ਰੱਬ ਰੱਖਾ।